इस दुविधा ਦੇ ਵਿੱਚ ਜਿੱਥੇ ਪੰਜਾਬੀ ਦੀ ਚਿੰਤਾ ਹੋ ਰਹੀ ਹੈ ਉੱਥੇ ਇੱਕ ਬਹੁਤ ਅਜੀਬ ਕਿਸਮ ਦਾ ਸਵਾਲ ਹੈ ਜੋ ਇੱਕ ਆਮ ਵਿਅਕਤੀ ਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਜੇ ਪੰਜਾਬ ਦੇ ਵਿੱਚ ਇੱਕ ਇਮਤਿਹਾਨ ਦੇ ਵਿੱਚ 38000 ਬੱਚਾ ਜੋ 13% ਬਣਦਾ ਹੈ ਇੱਕ ਪੇਪਰ ਦੇ ਵਿੱਚ ਫੇਲ ਹੁੰਦਾ ਹੈ ਤਾਂ ਉਹ ਚਿੰਤਾ ਦਾ ਵਿਸ਼ਾ ਹੈ। ਮੈਂ ਇਸ ਉਮੀਦ ਦੇ ਨਾਲ ਇਸ ਸੈਸ਼ਨ ਦੀ ਸ਼ੁਰੂਆਤ ਕਰ ਰਿਹਾ ਕਿ ਇਸ ਸੈਸ਼ਨ ਤੋਂ ਬਾਅਦ ਇਹੋ ਜਿਹੇ ਜਿਹੜੇ ਬਹੁਤ ਸਾਰੇ ਸਵਾਲ ਹੈ ਜਾਂ ਜਿਸ ਤਰ੍ਹਾਂ ਦੇ ਸੰਸੇ ਨੇ ਸਾਨੂੰ ਇੱਕ ਸੰਸਾ ਜੋ ਅਸੀਂ ਆਪਣੀ ਭਾਸ਼ਾ ਬਾਰੇ ਕਰਦੇ ਹਾਂ ਤਾਂ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਜਦੋਂ ਕਿਸੇ ਚੀਜ਼ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਉਸ ਨੂੰ ਸਮਕਾਲੀ ਸਥਿਤੀਆਂ ਦੇ ਵਿੱਚ ਭਾਸ਼ਾਵਾਂ ਦੇ ਨਾਲ ਵੀ ਵੇਖਣਾ ਹੁੰਦਾ ਹੈ। ਅਸੀਂ ਸੰਸਾਰ ਦੀਆਂ 7000 ਭਾਸ਼ਾਵਾਂ ਦੇ ਵਿੱਚ ਜਿਸ ਭਾਸ਼ਾ ਨੂੰ 10ਵੇਂ ਨੰਬਰ ਦੀ ਭਾਸ਼ਾ ਕਹਿੰਦੇ ਹਾਂ ਅਸੀਂ ਉਸ ਦੇ ਪਿਛੋਕੜ ਦੀ ਗੱਲ ਵੀ ਕਰਦੇ ਹਾਂ। ਉਸ ਦੌਰ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇਹ ਭਾਸ਼ਾ ਖਤਮ ਹੋ ਰਹੀ ਹੈ ਤਾਂ ਸਾਨੂੰ ਘੱਟੋ ਘੱਟ ਹਿੰਦੁਸਤਾਨ ਦੀਆਂ ਭਾਸ਼ਾਵਾਂ ਦੇ ਸੰਬੰਧ ਦੇ ਵਿੱਚ ਵੀ ਗੱਲ ਕਰਨੀ ਪਊਗੀ। ਜਿਹੜਾ ਭਾਰਤੀ ਸੰਵਿਧਾਨ ਹੈ ਉਹ 22 ਜੋ ਭਾਸ਼ਾਵਾਂ ਹੈ ਉਹਨਾਂ ਨੂੰ ਮਾਨਤਾ ਦਿੰਦਾ ਹੈ ਅਤੇ ਜੋ ਭਾਰਤ ਦੀਆਂ ਸਾਹਿਤ ਅਕੈਡਮੀਆਂ ਉਹ 24 ਭਾਸ਼ਾਵਾਂ ਨੂੰ ਮਾਨਤਾ ਦਿੰਦੀਆਂ ਅਤੇ ਜੋ ਭਾਰਤ ਦੇ ਐਜੂਕੇਸ਼ਨ ਸਰਵੇ ਨੇ ਉਹ 398 ਭਾਸ਼ਾਵਾਂ ਨੂੰ ਮਾਨਤਾ ਦਿੰਦੇ ਹੈ ਅਤੇ ਜੋ ਭਾਸ਼ਾਵਾਂ ਬਾਰੇ ਸਰਵੇ ਨੇ ਜੋ ਕਬੀਲਿਆਂ ਦੀਆਂ ਭਾਸ਼ਾਵਾਂ ਨੇ ਉਹ 463 ਭਾਸ਼ਾਵਾਂ ਨੂੰ ਮਾਨਤਾ ਦਿੰਦੇ ਆ। ਅਜਿਹੇ ਦੇ ਵਿੱਚ ਹਿੰਦੁਸਤਾਨ ਦੀ ਜੇ ਮੈਂ ਗੱਲ ਕਰਦਾ ਤਾਂ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਵਿੱਚ ਇੱਕ ਕਵੀ ਦਰਬਾਰ ਕਰਵਾਉਂਦੀ ਹੈ ਪਿੱਛੇ। ਉੱਥੇ ਰਾਜਸਥਾਨ ਦੇ ਕਵੀ ਦਵੇਲ ਚੰਦਰ ਇੱਕ ਟਿੱਪਣੀ ਕਰਦੇ ਨੇ ਕਿ ਰਾਜਸਥਾਨ ਰਾਜਿਆਂ ਦੀ ਧਰਤੀ ਹੈ, ਉਸ ਦੇ ਨਾਂ 'ਤੇ ਰਾਜ ਤਾਂ ਬਣ ਗਿਆ ਰਾਜਸਥਾਨ ਪਰ ਉੱਥੇ ਹਾਲੇ ਤੱਕ ਮਾਤ ਭਾਸ਼ਾ ਰਾਜਸਥਾਨੀ ਨਹੀਂ ਬਣ ਸਕੀ। ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 9ਵੀਂ ਸਦੀ ਦੇ ਵਿੱਚ ਇਸ ਭਾਸ਼ਾ ਦੇ ਵਿੱਚ ਦਸਤਾਵੇਜ਼ ਮਿਲਦੇ ਨੇ। 1173 ਦੇ ਵਿੱਚ ਸਾਡੇ ਕੋਲ ਪੰਜਾਬੀ ਦਾ ਪਹਿਲਾ ਕਵੀ ਫਰੀਦ ਹੈ। 14ਵੀਂ ਸਦੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਡੇ ਕੋਲ ਇਸ ਭਾਸ਼ਾ ਦੇ ਵਿੱਚ ਉਹਨਾਂ ਦੇ ਲਿਖਤਾਂ ਮੌਜੂਦ ਨੇ। 15ਵੀਂ ਸਦੀ ਦੇ ਵਿੱਚ ਆਦਿ ਗ੍ਰੰਥ ਦੀ ਸੰਪਾਦਨਾ ਹੁੰਦੀ ਹੈ। 1708 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ। 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੀ ਸਥਾਪਨਾ ਕਰਦੇ। 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਖਤਮ ਹੁੰਦਾ ਪਰ ਖਾਲਸਾ ਰਾਜ 10 ਸਾਲ 1849 ਤੱਕ ਸਥਾਪਿਤ ਰਹਿੰਦਾ। ਬ੍ਰਿਟਿਸ਼ ਇੰਪੀਰੀਅਲਿਜ਼ਮ ਦੀ ਸਥਾਪਤੀ ਹੁੰਦੀ ਹੈ। 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ ਅਤੇ 1966 ਦੇ ਵਿੱਚ ਫਿਰ ਪੰਜਾਬ ਕੱਟਿਆ ਜਾਂਦਾ ਹੈ ਅਤੇ 1967 ਦੇ ਵਿੱਚ ਜਿਸ ਭਾਸ਼ਾ ਦਾ ਅਸੀਂ ਫਿਕਰ ਕਰਦੇ ਹਾਂ ਉਹ 9ਵੀਂ ਸਦੀ ਤੋਂ ਲੈ ਕੇ 1967 ਦੇ ਵਿੱਚ ਪੰਜਾਬੀ ਭਾਸ਼ਾ ਐਕਟ ਬਣਦਾ। 1968 ਦੇ ਵਿੱਚ ਉਹ ਇੰਪਲੀਮੈਂਟ ਹੁੰਦਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਦਾ। ਜੇ ਮੁਗਲ ਇੰਪੀਰੀਅਲਿਜ਼ਮ, ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ, ਬ੍ਰਿਟਿਸ਼ ਇੰਪੀਰੀਅਲਿਜ਼ਮ ਇੰਨੇ ਲੰਮੇ ਸਮੇਂ ਦੇ ਵਿੱਚ ਇਹ ਕਦੇ ਰਾਜ ਭਾਸ਼ਾ ਨਹੀਂ ਸੀ ਤਾਂ 1968 ਦੇ ਵਿੱਚ ਇਹ ਸ਼ੁਭ ਸ਼ਗਨ ਇਸ ਭਾਸ਼ਾ ਨੂੰ ਪ੍ਰਾਪਤ ਹੁੰਦਾ ਕਿ ਪੰਜਾਬੀ ਇੱਕ ਰਾਜ ਭਾਸ਼ਾ ਬਣਦੀ ਹੈ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਉਹ 38000 ਬੱਚੇ ਜਦੋਂ ਫੇਲ ਹੁੰਦੇ ਆ ਮੈਂ ਉਸ ਨੂੰ ਇੱਕ ਸ਼ੁਭ ਸ਼ਗਨ ਇਸ ਲਈ ਮੰਨਦਾ ਕਿ ਪੰਜਾਬ ਉਹ ਰਾਜ ਹੈ ਜਿਸ ਦੇ ਵਿੱਚ ਨੌਕਰੀਆਂ ਕਰਨ ਵਾਸਤੇ ਹਿੰਦੁਸਤਾਨ ਦੇ ਸਭ ਸੂਬਿਆਂ 'ਚੋਂ ਲੋਕ ਆਉਂਦੇ ਨੇ ਅਤੇ ਇਹ ਇੱਕ ਸ਼ੁਭ ਸ਼ਗਨ ਇਸ ਲਈ ਸੀ ਕਿ ਸਬਾਰਡੀਨੇਟ ਸਰਵਿਸਿਜ਼ ਕਮਿਸ਼ਨ ਨੇ ਪੰਜਾਬੀ ਭਾਸ਼ਾ ਦਾ ਪੇਪਰ ਇਸ ਦੇ ਵਿੱਚ ਸ਼ਾਮਲ ਕੀਤਾ ਅਤੇ 50% ਪਾਸ ਹੋਣ ਦੇ ਅੰਕ ਰੱਖੇ ਅਤੇ ਪੰਜਾਬੀਆਂ ਨੂੰ ਇਹ ਨਿਆਂ ਮਿਲ ਸਕਿਆ ਕਿ ਜੇ ਉਹ ਪੰਜਾਬੀ ਜਾਣਦੇ ਸੀ ਤਾਂ ਉਹ ਉਹਨਾਂ ਨੌਕਰੀਆਂ ਵਾਸਤੇ ਐਲੀਜੀਬਲ ਹੋ ਸਕੇ। ਦੂਜੇ ਸੂਬਿਆਂ ਅਤੇ ਜਿਸ ਨੂੰ ਅਸੀਂ ਪ੍ਰਾਈਵੇਟ ਦੁਕਾਨਾਂ ਕਹਿੰਦੇ ਹਾਂ ਉਹਨਾਂ ਦੇ ਬਹੁਤੇ ਵਿਦਿਆਰਥੀ ਇਸ ਵਿੱਚ ਕਾਮਯਾਬ ਨਾ ਹੋ ਸਕੇ। ਇਹ ਪੰਜਾਬੀ ਭਾਸ਼ਾ ਲਈ ਇੱਕ ਸ਼ੁਭ ਸ਼ਗਨ ਹੈ। ਕਈ ਵਾਰੀ ਅਸੀਂ ਇੱਕ ਪੱਖ ਦੇਖ ਲੈਂਦੇ ਹਾਂ। ਬਾਕੀ ਮੈਂ ਉਮੀਦ ਕਰਦਾ ਕਿ ਸਾਡੇ ਕੋਲ ਇਸ ਸੈਸ਼ਨ ਦੇ ਵਿੱਚ ਡਾਕਟਰ ਜਗਬੀਰ ਸਿੰਘ ਚਾਂਸਲਰ ਬਠਿੰਡਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਨੇ ਅਤੇ ਉਹ ਇਸ ਗੱਲ ਨੂੰ ਅੱਜ ਦੇ ਸਮੇਂ ਦੇ ਵਿੱਚ ਭਾਸ਼ਾਵਾਂ ਦੀ ਜੋ ਸਥਿਤੀ ਹੈ ਉਸ ਸੰਦਰਭ ਵਿੱਚ ਪੇਸ਼ ਕਰਨਗੇ। ਮੈਂ ਬੇਨਤੀ ਕਰੂੰਗਾ ਡਾਕਟਰ ਰਾਜਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਉਹ ਮੰਚ 'ਤੇ ਆ ਕੇ ਆਪਣੇ ਸ਼ਬਦਾਂ ਨਾਲ ਸਾਡੇ ਨਾਲ ਸਾਂਝ ਪਾਉਣਗੇ। ਡਾਕਟਰ ਰਾਜਵਿੰਦਰ ਸਿੰਘ। शुक्रिया ढिल्लों साहब। प्रधानगी मंडल च शोभत मेरे अध्यापक डॉक्टर जगबीर सिंह जी,
ਤੇ ਪੇਪਰ ਵਕਤਾ ਤੇ ਸਾਹਮਣੇ ਬੈਠੇ ਦੋਸਤੋ, ਕੱਲ੍ਹ ਦੀਆਂ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇਗੀਆਂ ਤੇ ਬਹੁਤ ਸਾਰੇ ਦੋਸਤਾਂ ਨੇ ਆਪੋ ਆਪਣੇ ਤਜਰਬਿਆਂ ਦੇ ਵਿੱਚੋਂ ਸਿੱਖਿਆ ਹੋਇਆ ਸਾਡੇ ਨਾਲ ਸਾਂਝਾ ਕੀਤਾ। ਸਾਰਾ ਹੀ ਮੁੱਲਵਾਨ ਸੀਗਾ। ਬਹੁਤ ਵਾਰੀ ਗੱਲਾਂ ਹੋਈਆਂ ਕਿ ਪੰਜਾਬੀ ਭਾਸ਼ਾ ਨੂੰ ਖਤਰਾ। ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਜੇ ਇੱਥੇ ਵਿਦੇਸ਼ ਦੀ ਧਰਤੀ 'ਤੇ ਇੰਨਾ ਇਕੱਠ ਹੋ ਸਕਦਾ, ਅਸੀਂ ਬੈਠ ਕੇ ਵਿਚਾਰਾਂ ਕਰ ਸਕਦੇ ਹਾਂ, ਚਰਚਾਵਾਂ ਕਰ ਸਕਦੇ ਹਾਂਗੇ, ਚੱਠਾ ਸਾਹਿਬ ਇਸ ਨੂੰ ਵੀ ਅਗਵਾਈ ਕਰ ਸਕਦੇ ਨੇ, ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਨੂੰ ਕਦੇ ਵੀ ਖਤਰਾ ਹੋਊਗਾ। ਅਤੇ ਕੁਝ ਕੰਮ ਸਾਡੇ ਦੁਆਰਾ ਕੀਤੇ ਗਏ ਨੇ, ਸਾਡੀ ਟੀਮ ਦੁਆਰਾ ਕੀਤੇ ਗਏ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੀ ਆ। ਉਹਦੇ ਵਿੱਚੋਂ ਮੇਰਾ ਜਿਹੜਾ ਖੋਜ ਦਾ ਵਿਸ਼ਾ ਉਹ ਪੰਜਾਬੀ ਭਾਸ਼ਾ, ਟੈਕਨੋਲੋਜੀ ਨੂੰ ਲੈ ਕੇ, ਤਕਨੀਕ ਨੂੰ ਲੈ ਕੇ ਅਸੀਂ ਕਿਵੇਂ ਪੰਜਾਬੀ ਭਾਸ਼ਾ ਨੂੰ ਤਕਨੀਕ ਦੇ ਹਾਣ ਦਾ ਬਣਾ ਸਕਦੇ ਹਾਂ, ਉਹਦੇ ਨਾਲ ਸੰਬੰਧਿਤ ਕੁਝ ਕੋਸ਼ਿਸ਼ਾਂ ਨੇਗੀਆਂ। ਉਹਨਾਂ ਦਾ ਜ਼ਿਕਰ ਆ ਜਿਹੜਾ ਮੈਂ ਆਪਣੀ ਗੱਲਬਾਤ ਦੇ ਵਿੱਚ ਕਰਾਂਗਾ, ਜਿਹਦੇ 'ਚੋਂ ਮੇਰਾ ਅੱਜ ਜਿਹੜਾ ਫੋਕਸ ਆ, ਅੱਜ ਦਾ ਜਿਹੜਾ ਮੇਰਾ ਧਿਆਨ ਕੇਂਦਰਿਤ ਰਹੇਗਾ ਉਹ ਪੰਜਾਬੀ ਭਾਸ਼ਾ ਦੇ ਅਧਿਐਨ ਅਤੇ ਅਧਿਆਪਨ ਵਿੱਚ ਤਕਨੋਲੋਜੀ ਦਾ ਯੋਗਦਾਨ। ਅਤੇ ਬਹੁਤ ਸਾਰੀਆਂ ਸੰਭਾਵਨਾਵਾਂ ਨੇ, ਬਹੁਤ ਸਾਰੇ ਸਾਡੇ ਕੋਲ ਹੋਰ ਤਰੀਕੇ ਉਲੀਕੇ ਜਾ ਸਕਦੇ ਨੇ, ਜਿਹਦੇ ਨਾਲ ਅਸੀਂ ਵਿਦੇਸ਼ਾਂ ਦੇ ਵਿੱਚ ਬੈਠ ਕੇ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਪੰਜਾਬੀ ਭਾਸ਼ਾ ਦੇ ਨਾਲ ਦੇ ਮਟੀਰੀਅਲ ਦੇ ਨਾਲ ਰੂਬਰੂ ਹੋ ਸਕਦੇ ਹਾਂਗੇ। ਮੇਰਾ ਦੋ ਪੱਖਾਂ ਦੇ ਉੱਤੇ ਮੈਂ ਕੇਂਦਰਿਤ ਰਹਿਣਾ ਕਿ ਅਸੀਂ ਇੰਟਰਨੈਟ ਦੇ ਯੁੱਗ ਦੇ ਵਿੱਚ, ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਸੀਂ ਪੰਜਾਬੀ ਭਾਸ਼ਾਈ ਸਮੱਗਰੀ, ਗਿਆਨ ਵਿਗਿਆਨ ਦੀ ਜਿਹੜੀ ਸਮੱਗਰੀ ਆ, ਲੈਂਗੁਏਜ ਟੈਕਨੋਲੋਜੀ ਦੀ ਸਮੱਗਰੀ ਆ, ਜਾਂ ਹੋਰ ਉਚੇਰੀ ਸਿੱਖਿਆ ਦੇ ਵਿਸ਼ਿਆਂ ਦੀ ਸਮੱਗਰੀ ਆ, ਉਹਨੂੰ ਇੰਟਰਨੈਟ ਦਾ ਹਿੱਸਾ ਕਿਵੇਂ ਬਣਾ ਸਕਦੇ ਹਾਂਗੇ। ਦੂਸਰਾ, ਅਸੀਂ ਤਕਨੀਕ ਦੇ ਜ਼ਰੀਏ ਪੰਜਾਬੀ ਭਾਸ਼ਾ ਦਾ ਅਧਿਆਪਨ ਕਿਵੇਂ ਕੀ ਕਰ ਸਕਦੇ ਹਾਂਗੇ। ਦੋਵੇਂ ਪ੍ਰੋਜੈਕਟ ਸਾਡੀ ਟੀਮ ਦੁਆਰਾ ਕੰਪਲੀਟ ਕੀਤੇ ਗਏ ਨੇ, ਜਿਹਦੇ ਵਿੱਚ ਮੈਂ ਵੀ ਮੁੱਖ ਭੂਮਿਕਾ ਨਿਭਾਉਣਾ। ਅਤੇ ਗੱਲ ਕਰੀਏ, ਅਸੀਂ ਬਹੁਤੀਆਂ ਲੰਬੀਆਂ ਚੌੜੀਆਂ ਨਾ ਗੱਲਾਂ ਕਰੀਏ, ਅਤੇ ਇੱਕ ਗੱਲ ਅਕਸਰ ਹੀ ਚੱਲਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਭਾਸ਼ਾਵਾਂ ਨੂੰ ਖਤਰਾ। ਕਈ ਵਾਰੀ ਗੱਲ ਕਰਦੇ ਆ ਕਿ ਯੂਨੈਸਕੋ ਦੀ ਰਿਪੋਰਟ ਆ ਜਿਹਦੇ ਰਾਹੀਂ ਪੰਜਾਬੀ ਭਾਸ਼ਾ ਨੂੰ ਖਤਰਾ। ਯੂਨੈਸਕੋ ਦੀ ਰਿਪੋਰਟ ਇਹ ਨਹੀਂ ਕਹਿੰਦੀ ਕਿ ਪੰਜਾਬੀ ਭਾਸ਼ਾ ਨੂੰ ਖਤਰਾ। ਉਸ ਦੇ ਵਿੱਚ 9 ਨੁਕਤੇ ਲਏ ਗਏ ਨੇ, ਜਿਨ੍ਹਾਂ ਦੇ ਅਨੁਸਾਰ ਜਿਹੜੀਆਂ ਭਾਸ਼ਾਵਾਂ ਉਸ ਨੁਕਤਿਆਂ ਦੇ ਅਨੁਸਾਰ ਹੀ ਹੋਣਗੀਆਂ ਉਹਨਾਂ ਨੂੰ ਖਤਰਾ। ਜਿਹਦੇ ਨਾਲ ਸਿੱਧਾ ਸਾਡਾ 2 ਨੁਕਤਿਆਂ ਦੇ ਨਾਲ ਕੰਸਰਨ ਆ ਕਿ ਜਿਹੜੀਆਂ ਭਾਸ਼ਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੇ ਹਾਣ ਦੀਆਂ ਬਣ ਕੇ ਨਹੀਂ ਚੱਲਣਗੀਆਂ, ਖਾਸ ਕਰਕੇ ਨਿਊ ਟੈਕਨੋਲੋਜੀ ਦੇ ਹਾਣ ਦੀਆਂ ਨਹੀਂ ਹੋਣਗੀਆਂ, ਜਾਂ ਨਿਊ ਡੋਮੇਨ ਦੇ ਨਾਲ ਜੁੜ ਕੇ ਨਹੀਂ ਚੱਲਣਗੀਆਂ, ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਤਮ ਹੋਣ ਦੇ ਅੰਦਾਜ਼ੇ ਨੇ ਉਹ ਕਿਆਸੇ ਜਾ ਸਕਦੇ ਨੇਗੇ। ਜਿਹਦੇ ਵਿੱਚੋਂ ਅਸੀਂ 2 ਪ੍ਰੋਜੈਕਟਾਂ ਦੇ ਉੱਤੇ ਕੰਮ ਕੀਤਾ, ਇੱਕ ਪੰਜਾਬੀ ਪੀਡੀਆ, ਇੱਕ ਪੰਜਾਬੀ ਗਿਆਨ। ਪੰਜਾਬੀ ਪੀਡੀਆ ਦੇ ਰਾਹੀਂ ਅਸੀਂ ਜਿਹੜਾ ਗਿਆਨ ਆ ਇੰਟਰਨੈਟ ਦੀ ਦੁਨੀਆ ਦੇ ਉੱਤੇ ਇੱਕ ਕਲਿੱਕ ਦੀ ਦੂਰੀ 'ਤੇ, ਅਤੇ ਪੰਜਾਬੀ ਗਿਆਨ ਦੇ ਰਾਹੀਂ ਅਸੀਂ ਕਿਵੇਂ ਪੰਜਾਬੀ ਸਿੱਖ ਸਕਦੇ ਹਾਂਗੇ। ਅਤੇ ਪੰਜਾਬੀ ਪੀਡੀਆ ਇਹਦੀ ਜ਼ਰੂਰਤ ਕਿਉਂ ਪਈ ਕਿ ਆਨਲਾਈਨ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ੍ਹ ਬੱਚੇ ਨੇ ਜਿਹੜੇ ਉਹ ਗੂਗਲ ਕਰਦੇ ਨੇ, ਗੂਗਲ ਰਾਹੀਂ ਸਰਚ ਕਰਦੇ ਨੇ। ਜਿਹੜੀ ਚੀਜ਼ ਇੰਟਰਨੈਟ ਦਾ ਜਾਂ ਕੰਪਿਊਟਰ ਦਾ ਟੈਕਨੋਲੋਜੀ ਦਾ ਹਿੱਸਾ ਨਹੀਂ ਹੁੰਦੀ, ਉਹਨਾਂ ਨੂੰ ਲੱਗਦਾ ਗਾ ਕਿ ਇਹ ਐਗਜ਼ਿਸਟ ਨਹੀਂ ਕਰਦੀ ਹੈਗੀ, ਜਿਹੜੀ ਨਹੀਂ ਮਿਲਦੀ ਹੈਗੀ। ਕਿਤਾਬਾਂ, ਭਾਵੇਂ ਕਿ ਮੈਂ ਇਹ ਨਹੀਂ ਕਹਿੰਦਾ, ਕਿਤਾਬ ਦਾ ਇੱਕ ਆਪਣਾ ਆਨੰਦ ਆ, ਕਿਤਾਬ ਰਾਹੀਂ ਗਿਆਨ ਹਾਸਲ ਕਰਨਾ ਇੱਕ ਉਹਦੀ ਇੱਕ ਆਪਣੀ ਵੈਲਿਊ ਹੈਗੀ। ਪਰ ਸਾਨੂੰ ਇੱਕਦਮ ਜ਼ਰੂਰਤ ਪੈਣ ਦੇ ਉੱਤੇ ਸਾਡੇ ਕੋਲ ਸਾਰਿਆਂ ਕੋਲ ਮੋਬਾਈਲ ਆ, ਟੈਕਨੋਲੋਜੀ ਆ, ਕੰਪਿਊਟਰ ਆ, ਤਾਂ ਜੋ ਅਸੀਂ ਕਿਤੇ ਵੀ ਬੈਠੇ ਹੋਏ ਗਿਆਨ ਦੇ ਨਾਲ ਰੂਬਰੂ ਹੋ ਸਕੀਏ। ਅਤੇ ਉਸ ਦੇ ਸਨਮੁਖ ਜਾਂ ਉਸ ਦੀ ਜ਼ਰੂਰਤ ਨੂੰ ਧਿਆਨ ਦੇ ਉੱਤੇ ਰੱਖਦੇ ਹੋਏ ਕਿ ਇੰਟਰਨੈਟ ਦੇ ਰਾਹੀਂ ਅਸੀਂ ਕਿਵੇਂ ਗਿਆਨ ਤੱਕ ਪਹੁੰਚ ਸਕਦੇ ਹਾਂਗੇ, ਪੰਜਾਬੀ ਪੀਡੀਆ ਜਿਹੜਾ ਉਹ ਤਿਆਰ ਕੀਤਾ ਗਿਆ। ਪੰਜਾਬੀ ਪੀਡੀਆ ਦੇ ਉੱਤੇ ਜਿਹੜੀ ਜਾਣਕਾਰੀ ਆ ਉਹ ਮੁਫਤ ਹੈਗੀ। ਤੁਸੀਂ ਕਿਸੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਬੈਠ ਕੇ ਉਹਨੂੰ ਵਰਤ ਸਕਦੇ ਹੋਗੇ। ਪੰਜਾਬੀ ਪੀਡੀਆ ਦੀ ਐਪ ਆਪਣੇ ਐਂਡਰਾਇਡ ਦੇ ਫੋਨ ਦੇ ਉੱਤੇ ਇੰਸਟਾਲ ਕਰ ਸਕਦੇ ਹੋਗੇ। ਕੰਪਿਊਟਰ ਦੇ ਉੱਤੇ ਡਾਇਰੈਕਟ ਤੁਸੀਂ ਪੰਜਾਬੀpedia.org ਕਰਕੇ ਉਹਨੂੰ ਲੱਭ ਸਕਦੇ ਹੋਗੇ। ਫਿਰ ਹੁਣ ਇੱਕ ਗੱਲ ਸੀ ਕਿ ਪੰਜਾਬੀ ਵਿਕੀਪੀਡੀਆ, ਮੈਂ ਵਿਕੀਪੀਡੀਆ ਦੇ ਉੱਤੇ ਵੀ ਕੰਮ ਕਰ ਰਿਹਾ। ਵਿਕੀਪੀਡੀਆ ਦੇ ਉੱਤੇ ਸਾਡੀ ਇੱਕ ਟੀਮ ਕੰਮ ਕਰ ਰਹੀ ਆ, ਮੇਰੇ ਵਿਦਿਆਰਥੀ ਕੰਮ ਕਰ ਰਹੇ ਨੇਗੇ। ਵਿਕੀਪੀਡੀਆ ਦੇ ਜਦੋਂ ਅਸੀਂ ਸ਼ੁਰੂ ਕੀਤਾ ਕੰਮ ਕਰਨਾ ਤਾਂ ਥੋੜ੍ਹੀ ਜਿਹੀ ਉਹਦੇ 'ਤੇ ਦਿੱਕਤਾਂ ਨੇ ਕਿ ਕੋਈ ਵੀ ਵਿਅਕਤੀ ਉਹਦੇ 'ਤੇ ਆ ਕੇ ਬਦਲਾਅ ਕਰ ਸਕਦਾ, ਕੋਈ ਵੀ ਉੱਥੇ ਚੇਂਜ ਕਰ ਸਕਦਾ ਗਾ। ਕਈ ਵਾਰੀ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਨੇ। ਉਹਦੇ ਬਾਰੇ ਮੇਰੇ ਕੋਲ ਕਹਾਣੀਆਂ ਮੈਂ ਨਹੀਂ ਸੁਣਾਵਾਂਗਾ ਕਿਉਂਕਿ ਟਾਈਮ ਇਜਾਜ਼ਤ ਨਹੀਂ ਦਿੰਦਾ ਹੈਗਾ।
ਹੁਣ ਵਿਕੀਪੀਡੀਆ ਬਹੁਤ ਸਾਰੀਆਂ ਭਾਸ਼ਾਵਾਂ ਦੇ ਉੱਤੇ ਕੰਮ ਕਰ ਰਿਹਾ, ਬਹੁਤ ਸਾਰੀਆਂ ਭਾਸ਼ਾਵਾਂ ਦੇ ਲਈ ਕੰਮ ਕਰ ਰਿਹਾ। ਉਹਦੇ ਦੁਆਰਾ ਕੱਲਾ ਪੰਜਾਬੀ ਨੂੰ ਵਿਸ਼ੇਸ਼ ਤਵੱਜੋ ਦੇਣਾ ਸੰਭਵ ਨਹੀਂ ਹੈਗਾ ਤੇ ਲੇਖਾਂ ਦੇ ਵਿੱਚ ਬਦਲਾਅ ਹੋ ਜਾਣਾ। ਪਰ ਪੰਜਾਬੀ ਪੀਡੀਆ ਦੀ ਜਿਹੜੀ ਸਮੱਗਰੀ ਆ, ਤੁਸੀਂ ਇਹਦੇ ਤੇ ਭਰੋਸਾ ਕਰ ਸਕਦੇ ਹੋ ਕਿਉਂਕਿ ਇਹ ਕਿਸੇ ਅਦਾਰੇ ਦੁਆਰਾ ਸੰਚਾਲਿਤ ਕੀਤਾ ਜਾਂਦਾ ਤੇ ਇਹਦੇ ਤੋਂ ਜਿਹੜੀ ਸਮੱਗਰੀ ਹੈਗੀ ਉਹ ਵਿਦਵਾਨਾਂ ਦੁਆਰਾ ਆਪਣੇ ਤਜਰਬੇ ਦੇ ਵਿੱਚੋਂ ਤਿਆਰ ਕਰਕੇ ਪ੍ਰਕਾਸ਼ਿਤ ਹੋਈ ਸਮੱਗਰੀ ਜਿਹੜੀ ਉਹ ਪੰਜਾਬੀ ਪੀਡੀਆ ਦਾ ਹਿੱਸਾ ਜਿਹੜੀ ਉਹ ਬਣਾਈ ਜਾ ਰਹੀ ਹੈਗੀ। ਇਸੇ ਤਰ੍ਹਾਂ ਹੀ ਇਹ ਕੁਝ ਸਰੋਤ ਨੇਗੇ ਜਿਹੜੇ ਪੰਜਾਬੀ ਪੀਡੀਆ ਦਾ ਹਿੱਸਾ ਬਣਾਏ ਗਏ ਨੇ। ਲਿਸਟ ਬਹੁਤ ਲੰਮੀ ਆ, ਮੈਂ ਇਹਨੂੰ ਸਕਿਪ ਕਰਾਂਗਾ, ਇਹਦੇ ਤੇ ਸਮਾਂ ਨਹੀਂ ਲਾਵਾਂਗਾ। ਹੁਣ ਕੁੱਲ 1,73,612 ਇੰਦਰਾਜ ਜਿਹੜੇ ਪੰਜਾਬੀ ਪੀਡੀਆ ਦਾ ਹਿੱਸਾ ਬਣ ਚੁੱਕੇ ਨੇ, ਜਿਹਦੇ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਤੋਂ ਇਲਾਵਾ ਤੁਸੀਂ ਕੰਪਿਊਟਰ ਵਿਗਿਆਨ ਨਾਲ, ਜਿਓਲੋਜੀ ਦੇ ਨਾਲ, ਤੁਸੀਂ ਕਾਨੂੰਨ ਵਿਸ਼ਾਕੋਸ਼, ਤੁਸੀਂ ਬਾਲ ਵਿਸ਼ਵਕੋਸ਼, ਕਿੰਨੇ ਸਾਰੇ ਵਿਸ਼ੇ ਨੇ ਜਿਹੜੇ ਉਹ ਪੰਜਾਬੀ ਪੀਡੀਆ ਉੱਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਵੀ ਤੁਸੀਂ ਪੰਜਾਬ ਦੇ ਸ਼ਹਿਰਾਂ ਦੇ ਨਾਮ, ਦੁਨੀਆ ਦੇ ਪ੍ਰਮੁੱਖ ਸ਼ਹਿਰਾਂ ਦੇ ਨਾਮ, ਦੁਨੀਆ ਦੇ ਵਿਸ਼ੇਸ਼ ਸੰਕਲਪ ਨੇ, ਜਦੋਂ ਪੰਜਾਬੀ ਪੀਡੀਆ ਦੇ ਸਰਚ ਬਾਕਸ ਵਿੱਚ ਜਾ ਕੇ ਲੱਭੋਗੇ ਤਾਂ ਤੁਹਾਨੂੰ ਜ਼ਰੂਰ ਉਹਦੇ ਬਾਰੇ ਚਾਹੇ 2 ਲਾਈਨਾਂ ਦੇ ਵਿੱਚ ਮਿਲੇ, ਚਾਹੇ 10 ਦੇ ਵਿੱਚ ਮਿਲੇ, ਚਾਹੇ 2 ਪੇਜ ਦੇ ਵਿੱਚ ਮਿਲੇ, ਕੁਝ ਨਾ ਕੁਝ ਮਿਲੇਗਾ। ਹੁਣ ਇਸ ਤਰ੍ਹਾਂ ਇੰਨੇ ਇੰਦਰਾਜਾਂ ਨੂੰ ਲੈ ਕੇ ਜੇ ਗੱਲ ਕਰੀਏ, ਇਹ ਪੰਜਾਬੀ ਪੀਡੀਆ ਜਦੋਂ ਰਿਲੀਜ਼ ਹੋਇਆ ਉਹਦੀਆਂ ਕੁਝ ਤਸਵੀਰਾਂ ਨੇਗੀਆਂ, ਇਹਨਾਂ ਨੂੰ ਵੀ ਮੈਂ ਛੇਤੀ ਸਕਿਪ ਕਰਾਂਗਾ, ਇਹ 'ਤੇ ਸਮਾਂ ਨਹੀਂ ਲਾਵਾਂਗਾ। ਇਹ ਪੰਜਾਬੀ ਪੀਡੀਆ ਦੇ ਵਿੱਚ ਸਰਚ ਕਿਵੇਂ ਕਰਨੀ ਆ, ਤੁਸੀਂ ਲੱਭਣਾ ਕਿਵੇਂ ਆ, ਕਿਉਂਕਿ ਮੈਂ ਇੱਕ ਦੱਸ ਦਿੱਤਾ ਪ੍ਰੋਜੈਕਟ ਬਾਰੇ, ਪਰ ਤੁਸੀਂ ਉਹਨੂੰ ਵਰਤੋਂ ਕਿਵੇਂ ਕਰਨੀ ਆ। ਇਹ ਪੰਜਾਬੀ ਪੀਡੀਆ ਦਾ ਸਰਚ ਬਾਕਸ ਆ, ਇੱਥੇ ਜਾ ਕੇ ਤੁਸੀਂ ਆਪਣੇ ਲੋੜੀਂਦੀ ਸਮੱਗਰੀ ਦੀ ਭਾਲ ਜਿਹੜੀ ਉਹ ਕਰ ਸਕਦੇ ਹੋ। ਥੋੜ੍ਹਾ ਜਿਹਾ ਇਹ ਗੂਗਲ ਦੇ ਤਰਜ਼ ਦੇ ਉੱਤੇ ਰੱਖਿਆ ਗਿਆ, ਪਰ ਗੂਗਲ ਨਾਲੋਂ ਵੱਖਰਾ ਇਹ ਆ ਕਿ ਇੱਥੇ ਪੰਜਾਬੀ ਦੀ ਟਾਈਪਿੰਗ ਦੇ ਲਈ ਪੰਜਾਬੀ ਦੇ ਕੀਬੋਰਡ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਆਓ ਅਤੇ ਲੱਭੋ, ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਨੇਗੀਆਂ। ਜਦੋਂ ਤੁਸੀਂ ਇੱਥੇ ਟਾਈਪ ਕਰੋਗੇ, ਤੁਸੀਂ ਰੋਮਨ ਦੇ ਵਿੱਚ ਟਾਈਪ ਕਰੋ ਤਾਂ ਵੀ ਪੰਜਾਬੀ ਪੀਡੀਆ ਕੋਲੇ ਜਿਹੜੇ ਇੰਦਰਾਜ ਨੇਗੇ ਉਹਨਾਂ ਦੇ ਸੁਝਾਅ ਤੁਹਾਨੂੰ ਦੇਗਾ, ਤੁਸੀਂ ਉਹਦੇ ਰਾਹੀਂ ਲੱਭ ਸਕਦੇ ਹੋ। ਇਸੇ ਤਰ੍ਹਾਂ ਹੀ ਤੁਸੀਂ ਇਨਸਕ੍ਰਿਪਟ ਕੀਬੋਰਡ, ਇੰਡਿਕ ਸਕ੍ਰਿਪਟ ਜਿਹਨੂੰ ਕਹਿੰਦੇ ਹੈਗੇ, ਦੁਨੀਆ ਦੇ ਹਰੇਕ ਕੰਪਿਊਟਰ ਦੇ ਵਿੱਚ ਉਹ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਗਾ, ਤੁਸੀਂ ਸਿਰਫ ਸੈਟਿੰਗ ਦੇ ਵਿੱਚ ਜਾ ਕੇ ਐਡ ਕਰਨਾ, ਉਹਦੀ ਵਰਤੋਂ ਕਰ ਸਕਦੇ ਹੋਗੇ। ਪੀ ਤੋਂ ਪੱਪਾ, ਕੇ ਤੋਂ ਕੱਕਾ, ਐਸ ਤੋਂ ਸੱਸਾ, ਇਸ ਤਰ੍ਹਾਂ ਤੁਸੀਂ ਫੋਨੈਟਿਕ ਕੀਬੋਰਡ ਦੀ ਮਦਦ ਦੇ ਨਾਲ ਵੀ ਇੱਥੇ ਭਾਲ ਆਈਡੀ ਆਪਣੀ ਇੰਦਰਾਜਾਂ ਦੀ ਕਰ ਸਕਦੇ ਹੋਗੇ। ਰਿਗਮੈਂਟਰ ਸਟਾਈਲ ਆ, ਅਤੇ ਇਸੇ ਤਰ੍ਹਾਂ ਹੀ ਤੁਸੀਂ ਗਲਤ ਸ਼ਬਦ ਜੋੜ ਵੀ ਪਾਓਗੇ ਤਾਂ ਵੀ ਪੰਜਾਬੀ ਪੀਡੀਆ ਦਾ ਸਰਚ ਬਾਕਸ ਆ, ਥੋੜ੍ਹੀ ਜਿਹੀ AI ਇਹਦੇ ਵਿੱਚ ਵਰਤੀ ਹੋਈ ਹੈ, ਅਸੀਂ ਇੰਟੈਲੀਜੈਂਟ ਬਣਾਇਆ ਹੋਇਆ, ਤਾਂ ਜੋ ਯੂਜ਼ਰ ਕੀ ਲੱਭਣਾ ਚਾਹੁੰਦਾ ਗਾ ਉਹਨੂੰ ਇਹ ਸੁਝਾਅ ਦੇ ਕੇ ਉਹ ਉਸਦੇ ਤੱਕ ਪਹੁੰਚਦਾ ਹੋ ਸਕੇ। ਇਸੇ ਤਰ੍ਹਾਂ ਹੀ ਇਹ ਕੁਝ ਹੋਰ ਤਰੀਕੇ ਨੇਗੇ ਬਿਨਾਂ ਮਾਤਰਾਵਾਂ ਦੇ ਤੁਸੀਂ ਸਰਚ ਕਰਨੀਆਂ, ਉਹ ਵੀ ਪੰਜਾਬੀ ਪੀਡੀਆ 'ਤੇ ਤੁਸੀਂ ਸਰਚ ਕਰ ਸਕਦੇ ਹੋਗੇ। ਕੁਝ ਜਿੰਨੇ ਵੀ ਲੇਖ ਪੜ੍ਹ ਰਹੇ ਹੋ, ਜਿਵੇਂ ਅਸ਼ਟਪਦੀ ਬਾਰੇ ਪੜ੍ਹ ਰਹੇ ਹੋਗੇ, ਉਹਦੇ ਨਾਲ ਮਿਲਦੇ ਜੁਲਦੇ ਵਿਸ਼ੇ ਨੇ ਜਿਹੜੇ ਆਰਤੀ, ਕਵਿਸ਼ਰੀ, ਕਾਵ ਨਾਟਕ, ਕੀਰਨਾ, ਅਲਾਉਣੀਆਂ, ਉਹ ਕਾਵ ਰੂਪ ਨਾਲ ਉਹਦੇ ਨਾਲ ਮਿਲਦੇ ਜੁਲਦੇ ਉਹ ਵੀ ਉਹਨੇ ਦਿਖਾਉਣੇ ਸ਼ੁਰੂ ਕਰ ਦੇਣੇ ਨੇ। ਨਾਲ ਹਾਈਪਰਲਿੰਕ ਲੱਗੇ ਹੁੰਦੇ ਨੇ, ਤੁਸੀਂ ਉਹਨਾਂ ਦੇ ਉੱਤੇ ਕਲਿੱਕ ਕਰਕੇ ਉਹਦੇ ਬਾਰੇ ਪੜ੍ਹ ਸਕਦੇ ਹੋਗੇ। ਜਿਵੇਂ ਗੁਰੂ ਅਮਰਦਾਸ ਜੀ ਬਾਰੇ ਪੜ੍ਹ ਰਹੇ ਸੀ, ਵਿੱਚ ਅੰਮ੍ਰਿਤਸਰ ਸ਼ਬਦ ਗ੍ਰੀਨ ਹੋਇਆ ਹੈਗਾ, ਅਸੀਂ ਉੱਤੇ ਕਲਿੱਕ ਕਰਾਂਗੇ ਤਾਂ ਅੰਮ੍ਰਿਤਸਰ ਬਾਰੇ ਅਸੀਂ ਪੜ੍ਹ ਸਕਾਂਗੇ। ਇਸ ਤਰ੍ਹਾਂ ਤੁਸੀਂ ਰਜਿਸਟਰਡ ਹੋ ਕੇ ਆਪਣੇ ਸੁਝਾਅ ਵੀ ਪੰਜਾਬੀ ਪੀਡੀਆ 'ਤੇ ਦੇ ਸਕਦੇ ਹੋਗੇ। ਤੁਹਾਡੇ ਆਪਣੇ ਜਿਹੜੇ ਵੈਲਿਊਏਬਲ ਤੁਹਾਡੀ ਕੋਈ ਫੀਡਬੈਕ ਆ ਉਹ ਵੀ ਸਾਡੇ ਤੱਕ ਪਹੁੰਚ ਸਕਦੀ ਹੈਗੀ। ਇਸੇ ਤਰ੍ਹਾਂ ਹੀ ਖਾਤੇ ਦੇ ਵਿੱਚ ਵੀ ਤੁਸੀਂ ਸੰਭਾਲ ਸਕਦੇ ਹੋ, ਕਿਸੇ ਵੀ ਕੰਪਿਊਟਰ ਦੇ ਉੱਤੇ, ਕਿਸੇ ਵੀ ਡਿਵਾਈਸ ਦੇ ਉੱਤੇ, ਮੋਬਾਈਲ ਦੇ ਉੱਤੇ ਤੁਸੀਂ ਜਦੋਂ ਦੂਜੀ ਵਾਰੀ ਲੌਗਇਨ ਕਰੋਗੇ, ਜੋ ਤੁਸੀਂ ਪੜ੍ਹ ਰਹੇ ਹੋਗੇ, ਜੋ ਸੰਭਾਲਿਆ ਹੋਇਆਗਾ ਉਹ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਸਾਂਭਿਆ ਜਾਏਗਾ, ਤਾਂ ਜੋ ਭਵਿੱਖ ਦੇ ਵਿੱਚ ਤੁਸੀਂ ਉਹਦੀ ਵਰਤੋਂ ਕਿਤੇ ਵੀ ਕਰ ਸਕੋ। ਅਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਫੀਚਰ ਨੇਗੇ ਜਿਨ੍ਹਾਂ ਦਾ ਜ਼ਿਕਰ ਮੈਂ ਨਹੀਂ ਕਰਾਂਗਾ। ਤੁਸੀਂ ਜਦੋਂ ਪੰਜਾਬੀpedia.org 'ਤੇ ਜਾਓਗੇ ਤੁਹਾਨੂੰ ਬਹੁਤ ਕੁਝ ਆਪਣੇ ਆਪ ਹੀ ਸੁਝਾਅ ਰੂਪ ਦੇ ਵਿੱਚ ਉੱਥੇ ਮਿਲ ਜਾਵੇਗਾ। ਕੁੱਲ ਮਿਲਾ ਕੇ ਜੇ ਗੱਲ ਕਰੀਏ, ਪੰਜਾਬੀ ਪੀਡੀਆ ਦੇ ਉੱਤੇ ਜਿਹੜੀ ਸਮੱਗਰੀ ਹੈਗੀ 1,73,612 ਇੰਦਰਾਜਾਂ ਨੂੰ ਕੁੱਲ 6 ਕਰੋੜ ਦੇ ਲਗਭਗ ਵਾਰੀ ਵੇਖਿਆ ਗਿਆ ਅਤੇ 53 ਮੁਲਕਾਂ ਦੇ ਵਿੱਚ ਇਹ ਲਗਾਤਾਰ ਵੇਖਿਆ ਅਤੇ ਪੜ੍ਹਿਆ ਜਾ ਰਿਹਾ। ਜਦੋਂ ਲੋਕਡਾਊਨ ਚੱਲ ਰਿਹਾ ਸੀਗਾ ਉਦੋਂ ਪੰਜਾਬੀ ਪੀਡੀਆ ਦੀ ਮੰਗ ਬਹੁਤ ਵਧੀ ਅਤੇ ਬਹੁਤ ਸਾਰੇ ਇੰਦਰਾਜ, ਬਹੁਤ ਸਾਰੀ ਸਮੱਗਰੀ, ਵਿਦਿਆਰਥੀਆਂ ਦੀ ਜ਼ਰੂਰਤ ਦੇ ਅਨੁਸਾਰ ਸਮੱਗਰੀ ਅਸੀਂ ਪੰਜਾਬੀ ਪੀਡੀਆ ਦਾ ਹਿੱਸਾ ਵੀ ਬਣਾਇਆ। ਪਰ ਮੈਂ ਇੱਥੇ ਤੁਹਾਡੇ ਅੱਗੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿੰਨੀ ਇਹਦੀ ਮੰਗ ਆ ਗਈ ਉਸ ਆਧਾਰ ਦੇ ਉੱਤੇ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਇੱਕ ਕਹਾਵਤ ਹੈ ਕਿ ਸ਼ੇਰ 'ਚੋਂ ਪੂਣੀ ਵੀ ਹਲੇ ਅਸੀਂ ਨਹੀਂ ਕੱਤੀ ਹੈਗੀ। ਅਸੀਂ ਬਹੁਤ ਥੋੜ੍ਹੇ ਹਿੱਸਾ ਇਹਦੇ 'ਤੇ ਅਪਲੋਡ ਕਰ ਚੁੱਕੇ ਹਾਂਗੇ, ਕਰਿਆ ਅਤੇ ਗੂਗਲ ਦੇ ਰਾਹੀਂ ਅਸੀਂ ਭਾਵੇਂ ਕਿ ਅਸੀਂ ਇੱਕ ਪਾਸਿਓਂ ਡਿਵੈਲਪ ਕਰ ਰਹੇ ਹਾਂਗੇ, ਪਰ ਨਾਲ ਇਸ ਤਕਨੀਕ ਦੇ ਉੱਤੇ ਡਿਵੈਲਪ ਕੀਤਾ ਕਿ ਗੂਗਲ ਇਹਨੂੰ ਪ੍ਰਮੋਟ ਕਰੇ, ਗੂਗਲ ਇਹਦੇ ਉੱਤੇ ਪਈ ਹੋਈ ਸਮੱਗਰੀ ਨੂੰ ਲੱਭ ਕੇ ਪਾਠਕਾਂ ਤੱਕ ਪਹੁੰਚਾਵੇ। ਕਿਵੇਂ ਪੰਜਾਬੀ ਪੀਡੀਆ ਗੂਗਲ ਦੇ ਵਿੱਚ ਲਿਖੋਗੇ ਤਾਂ ਪੰਜਾਬੀ ਪੀਡੀਆ ਤੱਕ ਪਹੁੰਚਦਾ। ਕਿੱਕਲੀ ਜੋ ਉਹਦੇ ਕੋਲ ਮਟੀਰੀਅਲ ਆ ਕਿੱਕਲੀ ਬਾਰੇ ਅਤੇ ਕਿੱਕਲੀ ਦੀ ਪਰਿਭਾਸ਼ਾ ਕੀ ਆ, ਕਿੱਕਲੀ ਹੈ ਕੀ ਆ, ਇਹਦੇ ਬਾਰੇ ਉਹ ਸਾਰੀ ਗੂਗਲ ਦੇ
ਸਰਚ ਕਰਕੇ ਪਾਠਕਾਂ ਨੂੰ ਦੇਣੀ ਆ। ਸੰਗਰੂਰ ਬਾਰੇ ਪੜ੍ਹਨਾ ਹੋਵੇ ਜਾਂ ਹੋਰ ਬਹੁਤ ਸਾਰੇ ਜਿਹੜੇ ਇੰਦਰਾਜ ਪੰਜਾਬੀ ਪੀਡੀਆ ਕੋਲੇ ਹੈਗੇ ਨੇ, ਜੇ ਤੁਸੀਂ ਗੂਗਲ ਦੇ ਵਿੱਚ ਪਾਓਗੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗੂਗਲ ਕੋਲੇ ਆਪਣਾ ਕੁਝ ਨਹੀਂ, ਉਹਨੇ ਅੱਗੋਂ ਲੱਭ ਕੇ ਦੇਣਾ ਹੁੰਦਾ। ਪਰ ਬੜੀ ਖੁਸ਼ੀ ਦੀ ਗੱਲ ਆ ਕਿ ਜੇ ਅੱਜ ਕੱਲ੍ਹ ਤੁਸੀਂ ਪੰਜਾਬੀ ਗੂਗਲ ਦੇ ਉੱਤੇ ਕੁਝ ਪੰਜਾਬੀ 'ਚ ਸਰਚ ਕਰਦੇ ਹੋ, ਬਹੁਤ ਸਾਰੇ ਰੈਫਰੈਂਸ ਪੰਜਾਬੀ ਪੀਡੀਆ ਦੇ ਉਹਦੇ ਵੱਲੋਂ ਦਿੱਤੇ ਜਾਂਦੇ ਨੇ। ਇਸੇ ਤਰ੍ਹਾਂ ਹੀ ਇੱਕ ਕਿਤਾਬਾਂ ਦਾ ਪ੍ਰੋਜੈਕਟ ਅਸੀਂ ਸਕੈਨ ਕਰਕੇ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹੜਾ ਕਿ ਬਹੁਤਾ ਜ਼ਿਆਦਾ ਹਾਲੇ ਅਸੀਂ ਸਕਸੈਸ ਨਹੀਂ ਕਰ ਸਕੇ। ਇਸੇ ਤਰ੍ਹਾਂ ਹੀ ਪੰਜਾਬੀ ਪੀਡੀਆ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੇ, ਐਪ ਵਾਲਾ ਅਸੀਂ ਕੰਮ ਕੰਪਲੀਟ ਕਰ ਚੁੱਕੇ ਹਾਂਗੇ ਅਤੇ ਹੋਰ ਬਹੁਤ ਸਾਰੇ ਕੰਮ ਨੇੜੇ ਉਹ ਹਾਲੇ ਚੱਲ ਰਹੇ ਨੇਗੇ। ਇਹ ਤਕਨੀਕੀ ਸਮੱਸਿਆਵਾਂ ਨੇ, ਇੱਥੇ ਜੇ ਮੈਂ ਜ਼ਿਕਰ ਕਰਨ ਲੱਗ ਗਿਆ ਤਾਂ ਕਾਫੀ ਤੁਸੀਂ ਬੋਰੀਅਤ ਮਹਿਸੂਸ ਕਰੋਗੇ। ਤੁਹਾਡੇ ਦੋ ਹੀ ਪੱਖ ਸੀਗੇ, ਦੋ ਹੀ ਪੱਖ ਮੈਂ ਇੱਥੇ ਤੁਹਾਡੇ ਨਾਲ ਸਾਂਝੇ ਕਰ ਲਏ ਨੇਗੇ। ਇਹ ਫਲੋ ਚਾਰਟ ਆ, ਕੰਮ ਕਿਵੇਂ ਕਰਦੇ ਹਾਂ ਅਸੀਂ ਪੰਜਾਬੀ ਪੀਡੀਆ ਦੇ ਉੱਤੇ। ਉੱਥੇ ਸਮੱਗਰੀ ਇੱਕ ਵਿਧੀਵਤ ਰੂਪ ਦੇ ਵਿੱਚ ਪਾਈ ਜਾਂਦੀ ਹੈਗੀ, ਉਸ ਨੂੰ ਪ੍ਰੂਫ ਰੀਡ ਕੀਤਾ ਜਾਂਦਾ, ਉਹਨੂੰ ਵੱਖਰੇ ਵੱਖਰੇ ਤਜਰਬੇ ਦੇ ਵਿੱਚ ਖੋਜ ਕਰ ਰਹੇ ਖੋਜਾਰਥੀਆਂ ਦੁਆਰਾ ਤਿਆਰ ਕੀਤਾ ਜਾਂਦਾ, ਤਾਂ ਜੋ ਪਾਠਕ ਆ ਉਹਦੇ 'ਤੇ ਭਰੋਸਾ ਕਰ ਸਕੇ ਅਤੇ ਉਹਦੇ 'ਤੇ ਵਿਸ਼ਵਾਸ ਕਰ ਸਕੇ। ਤੁਹਾਨੂੰ ਇਹ ਵੀ ਦੱਸ ਦਿਆਂ ਕਿ ਪੰਜਾਬੀ ਪੀਡੀਆ ਦਾ ਅਸੀਂ ਲੇਖ ਜ਼ਿਆਦਾਤਰ ਜਦੋਂ ਅਸੀਂ ਕੋਈ ਖੋਜ ਪੇਪਰ ਲਿਖ ਰਹੇ ਹੁੰਦੇ ਹਾਂ ਉਹਦੇ 'ਚ ਰੈਫਰੈਂਸ ਦੇ ਤੌਰ ਦੇ ਉੱਤੇ ਨਹੀਂ ਵਰਤ ਸਕਦੇ, ਪਰ ਪੰਜਾਬੀ ਪੀਡੀਆ ਦਾ ਅਸੀਂ ਬਤੌਰ ਰੈਫਰੈਂਸ ਵਰਤ ਸਕਦੇ ਹਾਂਗੇ। ਬਹੁਤ ਸਾਰੀਆਂ ਕੋਰਟਾਂ ਨੇ, ਬਹੁਤ ਸਾਰੇ ਸਰਕਾਰੀ ਅਦਾਰੇ ਨੇ ਜਿਹੜੇ ਅੱਜ ਕੱਲ੍ਹ ਪੰਜਾਬੀ ਪੀਡੀਆ ਦੇ ਡਾਟੇ ਨੂੰ ਫੋਲੋ ਕਰਕੇ ਚੱਲਦੇ ਨੇਗੇ। ਇਸੇ ਤਰ੍ਹਾਂ ਇੱਕ ਸਾਡਾ ਹੋਰ ਪ੍ਰੋਜੈਕਟ ਆ ਪੰਜਾਬੀ ਗਿਆਨ, ਮੇਰਾ ਇਹ ਪਸੰਦੀਦਾ ਪ੍ਰੋਜੈਕਟ ਆ। ਮੈਂ ਜਿਹੜੇ ਵਿਦੇਸ਼ੀ ਵਿਦਿਆਰਥੀ ਸੀ ਉਹਨਾਂ ਨੂੰ ਕੁਝ ਸਮਾਂ ਪੰਜਾਬੀ ਪੜ੍ਹਾਉਂਦਾ ਰਿਹਾ। ਅਸੀਂ ਇੱਕ ਆਨਲਾਈਨ ਪੰਜਾਬੀ ਸਕੂਲ ਵੀ ਚਲਾ ਰਹੇ ਹਾਂਗੇ, ਜਿਹਦੇ ਨਾਲ ਦੁਨੀਆ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਨਹੀਂ ਕਹਿ ਸਕਦੇ, ਦੋਸਤ ਮਿੱਤਰ ਜਿਹੜੇ ਵੱਡੇ ਨੇ, ਮੇਰੇ ਤੋਂ ਵੀ ਵੱਡੇ ਨੇ, ਉਹ ਵੀ ਪੰਜਾਬੀ ਸਿੱਖਦੇ ਨੇਗੇ। ਬੜੀ ਖੁਸ਼ੀ ਹੁੰਦੀ ਹੈਗੀ ਜਦੋਂ ਕੁਝ ਦੋਸਤ ਕਹਿੰਦੇ ਨੇ ਕਿ ਸਾਡੀ ਪੰਜਾਬੀ ਮੁੱਕ ਜਾਣੀ ਹੈਗੀ, ਕਿਉਂਕਿ ਸਾਡੇ ਉਲਟ ਹੁੰਦਾ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਾਡੀ ਅੰਗਰੇਜ਼ੀ ਮੁੱਕ ਜਾਣੀ ਹੈਗੀ। ਪਿੱਛੇ ਅਸੀਂ ਲੋਕਡਾਊਨ ਦੇ ਵਿੱਚ ਯੂਕੇ ਤੋਂ ਇੱਕ ਪ੍ਰੋਜੈਕਟ ਚਲਾ ਰਹੇ ਸੀਗੇ, ਪਾਇਲਟ ਪ੍ਰੋਜੈਕਟ ਸੀਗਾ। ਉਹਦੇ ਵਿੱਚ ਅਸੀਂ ਬਹੁਤ ਸਾਰੇ ਯੂਕੇ ਦੇ ਵਿਦਿਆਰਥੀ ਨੂੰ ਪੰਜਾਬੀ ਜਿਹੜੀ ਆਨਲਾਈਨ ਉਹ ਸਿਖਾਈ। ਇਹ ਪੰਜਾਬੀ ਗਿਆਨ ਇੱਕ ਐਨੀਮੇਟਡ ਪ੍ਰੋਗਰਾਮ ਆ। ਜਿਵੇਂ ਅਸੀਂ ਕਹਿੰਦੇ ਆ ਕਿ ਬੱਚੇ ਕਾਰਟੂਨ 'ਤੇ ਡਿਪੈਂਡ ਕਰਦੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੱਚਿਆਂ ਦੇ ਹੱਥ 'ਚ ਮੋਬਾਈਲ ਫੜਾ ਦਿਓ। ਬਹੁਤ ਸਾਰੇ ਅਸੀਂ ਦੋਸਤ ਮਿੱਤਰ ਦੇਖਦੇ ਹਾਂਗੇ ਕਿ ਬੱਚਾ ਰੋ ਰਿਹਾ, ਇਹਨੂੰ ਮੋਬਾਈਲ ਦੇ ਦਿਓ। ਪਰ ਜੇ ਮੋਬਾਈਲ ਦੇ ਵਿੱਚ ਕੁਝ ਅਜਿਹਾ ਹੋਊਗਾ ਜਿਹਦੇ 'ਚੋਂ ਬੱਚਾ ਕੁਝ ਸਾਰਥਕ ਸਿੱਖ ਸਕੇ, ਤਾਂ ਮੈਨੂੰ ਲੱਗਦਾ ਮੋਬਾਈਲ ਫੜਾਉਣਾ ਮੈਂ ਵੈਸੇ ਹੱਕ 'ਚ ਨਹੀਂ ਹੈਗਾ, ਮੋਬਾਈਲ ਬੱਚੇ ਨੂੰ ਦੇਣ ਦੇ ਬਿਲਕੁਲ ਵੀ ਹੱਕ 'ਚ ਨਹੀਂ ਹੈਗਾ, ਪਰ ਫਿਰ ਵੀ ਜੇ ਉਹਨੂੰ ਮੋਬਾਈਲ ਦਿੱਤਾ ਜਾਂਦਾ, ਜੇ ਕੁਝ ਉਹਦੇ ਕੋਲ ਸਾਰਥਕ ਪਹੁੰਚਦਾ ਤਾਂ ਉਹ ਚੰਗੀ ਗੱਲ ਹੈਗੀ। ਜਦੋਂ ਮੈਂ ਪੰਜਾਬੀ ਗਿਆਨ 'ਤੇ ਕੰਮ ਕਰ ਰਿਹਾ ਸੀਗਾ, ਮੇਰਾ ਭਾਣਜਾ ਸੀ ਛੋਟਾ ਜਿਹਾ, ਮੈਂ ਉਹਨੂੰ ਰਾਤ ਨੂੰ ਦਿਖਾ ਰਿਹਾ ਸੀ ਵੀ ਇਹ ਪੰਜਾਬੀ ਐਂ ਸਿੱਖੀ ਜਾ ਸਕਦੀ ਆ। ਸਵੇਰੇ ਉੱਠ ਕੇ ਕਹਿੰਦਾ ਮਾਸੜ ਜੀ ਪੰਜਾਬੀ ਸਿਖਾ ਦਿਓ ਮੈਨੂੰ। ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਜਿਸ ਕਾਰਜ ਲਈ ਚੱਲੇ ਸੀਗੇ ਬੱਚੇ ਉਦੋਂ ਤੋਂ ਅਟਰੈਕਟਿਵ ਹੋ ਰਹੇ। ਮੈਂ ਥੋੜ੍ਹਾ ਡੈਮੋ ਦੇ ਕੇ ਇਹਦਾ ਆਪਣੀ ਗੱਲਬਾਤ ਜਿਹੜੀ ਉਹ ਸਮਾਪਤ ਕਰਾਂਗਾ। ਹੋਰ ਸਾਡੇ ਕਾਫੀ ਪ੍ਰੋਜੈਕਟ ਨੇ ਕਿ ਤੁਸੀਂ ਬੋਲ ਕੇ ਪੰਜਾਬੀ 'ਚ ਟਾਈਪ ਕਿਵੇਂ ਕਰ ਸਕਦੇ ਹੋਗੇ, ਰੋਮਨ ਰਾਹੀਂ ਪੰਜਾਬੀ 'ਚ ਟਾਈਪ ਕਿਵੇਂ ਕਰ ਸਕਦੇ ਹੋ, ਪਰ ਕੋਸ਼ਿਸ਼ ਦਾ ਟਾਈਮ ਮੈਂ ਬਹੁਤ ਲੈ ਲਿਆ, ਸੰਖੇਪ 'ਚ ਰਹਿ ਕੇ ਗੱਲ ਕਰਾਂਗਾ ਅਤੇ ਬਸ ਤੁਹਾਨੂੰ ਥੋੜ੍ਹਾ ਡੈਮੋ ਦੇ ਕੇ ਆਪਣੀ ਗੱਲਬਾਤ ਜਿਹੜੀ ਉਹ ਖਤਮ ਕਰਾਂਗਾ। ਸਾਡੀ ਭਾਸ਼ਾ ਜੇ ਅੱਜ 7000 ਭਾਸ਼ਾਵਾਂ 'ਚੋਂ 10ਵੇਂ ਸਥਾਨ 'ਤੇ ਹੈ, 13ਵੇਂ ਸਥਾਨ 'ਤੇ ਹੈ, ਅਤੇ ਸਾਡਾ ਸ਼ਬਦਕੋਸ਼ ਅੱਜ ਦੁਨੀਆ ਦੇ ਭਾਸ਼ਾਵਾਂ ਸੰਬੰਧੀ 10 ਕੋਸ਼ਾਂ ਦੇ ਵਿੱਚ ਮੌਜੂਦ ਹੈ, ਅਤੇ ਅਸੀਂ 150 ਮੁਲਕਾਂ ਦੇ ਵਿੱਚ ਫੈਲੇ ਪੰਜਾਬੀ ਬੋਲ ਰਹੇ ਹਾਂ। ਅਤੇ ਜੇ ਕੋਈ ਮਾਮੂ ਕਹਿੰਦਾ ਉਹ ਕਿਸੇ ਸਰਕਾਰ ਦਾ ਜਾਂ ਕਿਸੇ ਸਾਜ਼ਿਸ਼ ਦਾ ਹਿੱਸਾ ਨਹੀਂ ਹੈ, ਉਹ ਉਸ ਘਰ ਦੀ ਪਰਿਵਾਰ ਦੀ ਸਾਜ਼ਿਸ਼ ਦਾ ਹਿੱਸਾ ਹੈ। ਜੇ ਸਾਡੇ ਬੱਚੇ ਪੰਜਾਬੀ ਤੋਂ ਦੂਰ ਹੋਏ ਨੇ, ਉਸ ਦੇ ਵਿੱਚ ਪਹਿਲੀ ਸਾਜ਼ਿਸ਼ ਅਸੀਂ ਰਚੀ ਹੈ ਉਸ ਤੋਂ ਦੂਰ ਹੋਣ ਬਾਰੇ। ਮੈਂ ਇਸ ਦੇ ਨਾਲ ਹੀ ਬੇਨਤੀ ਕਰੂੰਗਾ ਪ੍ਰੋਫੈਸਰ ਕੁਲਜੀਤ ਕੌਰ HMB ਕਾਲਜ ਜਲੰਧਰ ਹੋਰਾਂ ਨੂੰ ਕਿ ਉਹ ਮੰਚ 'ਤੇ ਆਉਣ ਅਤੇ ਸਾਡੇ ਨਾਲ ਪੰਜਾਬੀ ਭਾਸ਼ਾ ਨਾਲ ਸ਼ਬਦਾਂ ਦੀ ਸਾਂਝ। ਜਗਤ ਪੰਜਾਬੀ ਸਭਾ ਤੇ ਪੱਪਾ ਦੇ ਯਤਨਾਂ ਨਾਲ ਹੋ ਰਹੀ ਅੱਜ ਦੀ 9ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਬੋਲਣ ਦਾ ਸੁਭਾਗ ਮਿਲਿਆ, ਇਸ ਲਈ ਮੈਂ ਸ਼ੁਕਰਾਨਾ ਕਰਦੀ ਹਾਂ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ਦੀ, ਮੈਂ ਬਹੁਤੀਆਂ ਗੱਲਾਂ ਉਹ ਨਹੀਂ ਕਰਾਂਗੀ ਜਿਹੜੀਆਂ ਪਹਿਲਾਂ ਹੋ ਚੁੱਕੀਆਂ, ਉਹ ਗੱਲਾਂ ਮੈਂ ਨਹੀਂ ਕਰਾਂਗੀ। ਮੈਂ ਕੁਝ ਗੱਲਾਂ ਜੋ ਮੈਂ ਖੁਦ ਸੋਚਦੀ ਹਾਂ ਬਤੌਰ ਅਧਿਆਪਕਾ, ਮੈਂ ਹਾਇਰ ਐਜੂਕੇਸ਼ਨ ਨਾਲ ਜੁੜੀ ਹੋਈ ਹਾਂ, ਉੱਚ ਸਿੱਖਿਆ ਦੇ ਨਾਲ, ਅਤੇ ਕਾਲਜਾਂ ਦੇ ਵਿੱਚ ਪੰਜਾਬੀ ਲਾਜ਼ਮੀ ਹੈ। ਪੰਜਾਬ ਦੇ ਵਿੱਚ ਸਾਰੇ ਜਾਣਦੇ ਆ, ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਲਾਜ਼ਮੀ ਹੈ। ਇਹ ਇੱਕ ਬਹੁਤ ਹੀ ਚੰਗਾ ਸਾਡੇ ਵਾਸਤੇ ਯਤਨ ਸੁਭਾਗਾ ਸਾਡੇ ਲਈ ਹੈ ਕਿ ਸਰਕਾਰਾਂ ਨੇ ਇਹਨੂੰ ਲਾਗੂ ਕੀਤਾ, ਔਰ ਅੱਜ ਅਸੀਂ ਕੰਪਲਸਰੀ ਪੰਜਾਬੀ ਦੇ ਨਾਂ 'ਤੇ ਪੰਜਾਬੀ ਜਦੋਂ ਪੜ੍ਹਾਉਂਦੇ ਹਾਂ ਅਤੇ ਸਾਨੂੰ ਲੱਗਦਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਵਿਰਸੇ ਨਾਲ ਵੀ ਜੋੜਦੇ ਹਾਂ, ਸੱਭਿਆਚਾਰ ਨਾਲ ਵੀ ਜੋੜਦੇ ਹਾਂ, ਅਤੇ ਆਪਣੀ ਉਸ ਪੁਰਾਤਨਤਾ ਦਾ ਜਿਹੜਾ ਹਿੱਸਾ ਹੈ ਉਸ ਨੂੰ ਵੀ ਅਸੀਂ ਉਹਨਾਂ ਤਰੋ ਤਾਜ਼ਾ ਰੱਖਦੇ ਹਾਂ। ਜਦੋਂ ਗੱਲ ਚੱਲਦੀ ਹੈ ਭਾਸ਼ਾ ਦੀ, ਤਾਂ ਮੈਂ ਇੱਥੇ ਪੇਪਰ ਰੀਡਿੰਗ ਨਹੀਂ, ਮੈਂ ਆਪਾਂ ਜਨਰਲ ਕੁਝ ਗੱਲਾਂ ਕਰਾਂਗੀ। ਜਦੋਂ ਗੱਲ ਕਰਦੇ ਹਾਂ ਭਾਸ਼ਾ ਦੀ, ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਭਾਸ਼ਾ ਪਰਿਵਾਰ ਦੀ ਹੋਵੇ,
ਫਿਰ ਭਾਸ਼ਾ ਗੱਲਬਾਤ ਦੇ ਪ੍ਰਚਾਰ ਪ੍ਰਸਾਰ ਦੀ ਹੋਵੇ, ਫਿਰ ਰੁਜ਼ਗਾਰ ਦੀ ਹੋਵੇ, ਸਰਕਾਰ ਦੀ ਹੋਵੇ, ਸੰਚਾਰ ਦੀ ਹੋਵੇ। ਮੀਡੀਆ ਦੇ ਵਿੱਚ ਜਦੋਂ ਪੰਜਾਬੀ ਦੀ ਗੱਲ ਕਰਦੇ ਹਾਂ ਇਸ ਵੇਲੇ, ਤਾਂ ਮੀਡੀਆ ਨੇ ਪੰਜਾਬੀ ਭਾਸ਼ਾ ਨੂੰ ਕੀ ਦਿਸ਼ਾ ਦੇਣੀ ਹੈ, ਇਹ ਮੀਡੀਆ ਦੇ ਸਾਡੇ ਜਿਹੜੇ ਥੰਮ ਨੇ, ਜਿਹੜੇ ਸਾਡੇ ਇਸ ਵੇਲੇ ਮੀਡੀਆ ਚਲਾਉਣ ਵਾਲੇ ਲੋਕ ਨੇ, ਸਰਕਾਰੀ ਗੈਰ ਸਰਕਾਰੀ, ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਕੀ ਰੰਗਤ ਦੇਣੀ ਹੈ, ਇਹ ਉਹਨਾਂ 'ਤੇ ਨਿਰਭਰ ਕਰਦਾ ਹੈ। ਤਾਂ ਜਦੋਂ ਅਸੀਂ ਮੈਨੂੰ ਬਹੁਤ ਖੁਸ਼ੀ ਹੋਈ, ਡਾਕਟਰ ਰਾਜਵਿੰਦਰ ਜੀ ਚੱਠਾ ਸਾਹਿਬ ਨੇ ਕਿਹਾ ਸੀ ਕਿਸੇ ਨੂੰ ਅਸੀਂ ਨਹੀਂ ਕਰਨਾ, ਪਰ ਮੈਂ ਇਹ ਗੱਲ ਇਸ ਸੰਦਰਭ 'ਚ ਕਰ ਰਹੀ ਹਾਂ ਕਿ ਪੰਜਾਬੀ ਬੋਲੀ ਸਾਡੀ ਜਿਹੜੀ ਹੈ ਉਹਨੇ ਬਾਣਾ ਬਦਲਿਆ ਆ, ਉਹ ਖਤਮ ਨਹੀਂ। ਜਦੋਂ ਅਸੀਂ ਖਤਮ ਹੋਣ ਦੀ ਗੱਲ ਕਰਦੇ ਹਾਂ ਤਾਂ ਸ਼ਾਇਦ ਅਸੀਂ ਭੁੱਲਦੇ ਹਾਂ ਕਿ ਇਹ ਭਾਸ਼ਾ ਉਹ ਹੈ ਜਿਹੜੀ ਭਾਸ਼ਾ ਇੰਨੀ ਪੁਰਾਤਨ ਹੈ, ਜਿਸ ਭਾਸ਼ਾ ਦੇ ਵਿੱਚ ਬੁੱਲੇ ਸ਼ਾਹ, ਗੁਰੂ ਨਾਨਕ, ਬਾਬਾ ਫਰੀਦ, ਹਾਸ਼ਮ ਸ਼ਾਹ, ਸਾਰੇ ਸਾਡੇ ਮਹਾਨ ਕਵੀਆਂ ਨੇ ਲਿਖਿਆ, ਉਹ ਕਦੀ ਵੀ ਖਤਮ ਨਹੀਂ ਹੋ ਸਕਦੀ। ਉਸ ਨੇ ਆਪਣਾ ਇੱਕ ਬਾਣਾ ਬਦਲਿਆ ਹੈ। ਅੱਜ ਅਸੀਂ ਟੈਕਨੋਲੋਜੀ ਦੇ ਦੌਰ 'ਚ ਜਦੋਂ ਚੱਲ ਰਹੇ ਹਾਂ, ਤਾਂ ਪੰਜਾਬੀ ਭਾਸ਼ਾ ਜੇਕਰ ਅੱਜ ਡਿਜੀਟਲ ਭਾਸ਼ਾ ਦੇ ਤੌਰ 'ਤੇ ਜੋ ਅਸੀਂ ਸਕਰੀਨ 'ਤੇ ਦੇਖੀ ਹੋਣੇ, ਜੇ ਅਸੀਂ ਉਸ ਤਰ੍ਹਾਂ ਉਸ ਨੂੰ ਪੜ੍ਹਦੇ ਹਾਂ ਤਾਂ ਮੈਨੂੰ ਲੱਗਦਾ ਕਿ ਇਹ ਇੱਕ ਨਵਾਂ ਯੁੱਗ ਦੀ ਸ਼ੁਰੂਆਤ ਹੈ। ਜਿਸ ਤਰ੍ਹਾਂ ਅਸੀਂ ਸਮੇਂ ਦੇ ਨਾਲ ਤਬਦੀਲੀ, ਸਮੇਂ ਦੀ ਮੰਗ ਹੈ, ਅਤੇ ਉਸੇ ਮੰਗ ਦੇ ਅਧੀਨ ਜੇ ਅੱਜ ਪੰਜਾਬੀ ਭਾਸ਼ਾ ਦਾ ਥੋੜ੍ਹਾ ਜਿਹਾ ਵੱਖਰਤਾ ਆ ਰਹੀ ਹੈ, ਉਹਦੇ ਵਿੱਚ ਤਾਂ ਅਸੀਂ ਨਹੀਂ ਇਸ ਗੱਲ ਨੂੰ ਸਵੀਕਾਰ ਕਰੀਏ ਕਿ ਸਾਡੀ ਪੰਜਾਬੀ ਨਵੀਆਂ ਦਿਸ਼ਾਵਾਂ ਵੱਲ ਚੱਲ ਰਹੀ ਹੈ। ਜਦੋਂ ਅਸੀਂ ਇੱਥੇ ਸਫ਼ਰ ਕਰਦੇ ਹਾਂ ਏਅਰ ਕੈਨੇਡਾ ਦੇ ਵਿੱਚ, ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਸਾਹਮਣੇ ਸਕਰੀਨ ਦੇ ਉੱਤੇ ਤੁਸੀਂ ਪੰਜਾਬੀ ਭਾਸ਼ਾ ਵੀ ਚੁਣ ਸਕਦੇ ਹੋ। ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬੀ ਦੇ ਵਿਸ਼ਵੀਕਰਨ ਦੇ ਦੌਰ ਦੇ ਵਿੱਚ ਪੰਜਾਬੀ ਭਾਸ਼ਾ ਦਾ ਇੱਕ ਬਹੁਤ ਉਹਦੇ ਵਾਸਤੇ ਵੱਡਾ ਇੱਕ ਹੁਲਾਰਾ ਆ ਕਿ ਸਾਡੇ 7 ਸਮੁੰਦਰ ਪਾਰ ਬੈਠੇ ਜਿਹੜੇ ਸਾਡੇ ਪੰਜਾਬੀ ਪ੍ਰੇਮੀ ਆ, ਉਹਨਾਂ ਦੇ ਪ੍ਰੇਮ ਨੂੰ ਦੇਖਦਿਆਂ ਹੋਇਆ ਸ਼ਾਇਦ ਇਹ ਸਾਰਾ ਕੁਝ ਵਾਪਰਿਆ ਕਿ ਅਸੀਂ ਪੰਜਾਬੀ ਨੂੰ ਜਦੋਂ ਬੈਠਦੇ ਹੀ ਹਾਂ ਉਸੇ ਵੇਲੇ ਅਸੀਂ ਔਨ ਕਰਕੇ ਆਪਣੀ ਏਅਰ ਕੈਨੇਡਾ ਦੇ ਵਿੱਚ ਪੰਜਾਬੀ ਫਿਲਮਾਂ ਵੀ ਦੇਖ ਸਕਦੇ ਹਾਂ, ਅਤੇ ਪੰਜਾਬੀ ਭਾਸ਼ਾ ਦੇ ਨਾਲ ਥੋੜ੍ਹਾ ਆਪਣਾ ਜੋ ਵੀ ਨਕਸ਼ਾ ਚੱਲ ਰਿਹਾ ਉਸ ਨੂੰ ਵੀ ਦੇਖ ਸਕਦੇ ਹਾਂ। ਇਹ ਇੱਕ ਚੰਗਾ ਸਗਨ ਹੈ। ਪਰਿਵਾਰ ਦੀ ਭਾਸ਼ਾ ਜੇ ਅਸੀਂ ਪੰਜਾਬੀ ਭਾਸ਼ਾ ਨੂੰ ਬਣਾਉਣਾ ਹੈ ਜਾਂ ਸਾਡੀ ਹੋਣੀ ਚਾਹੀਦੀ ਹੈ, ਤਾਂ ਉਹਦੇ ਲਈ ਮੈਂ ਆਪਣੀਆਂ ਭੈਣਾਂ ਨੂੰ, ਆਪਣੀਆਂ ਸਾਥਣਾਂ ਨੂੰ ਕਹਾਂਗੀ ਕਿ ਸਾਡਾ ਜ਼ਿਆਦਾ ਰੋਲ ਹੈ ਕਿ ਜੇ ਬੱਚਾ ਮਾਂ ਦੀ ਗੋਦੀ ਵਿੱਚ ਹੀ ਜਦੋਂ ਸਿੱਖਦਾ ਹੈ ਸਭ ਤੋਂ ਪਹਿਲਾਂ ਪੰਜਾਬੀ, ਉਹ ਮਾਂ ਦੀਆਂ ਲੋਰੀਆਂ ਤੋਂ ਸਿੱਖਦਾ ਹੈ। ਅਤੇ ਜੇ ਅਸੀਂ ਇਸ ਦੇ ਵਾਸਤੇ ਥੋੜ੍ਹਾ ਜਿਹਾ ਆਪਣੀ, ਹੁਣ ਅਸੀਂ ਜੇ ਸਾਡੀ ਅਗਲੀ ਪੀੜ੍ਹੀ ਹੈ ਉਸ ਨੂੰ ਸਿਖਾਉਣ ਵਾਸਤੇ ਅਸੀਂ ਲਗਾਤਾਰ ਯਤਨਸ਼ੀਲ ਰਹਾਂਗੇ, ਅਤੇ ਔਰਤਾਂ ਦੀ ਭੂਮਿਕਾ ਬਹੁਤ ਜ਼ਿਆਦਾ ਆ ਭਾਸ਼ਾ ਦੇ ਸੰਚਾਰ ਵਿੱਚ ਅੱਗੇ ਪੀੜ੍ਹੀ ਤੱਕ ਪਹੁੰਚਾਉਣ ਵਾਸਤੇ। ਇਸ ਲਈ ਕਿਉਂਕਿ ਜ਼ਿਆਦਾ ਸਮਾਂ ਔਰਤਾਂ ਨਾਲ ਹੀ ਆਪਣੇ ਜਿਹੜੇ ਬੱਚੇ ਆ ਬਿਤਾਉਂਦੇ ਆ, ਪਰਿਵਾਰ ਦੀ ਭਾਸ਼ਾ ਇਸ ਤਰ੍ਹਾਂ ਬਣ ਸਕਦੀ ਹੈ, ਬਣ ਰਹੀ ਹੈ। ਅਸੀਂ ਇੱਥੇ ਜਦੋਂ ਤੁਸੀਂ ਇਸ ਧਰਤੀ 'ਤੇ ਵੀ ਆ ਕੇ ਅਸੀਂ ਦੇਖਿਆ ਤਾਂ ਇੱਥੇ ਵੀ ਆਪਣੇ ਘਰਾਂ ਦੇ ਵਿੱਚ ਜਦੋਂ ਪਰਿਵਾਰਾਂ ਦੇ ਵਿੱਚ ਬੱਚਿਆਂ ਨਾਲ ਪੰਜਾਬੀ 'ਚ ਗੱਲ ਕੀਤੀ ਜਾਂਦੀ ਹੈ, ਤੇ ਬੜਾ ਵਧੀਆ ਲੱਗਦਾ ਕਿ ਸਾਡੀ ਭਾਸ਼ਾ ਜੀਵਤ ਹੈ, ਸਾਡੀ ਭਾਸ਼ਾ ਨੂੰ ਕੋਈ ਖਤਰਾ ਨਹੀਂ ਹੈ। ਅਤੇ ਜਦੋਂ ਅਸੀਂ ਨਵੀਂ ਪੀੜ੍ਹੀ ਤੇ ਬੱਚਿਆਂ ਨੂੰ ਸਿਲੇਬਸ ਦੇ ਵਿੱਚ ਜੋ ਪੰਜਾਬੀ ਦੇ ਨਾਲ ਜੁੜੇ ਕਵੀ ਨੇ ਸਾਡੇ, ਜਾਂ ਸਾਡੀਆਂ ਜੋ ਪੁਰਾਣੀਆਂ ਸੱਭਿਆਚਾਰਕ ਸਾਡੇ ਪਾਠਕ੍ਰਮ ਨੇ, ਉਹ ਜਦੋਂ ਅਸੀਂ ਪੜ੍ਹਾਉਂਦੇ ਹਾਂ ਤਾਂ ਸਾਨੂੰ ਇੰਝ ਲੱਗਦਾ ਕਿ ਨਹੀਂ, ਸਾਡੀ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਨਹੀਂ। ਮੈਂ ਇਸ ਗੱਲ 'ਤੇ ਮਤਲਬ ਮੈਂ ਇਹਦੇ ਫੇਵਰ 'ਚ ਬੋਲੀ ਹੈ ਕਿ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਨਹੀਂ ਹੈ। ਬੇਸ਼ੱਕ ਇਹਦੇ ਵਾਸਤੇ ਬਹੁਤ ਸਾਰੇ ਪੇਪਰ ਲਿਖੇ ਗਏ ਜਾਂ ਯੂਨੈਸਕੋ ਦੀ ਖੋਜ ਨੇ ਗੱਲ ਕੀਤੀ, ਪਰ ਫਿਰ ਵੀ ਜਦੋਂ ਤੱਕ ਪੰਜਾਬੀ ਨੂੰ ਅਸੀਂ ਵਿਸ਼ਵੀਕਰਨ ਦੇ ਹਾਣੀ ਬਣਾ ਲਿਆ ਹੈ, ਤਾਂ ਇਸ ਦੇ ਜਿਹੜੇ ਅਗਲੇ ਦੌਰ ਦੇ ਵਿੱਚ ਇਸ ਦੀ ਹੋਰ ਤਰੱਕੀ ਦੀ ਤਵੱਕੋ ਅਸੀਂ ਕਰਦੇ ਹਾਂ। ਅਤੇ ਜਿਸ ਤਰ੍ਹਾਂ ਤੁਸੀਂ ਸੰਚਾਰ ਕਰਦੇ ਹੋ ਆਪਣਾ, ਜਦੋਂ ਅਸੀਂ ਉਸ ਸਮੇਂ ਦੇ ਵਿੱਚ ਵੀ ਗੁਜ਼ਰੇ ਹਾਂ ਜਦੋਂ ਕਰੋਨਾ ਦਾ ਦੌਰ ਸੀ, ਅਤੇ ਅਸੀਂ ਸਾਰਿਆਂ ਨੇ ਆਪਣੇ ਘਰਾਂ 'ਚ ਬੈਠ ਕੇ ਵੀ ਇੱਕ ਦੂਜੇ ਨਾਲ ਸੰਵਾਦ ਰਚਾਇਆ। ਉਹ ਟੈਕਨੋਲੋਜੀ ਨੇ ਸਾਡੀ ਉਸ ਪੰਜਾਬੀ ਨੂੰ ਇੱਕ ਪੁਲ ਬਣੀ ਅਤੇ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ। ਤਾਂ ਮੈਨੂੰ ਲੱਗਦਾ ਕਿ ਟੈਕਨੋਲੋਜੀ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੀ ਪੰਜਾਬੀ ਨੇ ਬਾਣਾ ਬਦਲਿਆ ਹੈ। ਇਸ ਪੰਜਾਬੀ ਦਾ ਥੋੜ੍ਹਾ ਜਿਹਾ ਵਿਕਾਸ ਜਿਹੜਾ ਹੈ ਅੱਗੇ ਨਾਲੋਂ ਬਿਹਤਰ ਹੋਏਗਾ, ਇਹ ਮੈਨੂੰ ਪੂਰਾ ਯਕੀਨ ਹੈ। ਰੁਜ਼ਗਾਰ ਦੀ ਭਾਸ਼ਾ ਜਦੋਂ ਅਸੀਂ ਕਰਦੇ ਹਾਂ ਪੰਜਾਬੀ ਭਾਸ਼ਾ ਨੂੰ, ਤਾਂ ਮੈਂ ਦੇਖਦੀ ਹਾਂ ਕਿ ਜਦੋਂ ਅਸੀਂ ਕਾਲਜਾਂ ਜਾਂ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕਾਂ ਦਾ ਜੋ ਲੋੜ ਹੈਗੀ ਹੈ, ਉਹ ਇਸ ਵੇਲੇ ਬਾਕੀ ਵਿਸ਼ਿਆਂ ਤੋਂ ਜ਼ਿਆਦਾ ਹੈ। ਜੇ ਹਿਸਟਰੀ ਦਾ ਇੱਕ ਪ੍ਰੋਫੈਸਰ ਜਾਂ 2 ਚਾਹੀਦੀ ਹੈ, ਅਤੇ ਪੰਜਾਬੀ ਦੇ ਮੇਰੇ ਖਿਆਲ 'ਚ ਮੇਰੇ ਵਰਗੇ ਕਾਲਜ ਦੇ ਵਿੱਚ 10-12 ਪ੍ਰੋਫੈਸਰ ਅਸੀਂ ਪੰਜਾਬੀ ਪੜ੍ਹਾ ਰਹੇ ਹਾਂ। ਅਤੇ ਮੈਨੂੰ ਲੱਗਦਾ ਰੁਜ਼ਗਾਰ ਦੇ ਮੌਕੇ ਜਿਹੜੇ ਹਨ ਉਹ ਵੀ ਇਸ ਦੇ ਵਿੱਚ ਦਿੱਤੇ ਜਾ ਰਹੇ, ਹੋਰ ਸੰਭਾਵਨਾਵਾਂ ਵੀ ਹੋ ਸਕਦੀਆਂ ਨੇ। ਪਰ ਇਹ ਕਿ ਜੇ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਜੇਕਰ ਬਦਨੀਤੀਆਂ ਨਾ ਹੋਣ, ਤਾਂ ਪੰਜਾਬੀ ਭਾਸ਼ਾ ਨੂੰ ਹੋਰ ਜ਼ਿਆਦਾ ਹੁਲਾਰਾ ਮਿਲ ਸਕਦਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਦੇ ਸੰਚਾਰ ਦੀ ਭਾਸ਼ਾ ਕਿੱਦਾਂ ਬਣੀ ਹੋਈ ਆ, ਹੋਰ ਬਿਹਤਰ ਕਿਵੇਂ ਬਣੇ, ਤਾਂ ਸਾਨੂੰ ਆਪਣੇ WhatsApp ਦੇ ਉੱਪਰ ਜਿਹੜੇ ਅਸੀਂ ਇੱਕ ਦੂਜੇ ਨਾਲ ਮੈਸੇਜ ਕਰਦੇ ਹਾਂ, ਸੁਨੇਹੇ ਕਰਦੇ ਹਾਂ, ਜੇ ਅਸੀਂ ਉਹਨਾਂ ਸੁਨੇਹਿਆਂ ਨੂੰ ਥੋੜ੍ਹਾ ਪੰਜਾਬੀ ਰੰਗਤ ਦਈਏ, ਤਾਂ ਮੈਨੂੰ ਲੱਗਦਾ ਕਿ ਹੋਰ ਜ਼ਿਆਦਾ ਅਸੀਂ ਰੋਮਨ ਸ਼ਬਦਾਂ ਨੂੰ, ਜੇ ਸਾਡਾ ਕੋਈ ਦੂਜਾ ਸਾਥੀ ਨਹੀਂ ਸਮਝਦਾ ਤਾਂ ਉਸ ਵੇਲੇ ਤਾਂ ਸਾਨੂੰ ਉਸ ਨੂੰ ਰੋਮਨ ਭਾਸ਼ਾ 'ਚ ਕਰਨਾ ਪਏਗਾ। ਪਰ ਜੇ ਜਿਸ ਦੇ ਨਾਲ ਅਸੀਂ ਗੱਲਬਾਤ ਲਿਖਣਾ ਚਾਹ ਰਹੇ ਹਾਂ, ਜੇਕਰ ਉਹ ਪੰਜਾਬੀ ਦਾ ਗਿਆਤਾ ਹੈ, ਤਾਂ ਸਾਨੂੰ ਉਸ ਦੇ ਨਾਲ ਗੱਲਬਾਤ ਕਰਨ ਲਈ ਆਪਣੀ ਪੰਜਾਬੀ ਦੇ ਜਿਹੜੇ ਫੌਂਟ ਹੈ, ਪੰਜਾਬੀ ਦੇ ਅੱਖਰ ਹੈ, ਉਹਨਾਂ
ਬਹੁਤਾ ਜੇ ਪ੍ਰਯੋਗ ਕਰਾਂਗੇ ਤਾਂ ਸੰਚਾਰ ਦੀ ਭਾਸ਼ਾ ਦੇ ਤੌਰ ਤੇ ਪੰਜਾਬੀ ਲਿਖਤੀ ਰੂਪ ਵਿੱਚ ਤੇ ਗੱਲਬਾਤ ਦੇ ਰੂਪ ਵਿੱਚ ਵੀ ਬਿਹਤਰ ਆਪਣੀ ਜਗ੍ਹਾ ਜਿਹੜੀ ਆ ਉਹ ਬਣਾ ਸਕਦੀ ਆ। ਜਿੱਥੋਂ ਤੱਕ ਪੰਜਾਬੀ ਵਿੱਚ ਸਿੱਖਿਆ ਤੇ ਪ੍ਰਚਾਰ ਪ੍ਰਸਾਰ ਦੀ ਗੱਲ ਹੈ, ਉਹ ਮੈਂ ਪਹਿਲਾਂ ਹੀ ਕਰ ਚੁੱਕੀ ਹਾਂ ਕਿ ਜਦੋਂ ਲਾਜ਼ਮੀ ਹੈ ਤਾਂ ਇਹਦਾ ਮਤਲਬ ਕਿ ਚਾਹੇ ਬੱਚਾ ਸਾਡੇ ਕਾਲਜਾਂ ਦੇ ਵਿੱਚ, ਖਾਸ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ, ਚਾਹੇ ਕੋਈ ਵਿਦਿਆਰਥੀ ਸਾਡਾ ਮੱਧ ਪ੍ਰਦੇਸ਼ ਤੋਂ, ਤਾਮਿਲਨਾਡੂ ਤੋਂ, ਕਿਤੋਂ ਵੀ ਆਇਆ ਹੋਇਆ, ਜੰਮੂ ਕਸ਼ਮੀਰ ਤੋਂ ਆਇਆ ਹੋਇਆ, ਕਿਧਰੋਂ ਵੀ ਆਇਆ ਪੜ੍ਹਨ, ਉਸ ਨੂੰ ਪੰਜਾਬੀ ਪੜ੍ਹਨੀ ਪੈਣੀ ਹੈ, ਪਰ ਉਹਨੂੰ ਪੰਜਾਬੀ ਬੇਸਿਕ ਪੰਜਾਬੀ ਪੜ੍ਹਨੀ ਪੈਣੀ ਹੈ, ਜਿਹੜਾ ਕਿ ਇੱਕ ਸਿੱਖਿਆ ਦੇ ਜਗਤ ਦੇ ਵਿੱਚ ਵੀ ਇੱਕ ਚੰਗੀ ਹੈ ਕਿ ਬੱਚੇ ਨੂੰ ਘੱਟੋ ਘੱਟ ਬੇਸਿਕ ਪੰਜਾਬੀ ਦੇ ਜ਼ਰੀਏ ਉਹ ਪੰਜਾਬੀ ਦੇ ਮੁੱਢਲੇ ਅੱਖਰਾਂ ਤੋਂ ਜਾਣੂ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਉਹਨੂੰ ਘੋੜੀਆਂ ਸੁਹਾਗ ਵੀ ਲੱਗੇ ਹੋਏ ਆ ਸਿਲੇਬਸ ਦੇ ਵਿੱਚ, ਜਿਹੜੇ ਪੜ੍ਹ ਕੇ ਉਸ ਨੂੰ ਸਾਡੇ ਪੰਜਾਬੀ ਵਿਰਸੇ ਦਾ ਪਤਾ ਲੱਗਦਾ ਹੈ। ਅੱਖਰ ਜੋੜਨ ਤੋਂ ਇਲਾਵਾ ਹੋਰ ਜਿਸ ਤਰ੍ਹਾਂ ਹੁਣੇ ਅਸੀਂ ਦੇਖਿਆ ਵੀ ਕੰਪਿਊਟਰ ਦੇ ਜ਼ਰੀਏ ਵੀ ਤੇ ਉਸ ਨੂੰ ਕਲਾਸ ਲੈਕਚਰ ਦੇ ਜ਼ਰੀਏ ਵੀ ਇਹ ਸਾਰਾ ਕੁਝ ਸਿਖਾਇਆ ਜਾਂਦਾ ਹੈ। ਤੇ ਇਸ ਤਰੀਕੇ ਨਾਲ ਪੰਜਾਬੀ ਭਾਸ਼ਾ ਦੀ ਜਿਹੜੀ ਇਸ ਵੇਲੇ ਚੁਣੌਤੀ ਦੀ ਗੱਲ ਜੇ ਕਰੀਏ ਤਾਂ ਡਾਕਟਰ ਜੋਗਾ ਸਿੰਘ ਦਾ ਇੱਕ ਮੈਂ ਆਰਟੀਕਲ ਪੜ੍ਹਿਆ ਸੀ, ਮੈਂ ਜ਼ਰੂਰ ਥੋੜ੍ਹੇ ਜਿਹੇ ਉਹਦੇ ਪੁਆਇੰਟ ਕਰਕੇ ਉਹ ਤੋਂ ਬਾਅਦ ਮੈਂ ਤੁਹਾਡੇ ਤੋਂ ਵਿਦਾ ਲਵਾਂ ਕਿਉਂਕਿ ਸਮੇਂ ਦਾ ਅਸੀਂ ਖਾਸ ਧਿਆਨ ਰੱਖਣਾ। ਉਹਨਾਂ ਨੇ ਫਿਲਹਾਲ ਜਿਹੜਾ ਰਸਾਲਾ ਹੈ ਉਹਦੇ 77ਵੇਂ ਅੰਕ ਵਿੱਚ 2013 ਦੇ ਵਿੱਚ ਇੱਕ ਜ਼ਿਕਰ ਕੀਤਾ ਸੀ ਕਿ ਪੰਜਾਬੀ ਭਾਸ਼ਾ ਜੇ ਯੂਨੈਸਕੋ ਦੇ ਕਹਿਣ ਅਨੁਸਾਰ ਜੇਕਰ ਉਹਦੇ 'ਚ ਕੁਝ ਤਬਦੀਲੀ ਆ ਰਹੀ ਹੈ ਜਾਂ ਉਹਦਾ ਕੋਈ ਨਿਘਾਰ ਹੋ ਰਿਹਾ ਹੈ ਤਾਂ ਉਹਦੇ ਕੀ ਕਾਰਨ ਬਣ ਸਕਦੇ ਆ। ਮੈਂ ਸਿਰਫ ਕਾਰਨ ਪੜਾਂਗੀ, ਚਿੰਤਨ ਤੁਸੀਂ ਕਰਨਾ ਆ ਕਿ ਇਹ ਕਾਰਨਾਂ ਨੂੰ ਅਸੀਂ ਕਿਸ ਤਰ੍ਹਾਂ ਪਿੱਛੇ ਲਿਜਾ ਸਕਦੇ ਹਾਂ। ਪਹਿਲਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਸੰਚਾਰ ਹੁੰਦਾ ਰਹੇ ਤੇ ਅਸੀਂ ਦੇਖਦੇ ਹਾਂ ਕਿ ਸਾਡੇ ਘਰਾਂ 'ਚ ਜੇ ਅਸੀਂ ਪੀੜ੍ਹੀ ਦਰ ਪੀੜ੍ਹੀ ਬੱਚਿਆਂ ਨਾਲ ਸੰਚਾਰ ਕਰਦੇ ਰਹਾਂਗੇ ਤਾਂ ਭਾਸ਼ਾ ਜੀਵਤ ਰਹੇਗੀ। ਦੂਜਾ ਹੈ ਕਿ ਬੁਲਾਰਿਆਂ ਦੀ ਗਿਣਤੀ ਵੱਧਦੀ ਰਹੇ। ਬੁਲਾਰਿਆਂ ਦੀ ਗਿਣਤੀ ਕਿਸ ਤਰ੍ਹਾਂ ਵੱਧ ਸਕਦੀ ਹੈ ਵੀ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਜਿੱਥੇ ਕੰਮ ਦੀ ਥਾਂ 'ਤੇ ਪੰਜਾਬੀ ਕਿੰਨੀ ਕੁ ਬੋਲਦੇ ਹਾਂ ਜਾਂ ਅਸੀਂ ਆਪਣੀ ਗੱਲ ਪੰਜਾਬੀ 'ਚ ਕਹਿਣ ਤੋਂ ਕਿੰਨਾ ਝਿਜਕਦੇ ਹਾਂ ਜਾਂ ਸਾਨੂੰ ਕਿਤੇ ਲੱਗਦਾ ਤਾਂ ਨਹੀਂ ਕਿ ਪੰਜਾਬੀ ਬੋਲਣ ਨਾਲ ਅਸੀਂ ਗਵਾਰ ਕਹਾਵਾਂਗੇ। ਇਹੋ ਜਿਹੀ ਕੋਈ ਵੀ ਚੁਣੌਤੀ ਹੈ ਸਾਡੇ ਵਾਸਤੇ। ਫਿਰ ਇਹ ਕਿ ਕੁੱਲ ਆਬਾਦੀ ਵਿੱਚ ਬੁਲਾਰਿਆਂ ਦਾ ਅਨੁਪਾਤ ਕੀ ਹੈ ਤੇ ਹੁਣੇ ਅਸੀਂ ਸੁਣਿਆ ਬੁਲਾਰਿਆਂ ਤੋਂ ਕਿ ਪੰਜਾਬੀ ਭਾਸ਼ਾ ਦੇ ਬੁਲਾਰੇ 13 ਕਰੋੜ ਹਨ ਤੇ ਪੰਜਾਬੀ ਵਿਸ਼ਵ ਵਿੱਚ 10ਵੇਂ ਸਥਾਨ ਤੇ ਤਸੱਲੀ ਬਖਸ਼ ਸਥਾਨ ਪ੍ਰਾਪਤ ਕਰ ਚੁੱਕੀ ਹੈ। ਤੇ ਭਾਸ਼ਾਈ ਵਰਤੋਂ ਦੇ ਖੇਤਰ ਵਿੱਚ ਪ੍ਰਚਲਨ ਕਿ ਪੰਜਾਬੀ ਜਿਹੜੀ ਹੈ ਦੂਜੀਆਂ ਭਾਸ਼ਾਵਾਂ ਦੇ ਟਾਕਰਾ ਕਰ ਸਕਦੀ ਹੈ ਜਾਂ ਕਿ ਨਹੀਂ ਕਰ ਸਕਦੀ, ਅਸੀਂ ਦੇਖਦੇ ਹਾਂ ਕਿ ਪੰਜਾਬੀ ਬਾਖੂਬੀ ਟਾਕਰਾ ਕਰ ਸਕਦੀ ਹੈ ਕਿਉਂਕਿ ਪੰਜਾਬੀ ਕੋਲ ਜਿਹੜੇ 35 ਅੱਖਰ ਨੇ ਉਹ ਬਾਕੀ ਸਾਰੀਆਂ ਧੁਨੀਲੀ ਇੱਕ ਅੱਖਰ ਹੋਣ ਕਰਕੇ ਪੰਜਾਬੀ ਅਮੀਰ ਹੈ ਬਾਕੀ ਭਾਸ਼ਾਵਾਂ ਦੇ ਮੁਕਾਬਲੇ। ਤੇ ਨਵੇਂ ਖੇਤਰਾਂ ਤੇ ਸੰਚਾਰ ਮਾਧਿਅਮ ਜਿਹੜੇ ਆ ਉਹਨਾਂ ਤੋਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਸਾਡੀਆਂ ਅਖਬਾਰਾਂ, ਸਾਡੇ ਟੀਵੀ ਚੈਨਲ, ਸਾਡਾ ਮੀਡੀਆ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਆਪਣਾ ਬਹੁਤ ਜ਼ਿਆਦਾ ਯਤਨ ਕਰ ਰਿਹਾ ਹੈ। ਤੇ ਜਿਹੜੇ ਖੇਤਰੀ ਚੈਨਲ ਨੇ ਚਾਹੇ ਉਹ ਸਰਕਾਰੀ ਨੇ ਤੇ ਜਿਹੜੇ ਅੱਜ ਕੱਲ੍ਹ ਫਿਰ ਮੈਂ ਕਹਾਂਗੀ ਟੈਕਨੋਲੋਜੀਸ ਨੇ ਪੰਜਾਬੀ ਨੂੰ ਸਮੇਂ ਦੇ ਹਾਣੀ ਬਣਾਉਣਾ ਇੱਕੋ ਹੀ ਸਾਡੇ ਕੋਲ ਤਰੀਕਾ ਹੈ। ਜਿਹੜੇ YouTube ਚੈਨਲ ਨੇ ਜਾਂ ਅਸੀਂ ਜਿਹੜੀਆਂ ਆਨਲਾਈਨ ਮੀਟਿੰਗਸ ਕਰਦੇ ਹਾਂ ਉਹਨਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ। ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਦੇ ਤੁਹਾਡੇ ਇਸੇ ਹੀ ਏਰੀਆ ਦੇ ਵਿੱਚ ਬਰੈਂਪਟਨ, ਟੋਰਾਂਟੋ ਦੇ ਏਰੀਆ ਦੇ ਵਿੱਚ ਹੀ ਬਹੁਤ ਸਾਰੀਆਂ ਮੰਥਲੀ, ਵੀਕਲੀ ਇਸ ਤਰ੍ਹਾਂ ਦੀਆਂ ਮੀਟਿੰਗਸ ਹੁੰਦੀਆਂ ਨੇ ਜਿਸ ਦੇ ਨਾਲ ਪੰਜਾਬ ਤੋਂ ਜੁੜੇ ਬੈਠੇ ਲੋਕ ਵੀ ਪੰਜਾਬੀ ਭਾਸ਼ਾ ਦੇ ਨਾਲ ਜੁੜਦੇ ਨੇ ਔਰ ਤੁਹਾਡੇ ਨਾਲ ਅਸੀਂ ਰੂਬਰੂ ਹੁੰਦੇ ਹਾਂ, ਤੁਸੀਂ ਸਾਡੇ ਨਾਲ ਰੂਬਰੂ ਹੁੰਦੇ ਹੋ ਔਰ ਅਸੀਂ ਪੰਜਾਬੀ ਭਾਸ਼ਾ ਦਾ ਗੱਲਬਾਤ ਚਿੰਤਨ ਕਰਦੇ ਹਾਂ। ਸਰਕਾਰੀ ਅਤੇ ਸੰਸਥਾਨਾਂ ਪ੍ਰਤੀ ਸਾਡਾ ਵਤੀਰਾ ਜਿਹੜਾ ਵਧੀਆ ਹੋਵੇ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿ ਪੰਜਾਬੀ ਭਾਸ਼ਾ ਨੂੰ ਚਿੰਤਨ ਤੇ ਚੇਤਨਾ ਪੈਦਾ ਕਰਨ, ਉਹਦੇ ਵਾਸਤੇ ਆਓ ਰਲ ਕੇ ਹੰਬਲਾ ਮਾਰੀਏ। ਤੇ ਸਭ ਤੋਂ ਜ਼ਿਆਦਾ ਸਾਡਾ ਔਰਤਾਂ ਦਾ ਮੈਨੂੰ ਲੱਗਦਾ ਕਿ ਜ਼ਿੰਮੇਵਾਰੀ ਹੈ ਕਿ ਅਸੀਂ ਭਾਸ਼ਾ ਨੂੰ ਆਪਣੀ ਅਗਲੀ ਪੀੜ੍ਹੀ ਤੱਕ ਕਿਸ ਤਰ੍ਹਾਂ ਪਹੁੰਚਾਉਣਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਘਰ, ਸਮਾਜ, ਸਕੂਲ, ਸਿੱਖਿਆ ਸੰਸਥਾਵਾਂ ਸਿੱਖਣ ਦੀਆਂ ਬਹੁਤ ਵੱਡੀਆਂ ਥਾਵਾਂ ਨੇ ਪਰ ਇਹਨਾਂ ਥਾਵਾਂ ਤੋਂ ਵੱਡੀ ਥਾਂ ਸਾਡੀਆਂ ਮਾਵਾਂ ਨੇ। ਕੋਈ ਵੀ ਭਾਸ਼ਾ ਜਦ ਤੱਕ ਮਾਵਾਂ ਨਹੀਂ ਚਾਹੁੰਦੀਆਂ ਉਹ ਖਤਮ ਨਹੀਂ ਹੁੰਦੀ। ਜਦੋਂ ਅਸੀਂ ਭਾਸ਼ਾਵਾਂ ਦੀ ਗੱਲ ਕਰਦੇ ਹਾਂ ਇਸ ਸਮੇਂ ਤੁਸੀਂ ਜਿਸ ਮੁਲਕ ਦੇ ਵਿੱਚ ਬੈਠੇ ਹੋ, ਕੈਨੇਡਾ ਤੇ ਅਮਰੀਕਾ ਦੇ ਵਿੱਚ 187 ਖੇਤਰੀ ਭਾਸ਼ਾਵਾਂ ਹੁੰਦੀਆਂ ਸੀ ਔਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਿਛਲੇ 100 ਸਾਲਾਂ ਦੇ ਵਿੱਚ ਲਗਭਗ 138 ਭਾਸ਼ਾਵਾਂ ਖਤਮ ਹੋਈਆਂ। ਜੇ ਇਹ ਉਹ ਮੁਲਕ ਹੈ ਜਿਹੜੇ ਕਹਿੰਦੇ ਅਸੀਂ ਦੁਨੀਆ ਤੇ ਸਰਦਾਰੀ ਕਰਦੇ ਹਾਂ, ਇਹ ਆਪਣੀ ਭਾਸ਼ਾ ਨਹੀਂ ਬਚਾ ਸਕੇ ਤਾਂ ਉਸ ਪੱਧਰ ਤੇ ਜਾ ਕੇ ਇਹ ਸੋਚਣ ਦਾ ਮਸਲਾ ਹੈ। ਆਸਟ੍ਰੇਲੀਆ ਲਗਭਗ ਪਿਛਲੀ ਇੱਕ ਸਦੀ ਦੇ ਵਿੱਚ 100 ਚੋਂ ਆਪਣੀਆਂ 50 ਖੇਤਰੀ ਭਾਸ਼ਾਵਾਂ ਖੋ ਚੁੱਕਿਆ। ਹਿੰਦੁਸਤਾਨ ਦੇ ਵਿੱਚ 98 ਭਾਸ਼ਾਵਾਂ, ਬਹੁਤੀਆਂ ਕਬੀਲੇ ਦੀਆਂ ਭਾਸ਼ਾਵਾਂ ਆਖਰੀ ਸਾਹਾਂ 'ਤੇ ਨੇ। ਸਭ ਤੋਂ ਵੱਡੀ ਜੋ ਗੱਲ ਹੈ ਕਿ ਭੋਜਪੁਰੀ ਫਿਲਮਾਂ
ਜਿਸ ਵੱਡੇ ਪੱਧਰ ਤੇ ਵੇਖੀਆਂ ਜਾਂਦੀਆਂ ਹਨ, ਉਹ ਭਾਸ਼ਾ ਖਤਮ ਹੋ ਰਹੀ ਹੈ। ਇਸ ਲਈ ਆਪਣੀ ਭਾਸ਼ਾ ਨੂੰ ਜਦੋਂ ਕਦੇ ਖਤਰੇ ਦੀ ਗੱਲ ਹੋਵੇ ਤਾਂ ਸਿਰਫ ਉਹ ਮਾਵਾਂ ਨੇ ਜੋ ਘਰਾਂ ਤੋਂ ਉਸ ਭਾਸ਼ਾਵਾਂ ਨੂੰ ਬਚਾਉਣ ਦੀ ਸ਼ੁਰੂਆਤ ਕਰਦੀਆਂ ਨੇ। ਮੀਡੀਆ ਦੀ ਗੱਲ ਹੋਈ, ਮੀਡੀਆ ਦਾ ਇੱਕ ਬਹੁਤ ਸਾਰਥਕ ਰੋਲ ਹੁੰਦਾ। ਮੈਂ ਉਸ ਸਾਰਥਕ ਰੋਲ ਨੂੰ ਸਾਡੇ ਸਰਦਾਰ ਅਮਰ ਸਿੰਘ ਭੁੱਲਰ ਬੈਠੇ ਨੇ, ਜਿਨ੍ਹਾਂ ਦਿਨਾਂ 'ਚ ਜਿਸ ਖੇਤਰ ਤੋਂ ਇਹਨਾਂ ਨੇ ਪੱਤਰਕਾਰੀ ਸ਼ੁਰੂ ਕੀਤੀ, ਉਸ ਖੇਤਰ ਦੇ ਵਿੱਚੋਂ ਇਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ। ਉਸ ਜ਼ਮਾਨੇ ਦੇ ਵਿੱਚ ਮੇਰਾ ਨਾਂ ਲੈਣ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੋ ਸਕਦਾ ਹੈ, ਉਹ ਸੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਕਾਲਮ ਸ਼ੁਰੂ ਹੋਇਆ ਸੀ ਉਸ ਜ਼ਮਾਨੇ ਦੇ ਵਿੱਚ, ਅਤੇ ਦੂਜਾ ਕਾਲਮ ਸੀ ਉਸ ਕਸਬੇ ਦੀ ਡਾਇਰੀ, ਅਤੇ ਤੀਜਾ ਕਾਲਮ ਉਹਨਾਂ ਦਿਨਾਂ ਵਿੱਚ ਚੱਲਦਾ ਹੁੰਦਾ ਸੀ ਦਲਵੀਰ ਸਿੰਘ ਉਹਨਾਂ ਦਾ ਸੀ ਸੱਚੋ ਸੱਚ। ਮੀਡੀਆ ਦੇ ਵਿੱਚ ਬਹੁਤ ਸਾਰਾ ਕੰਮ ਅਜਿਹਾ ਹੁੰਦਾ ਜੋ ਇੱਕ ਸਦੀਵੀ ਛਾਪ ਹੁੰਦਾ। ਪੰਜਾਬੀ ਮੀਡੀਆ ਦੇ ਵਿੱਚ ਮੈਂ ਦੋ ਚੀਜ਼ਾਂ ਦਾ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਸਮਝਦਾ ਕਿ ਸਾਡੀਆਂ ਮੂਵਮੈਂਟਾਂ ਸੀ ਜਿਹੜੀਆਂ, ਜਦੋਂ 1907 ਦੇ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਚੱਲਦੀ ਹੈ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਪਗੜੀ ਸੰਭਾਲ ਜੱਟਾ ਪੈਂਫਲੇਟ ਸ਼ੁਰੂ ਹੁੰਦਾ, ਅਤੇ 1913 ਦੇ ਵਿੱਚ ਜਦੋਂ ਗਦਰ ਲਹਿਰ ਦੀ ਸਥਾਪਨਾ ਹੁੰਦੀ ਹੈ ਉਦੋਂ ਵੀ ਇੱਕ ਗਦਰ ਅਖਬਾਰ ਸ਼ੁਰੂ ਹੁੰਦਾ। ਜਦੋਂ ਲਹਿਰਾਂ 'ਚ ਉਹ ਅਖਬਾਰ ਉੱਠਦੇ ਨੇ, ਜਦੋਂ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਹੈ ਤਾਂ ਟਰਾਲੀ ਟਾਈਮਜ਼ ਇੱਕ ਪੇਪਰ ਛਪਦਾ ਹੈ। ਉਹ ਪੇਪਰ ਭਾਵੇਂ ਹੁਣ ਇੱਕ ਤਮਾਹੀ ਦੇ ਰੂਪ ਵਿੱਚ ਛਪ ਰਿਹਾ ਹੈ, ਪਰ ਉਸ ਮੀਡੀਆ ਦਾ ਉਸ ਭਾਸ਼ਾ ਦਾ ਇੱਕ ਵੱਡਾ ਯੋਗਦਾਨ ਹੁੰਦਾ, ਕਿਉਂਕਿ ਹਿੰਦੁਸਤਾਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ 498 463 ਭਾਸ਼ਾਵਾਂ ਸਰਵੇ ਕਹਿੰਦੇ ਆ, 398 ਐਜੂਕੇਸ਼ਨਿਸਟ ਕਹਿੰਦੇ ਆ, 24 ਭਾਸ਼ਾਵਾਂ ਨੂੰ ਅਕੈਡਮੀਆਂ ਮਾਨਤਾ ਦਿੰਦੀ ਆ, 22 ਨੂੰ ਸੰਵਿਧਾਨ ਦਿੰਦਾ, ਪਰ ਉਹ ਅਖਬਾਰ ਇੱਕੋ ਹੀ ਭਾਸ਼ਾ ਛਪਣਾ ਸ਼ੁਰੂ ਹੁੰਦਾ, ਜਿਹੜੀ ਪੰਜਾਬੀ ਭਾਸ਼ਾ। ਉਸ ਮੀਡੀਆ ਦੇ ਦੌਰ ਦੇ ਵਿੱਚ ਵੀ ਕੱਲ੍ਹ ਕੋਈ ਗੱਲ ਕਰ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਅਖਬਾਰ ਛਪਣੇ ਬੰਦ ਹੋ ਗਏ। ਜਦੋਂ ਮੰਡੀ ਦਾ ਦੌਰ ਹੁੰਦਾ ਹੈ, ਮੰਡੀ ਦੇ ਦੌਰ ਵਿੱਚ ਕੁਆਲਿਟੀ ਖੜ੍ਹਦੀ ਹੈ, ਅਤੇ ਕੁਆਲਿਟੀ ਨੂੰ ਉਸ ਦੌਰ ਦੇ ਮੀਡੀਆ ਨੇ ਮੇਨਟੇਨ ਰੱਖਣਾ ਹੁੰਦਾ ਕਿ ਅਸੀਂ ਕੀ ਪਰੋਸ ਰਹੇ ਹਾਂ ਅਤੇ ਉਸ ਨੂੰ ਕੀ ਪੜ੍ਹਿਆ ਜਾ ਰਿਹਾ ਹੈ। ਅਤੇ ਮੈਨੂੰ ਮਹਿਸੂਸ ਹੁੰਦਾ ਕਿ ਅੱਜ ਵੀ ਪੰਜਾਬੀ ਦਾ ਪ੍ਰਿੰਟ ਮੀਡੀਆ ਬਾਕੀ ਮੀਡੀਆ ਦੇ ਮੁਕਾਬਲੇ ਘੱਟੋ ਘੱਟ ਮੈਂ ਭਾਰਤ ਦੇ ਵਿੱਚ ਕਹਿ ਸਕਦਾ ਕਿ ਜ਼ਿਆਦਾ ਸਟਰੋਂਗ ਹੈ। ਮਾਤ ਭਾਸ਼ਾ ਦੇ ਵਿੱਚ ਛਪਣ ਵਾਲੇ ਅਖਬਾਰਾਂ ਦੀ ਗਿਣਤੀ ਘਟੀ ਜ਼ਰੂਰ ਹੈ, ਪਰ ਉਹ ਇੱਕ ਆਬਾਦੀ ਦੇ ਸਰਵੇ ਨਾਲ ਉਹ ਅੱਜ ਵੀ ਸਹੀ ਹੈ। ਮੈਂ ਇਸ ਤੋਂ ਬਾਅਦ ਬੇਨਤੀ ਕਰੂੰਗਾ ਡਾਕਟਰ ਹਰਜਿੰਦਰ ਸਿੰਘ ਜੰਮੂ ਯੂਨੀਵਰਸਿਟੀ ਨੂੰ ਕਿ ਉਹ ਸਾਡੇ ਨਾਲ ਸ਼ਬਦਾਂ ਦੀ ਸਾਂਝ ਪਾਉਣਗੇ। ਡਾਕਟਰ ਹਰਜਿੰਦਰ ਸਿੰਘ। ਵਿਦਵਾਨ ਦੋਸਤੋ, ਮੈਂ ਨਾ ਬਰੈਂਪਟਨ ਦੀ ਗੱਲ ਕਰਾਂਗਾ ਨਾ ਪੰਜਾਬ ਦੀ ਗੱਲ ਕਰਾਂਗਾ। ਮੈਂ ਕੋਈ 1.5 ਦਹਾਕੇ ਤੋਂ ਜੰਮੂ ਕਸ਼ਮੀਰ ਦੇ ਵਿੱਚ ਅਧਿਆਪਕ ਦੇ ਤੌਰ 'ਤੇ ਸੇਵਾ ਨਿਭਾ ਰਿਹਾ ਹਾਂ। ਮੇਰਾ ਵਿਸ਼ਾ ਵੀ ਇਹੀ ਰਹੇਗਾ ਵੀ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਿੱਖਿਆ ਦੀ ਦਸ਼ਾ ਤੇ ਦਿਸ਼ਾ ਕੀ ਆ ਉਹਦੇ ਆਧੁਨਿਕ ਪਰਿਪੇਖ ਦੇ ਵਿੱਚ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਬੰਦੇ। ਮੈਂ ਇਹ ਗੁਰਬਾਣੀ ਦੀਆਂ ਇਹਨਾਂ ਮਹਾਨ ਸਤਰਾਂ ਨੂੰ ਅੱਗੇ ਜਾ ਕੇ ਦੱਸਾਂਗਾ ਵੀ ਮੈਂ ਇਹ ਕਿਉਂ ਬੋਲੀਆਂ ਹਨ, ਇਹਨਾਂ ਦੇ ਪਿੱਛੇ ਮੇਰਾ ਕੀ ਪਰਪਸ ਹੈ। ਭਾਸ਼ਾ ਵਿਗਿਆਨੀਆਂ ਦਾ ਕਹਿਣਾ ਹੈ ਵੀ ਮਨੁੱਖ ਦੀ ਕੋਈ ਹੋਂਦ ਨਹੀਂ ਹੈ ਭਾਸ਼ਾ ਤੋਂ ਬਿਨਾਂ। ਨਿਰਸੰਦੇਹ ਇਹ ਬਹੁਤ ਵੱਡੀ ਗੱਲ ਹੈ ਅਤੇ ਬਹੁਤ ਵੱਡਾ ਕਥਨ ਹੈ ਵੀ ਮਨੁੱਖ ਇਹਨਾਂ ਭਾਸ਼ਾ ਤੋਂ ਬਿਨਾਂ ਮਨੁੱਖ ਅਧੂਰਾ ਹੈ। ਉਹਦੀ ਕੋਈ ਆਇਡੈਂਟੀਟੀ ਵੀ ਨਹੀਂ ਹੈ ਦੂਸਰੇ ਜੀਵਾਂ ਦੇ ਮੁਕਾਬਲੇ। ਬਾਕੀ ਉਹ ਵੀ ਖਾਂਦੇ ਨੇ, ਪੀਂਦੇ ਨੇ, ਸੌਂਦੇ ਨੇ, ਉਹ ਸਾਰਾ ਕੁਝ ਉਹੀ ਕਾਰਜ ਕਰਦੇ ਨੇ। ਮੇਰਾ ਫੋਕਸ ਰਹੇਗਾ ਵੀ ਜੰਮੂ ਕਸ਼ਮੀਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਥਿਤੀਆਂ ਲਗਾਤਾਰ ਬਣਦੀਆਂ ਰਹੀਆਂ ਨੇ। ਪਹਿਲਾਂ ਉਹ ਇੱਕ 1947 ਤੋਂ ਬਾਅਦ ਇੱਕ ਰਿਆਸਤ ਦੇ ਤੌਰ 'ਤੇ ਐਸਟੈਬਲਿਸ਼ ਹੋਈ, ਜਿੱਥੇ ਧਾਰਾ 370 ਜਿਹਨੂੰ ਬਾਅਦ ਵਿੱਚ ਆਪਾਂ ਉਹਦੀ ਗੱਲ ਕਰਾਂਗੇ ਵੀ ਉਹਨੂੰ ਤੋੜ ਦਿੱਤਾ ਗਿਆ ਅਤੇ ਤੋੜ ਕੇ ਦੇਖਿਆ ਗਿਆ ਅਤੇ ਇੱਕ ਤਜਰਬਾ ਵੀ ਕੀਤਾ ਗਿਆ ਲਗਾਤਾਰ। ਉਸ ਦੇ ਵਿੱਚ ਉਸ ਰਿਆਸਤ ਦੇ ਵਿੱਚ ਉਰਦੂ ਭਾਸ਼ਾ ਨੂੰ ਇੱਕ ਕੇਂਦਰੀ ਭਾਸ਼ਾ ਵਜੋਂ ਜਾਂ ਸਟੇਟ ਦੀ ਭਾਸ਼ਾ ਵਜੋਂ ਲਿਆ ਗਿਆ। ਪਰ ਦੇਖਣ ਵਾਲੀ ਗੱਲ ਇਹ ਆ ਵੀ ਇਲਾਕਿਆਂ ਦੇ ਤੌਰ 'ਤੇ 3 ਇਲਾਕੇ ਮੰਨੇ ਗਏ, ਜੰਮੂ, ਕਸ਼ਮੀਰ ਅਤੇ ਲੱਦਾਖ। ਜੰਮੂ ਦੇ ਵਿੱਚ ਡੋਗਰੀ ਦਾ ਬੋਲਬਾਲਾ ਮੰਨਿਆ ਗਿਆ ਅਤੇ ਕਿਹਾ ਗਿਆ ਵੀ ਇਹ
ਡੋਗਰੀ ਬੋਲਦਾ ਅਲੱਗ, ਲਦਾਖ ਦੇ ਵਿੱਚ ਲਦਾਖੀ ਨੂੰ ਕਿਹਾ ਗਿਆ, ਕਸ਼ਮੀਰ ਦੇ ਵਿੱਚ ਕਸ਼ਮੀਰੂ ਨੂੰ ਕਿਹਾ ਗਿਆ। ਪਰ ਮੇਰੇ ਮਨ ਦੇ ਵਿੱਚ ਜਦੋਂ ਮੈਂ ਵੀ ਭਾਸ਼ਾ ਦਾ ਵਿਦਿਆਰਥੀ ਹਾਂ ਅਤੇ ਸਾਹਿਤ ਦਾ ਵਿਦਿਆਰਥੀ ਹਾਂ, ਵੀ ਫਿਰ ਉਰਦੂ ਬੋਲਣ ਵਾਲੇ ਲੋਕਾਂ ਦਾ ਖਿੱਤਾ ਕਿਹੜਾ ਹੈ? ਜਾਣੀ ਸਟੇਟ ਜਾਂ ਉਹ ਸੱਤਾਧਾਰੀ ਧਿਰਾਂ ਕਿਵੇਂ ਉਸ ਚੀਜ਼ ਨੂੰ ਤੁਹਾਡੇ ਤੋਂ ਨਿਗੇਟ ਕਰਾਉਂਦੀਆਂ ਨੇ ਅਤੇ ਲਗਾਤਾਰ ਉਹਦੇ ਪਿੱਛੇ ਪੈਂਦੀਆਂ ਨੇ। ਐਵੇਂ ਪੰਜਾਬੀ ਆ, ਪੰਜਾਬੀ ਨਾਲ ਵੀ ਐਵੇਂ ਹੀ ਕੁਛ ਤਰੀਕਾ ਵਰਤਿਆ ਜਾ ਰਿਹਾ। ਲਗਾਤਾਰ ਉੱਥੋਂ 8ਵੇਂ ਸ਼ਡਿਊਲ ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਆਪਣੀ ਡੋਗਰੀ ਭਾਸ਼ਾ ਨੂੰ 8ਵੇਂ ਸ਼ਡਿਊਲ ਦੇ ਵਿੱਚ ਲਿਆ ਕੇ ਮਾਨਤਾ ਦੇ ਦਿੱਤੀ ਗਈ। ਪਰ ਡੋਗਰੀ ਭਾਸ਼ਾ ਦੇ ਜਾਣਨ ਵਾਲਿਆਂ ਨੂੰ ਬਹੁਤੀ ਕੀਤੇ ਇਹ ਗੱਲ ਨਹੀਂ ਸਮਝ ਆਈ ਬਈ ਉਹਨਾਂ ਦੀਆਂ ਪੂਰਬਲੀਆਂ ਭਾਸ਼ਾਵਾਂ ਕਿਹੜੀਆਂ ਨੇ, ਉਹ ਕਿਹਨਾਂ ਨਾਲ ਜੁੜੇ ਹੋਏ ਨੇ, ਕਿੱਥੋਂ ਨਿਕਲ ਕੇ ਆਏ ਨੇ, ਉਹਨਾਂ ਦਾ ਓਰੀਜਨ ਕੀ ਹੈ। ਉਹਨਾਂ ਨੇ ਉਸ ਲੈਂਗੁਏਜ ਨੂੰ ਅਡੋਪਟ ਕਰਕੇ ਉਹ ਦੂਸਰੀ ਭਾਸ਼ਾ ਦੀ ਸਕ੍ਰਿਪਟ ਨੂੰ ਅਡੋਪਟ ਕਰ ਲਿਆ, ਪੰਜਾਬੀ ਨੂੰ ਨਿਗੇਟ ਕਰ ਦਿੱਤਾ ਅਤੇ ਛੱਡ ਦਿੱਤਾ। ਪਰ ਮਸਲਾ ਕੀ ਹੋਇਆ ਵੀ ਐਂ ਕੀਤੇ ਕੋਈ ਚੀਜ਼ ਥੋੜ੍ਹੋ ਪੈਦਾ ਹੁੰਦੀ ਹੈ, ਜਾਂ ਐਂ ਕੀਤੇ ਕੋਈ ਚੀਜ਼ ਥੋੜ੍ਹੋ ਛੁੱਟ ਸਕਦੀ ਹੈ, ਜਾਂ ਉਹਦੀ ਕੋਈ ਵਿਸ਼ੇਸ਼ਤਾ ਥੋੜ੍ਹੋ ਘੱਟ ਸਕਦੀ ਆ। ਜੇ ਚੰਗੇ ਨੂੰ ਮਾੜਾ ਕਹਿਣ ਨਾਲ ਵਿਸ਼ੇਸ਼ਤਾ ਘੱਟ ਸਕਦੀ ਆ, ਤਾਂ ਫਿਰ ਚੰਗੇ ਸ਼ਬਦ ਦੀ ਤਾਂ ਆਪਣੇ ਆਪ ਦੇ ਵਿੱਚ ਕੋਈ ਅਹਿਮੀਅਤ ਨਹੀਂ ਰਹੇਗੀ ਨਾ। ਮਸਲਾ ਕੀ ਹੋਇਆ ਵੀ ਉਹ ਆਪਣੀਆਂ ਜੜ੍ਹਾਂ ਨਾਲੋਂ ਤਾਂ ਟੁੱਟ ਗਏ। ਟੁੱਟਣ ਤੋਂ ਬਾਅਦ ਕੀ ਹੋਇਆ, ਸਿਆਸਤ ਜਾਂ ਉਹਨਾਂ ਧਿਰਾਂ ਨੇ ਕੀ ਕੀਤਾ, ਜਿਹੜੀ ਬਹੁ ਗਿਣਤੀ ਧਿਰਾਂ ਨੇ, ਉਹਨਾਂ ਨੇ ਕੀ ਕੀਤਾ ਵੀ ਉਹਨਾਂ ਦੇ ਕਲਚਰ ਨੂੰ ਵੀ ਸੱਟ ਵੱਜੀ। ਜਦੋਂ ਤੁਹਾਡਾ ਕੋਈ ਇਤਿਹਾਸ ਹੀ ਹੈ ਨਹੀਂ, ਤੁਸੀਂ ਇਤਿਹਾਸ ਕਿਹਨੂੰ ਕਹੋਗੇ, ਤੁਹਾਡਾ ਇਤਿਹਾਸ ਕੀ ਹੈ? ਉਹ ਕਹਿੰਦੇ ਜੀ ਇਹ ਇੰਡੀਪੈਂਡੈਂਟ ਲੈਂਗੁਏਜ ਆ। ਡੋਗਰੀ ਨੇ ਜਾਣੀ ਆਪਣੇ ਆਪ ਇੱਕ ਆਪਣਾ ਵੱਡਾ ਨੁਕਸਾਨ ਕਰਵਾ ਲਿਆ ਪੰਜਾਬੀ ਨੂੰ ਦੇਖਦੇ ਹੋਏ। ਮੈਂ ਜਗਵੀਰ ਸਰ, ਮੈਂ 10-11 ਸਾਲ ਦਾ ਐਕਸਪੀਰੀਅੰਸ ਦੱਸਦਾ ਹਾਂ ਵੀ ਮੈਂ 50 ਸਮਾਗਮਾਂ 'ਤੇ ਗਿਆ ਹਾਂ। ਵੱਖ-ਵੱਖ ਹਿੰਦੂ ਪਰਿਵਾਰਾਂ ਦੇ ਵੀ ਗਿਆ ਹਾਂ, ਸਿੱਖ ਪਰਿਵਾਰਾਂ ਦੇ ਵੀ ਗਿਆ ਹਾਂ ਅਤੇ ਮੁਸਲਿਮ ਪਰਿਵਾਰਾਂ ਦੇ ਵੀ ਗਿਆ ਹਾਂ। ਪਰ ਜਦੋਂ ਜਾ ਕੇ ਦੇਖਦਾ ਹਾਂ, ਭੰਗੜਾ ਅਤੇ ਗਾਣੇ ਪੰਜਾਬੀ ਹੀ ਚੱਲਦੇ ਹੁੰਦੇ ਆ। ਮੈਨੂੰ ਲੱਗਦਾ ਹੈ ਵੀ ਉਹਨਾਂ ਦੇ ਕਹਿਣ ਨਾਲ, ਜਾਂ ਸੱਤਾ ਦੇ ਕਹਿਣ ਨਾਲ, ਜਾਂ ਕਿਸੇ ਦੇ ਕਹਿਣ ਨਾਲ ਪੰਜਾਬੀ ਭਾਸ਼ਾ ਦਾ ਡਿਕਲਾਈਨ ਨਹੀਂ ਹੋਏਗਾ। ਜਿਹੜੀਆਂ ਮੈਂ ਪਹਿਲਾਂ ਲਾਈਨਾਂ ਬੋਲੀਆਂ ਨੇ, ਗੁਰਬਾਣੀ ਦੀਆਂ 17 ਬੋਲੀਆਂ ਨੇ, ਉਹਨਾਂ ਦਾ ਮੈਂ ਬਾਅਦ ਵਿੱਚ ਦੱਸਾਂਗਾ ਵੀ ਮੈਂ ਕਿਉਂ ਬੋਲੀਆਂ ਨੇ। ਸਦਨ ਦੇ ਵਿੱਚ ਤਾਂ ਉਹ ਚੀਜ਼ਾਂ ਲੈ ਗਏ, ਪਰ ਉਹ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਲਈ, ਲੋਕ ਭਾਸ਼ਾ ਬਣਾਉਣ ਲਈ, ਲੋਕਾਂ ਦੇ ਦਿਲਾਂ ਤੱਕ ਲਿਜਾਣ ਲਈ, ਉਸ ਵਿਚਾਰ ਨੂੰ ਬਣਾਉਣ ਲਈ ਉਹਨਾਂ ਕੋਲ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਸੀ। ਜਦੋਂ ਅਸੀਂ ਗੱਲ ਕਰਦੇ ਹਾਂ ਵੀ ਅਗਸਤ 2019 ਦੇ ਵਿੱਚ ਜਦੋਂ ਟੈਰੀਟਰੀ ਉਹਨੂੰ ਇੱਕ ਰਾਜ ਨੂੰ ਤੋੜ ਕੇ ਟੈਰੀਟਰੀ ਬਣਾ ਦਿੱਤਾ ਗਿਆ, ਤਾਂ ਇਹ ਕਹਿ ਦਿੱਤਾ ਗਿਆ ਕਿ ਸਰਵੇ ਦੇ ਵਿੱਚ ਵੀ 55% ਕਸ਼ਮੀਰੀ ਬੋਲਦੇ ਨੇ, 57% ਉਰਦੂ ਬੋਲਦੇ ਨੇ, ਵੱਖ-ਵੱਖ ਡਾਟਾ ਦੇ ਦਿੱਤਾ ਗਿਆ। ਪਰ ਪੰਜਾਬੀ ਕਿੰਨੀ ਬੋਲਦੇ ਨੇ, ਉਹਨੂੰ ਸਾਈਡ 'ਤੇ ਰੱਖ ਦਿੱਤਾ ਗਿਆ। ਜਦੋਂ ਉਹਨਾਂ ਗੱਲਾਂ ਨੂੰ ਵੀ ਅਸੀਂ ਦੇਖਦੇ ਹਾਂ ਵੀ ਜਦੋਂ ਵੀ ਕੋਈ ਕਮਿਊਨੀਕੇਸ਼ਨ ਦੀ ਭਾਸ਼ਾ ਬਣਦੀ ਆ, ਤਾਂ ਮੁੱਖ ਤੌਰ 'ਤੇ ਜਦੋਂ ਉੱਥੇ ਕੋਈ ਟੂਰਿਸਟ ਜਾਂਦੇ ਨੇ ਤਾਂ ਉਹ ਪੰਜਾਬੀ ਨੂੰ ਹੀ ਨਾਲ ਲੈ ਕੇ ਚੱਲਦੇ ਨੇ, ਅਤੇ ਪੰਜਾਬੀ ਦਾ ਹੀ ਬਹੁਤ ਸਾਰਾ ਬੋਲਬਾਲਾ ਹੈ। ਜੇ ਸਿੱਖਿਆ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਪੰਜਾਬੀ ਨੂੰ ਉੱਥੇ ਕੋਈ ਖਤਰਾ ਨਹੀਂ ਹੈ। 15 ਤੋਂ 20 ਅਧਿਆਪਕ ਉੱਥੇ ਪਰਮਾਨੈਂਟਲੀ ਕਾਲਜਾਂ ਦੇ ਵਿੱਚ ਅਪੁਆਇੰਟ ਕੀਤੇ ਗਏ ਨੇ ਪਿਛਲੀ 3-4 ਸਾਲਾਂ ਤੋਂ। ਡਾਕਟਰ ਹਰਮਿੰਦਰ ਬੈਠੇ ਨੇ, ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ। ਮੈਨੂੰ ਇਹ ਲੱਗਦਾ ਹੁੰਦਾ ਵੀ ਉਹ ਪਹਿਲਾਂ ਸਾਡੇ ਕੋਲ MA ਕਰਕੇ ਆਏ ਨੇ, ਵੀ ਇਹ ਪ੍ਰਾਪਤੀ ਆ। ਅਤੇ 15 ਤੋਂ 20 ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ ਵੀ ਪੰਜਾਬੀ ਬਹੁਤ ਘੱਟ ਆਉਂਦੀ ਸੀ, ਪਰ ਸਾਡੇ ਪੜ੍ਹਨ ਦੇ ਦੌਰਾਨ, ਇਹਨਾਂ ਵਿਦਿਆਰਥੀਆਂ ਦੇ ਪੜ੍ਹਨ ਦੇ ਆਪਣੇ ਦੌਰਾਨ ਉਹਨਾਂ ਨੇ ਨੈੱਟ 'ਤੇ ਸੈੱਟ ਪਾਸ ਕੀਤੇ ਨੇ ਅਤੇ ਚੰਗੀਆਂ ਪੋਜੀਸ਼ਨਾਂ 'ਤੇ ਪਹੁੰਚੇ ਨੇ। ਮੈਂ ਪੰਜਾਬ ਤੋਂ ਅਤੇ ਹੋਰ ਖੇਤਰਾਂ ਤੋਂ ਬਾਹਰ ਦੀ ਗੱਲ ਕਰ ਰਿਹਾ ਹਾਂ, ਜਿੱਥੇ ਮੰਨਿਆ ਜਾਂਦਾ ਸੀ ਵੀ ਪੰਜਾਬੀ ਸਿਰਫ ਗੁਰਦੁਆਰਿਆਂ 'ਚ ਪੜ੍ਹਾਈ ਜਾਂਦੀ ਆ। ਇਹ ਵੀ ਗੱਲ ਨਹੀਂ ਹੈ ਵੀ ਇਹ ਪੰਜਾਬੀ ਉੱਥੇ ਵੀ ਸਿੱਖਾਂ ਦੀ ਹੋਈ ਭਾਸ਼ਾ ਹੈ। ਪਿਛਲੇ ਦਿਨੀ ਅਸੀਂ ਜਾਣਦੇ ਹਾਂ ਕਿ ਖਾਲਿਦ ਹੁਸੈਨ ਸਾਹਿਬ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਅਵਾਰਡ ਮਿਲਿਆ ਹੈ। ਉਹ ਇੱਕ ਪਹਿਲਾ ਇਨਾਮ ਹੈ ਜਿਹੜਾ ਸਾਡੇ ਹਿੱਸੇ ਆਇਆ ਹੈ। ਇਕੱਲੀ ਪੰਜਾਬੀ ਭਾਸ਼ਾ ਸਿੱਖਾਂ ਦੀ ਨਹੀਂ ਹੈ, ਉਹਨਾਂ ਲੋਕਾਂ ਦੀ ਵੀ ਹੈ ਜਿਹੜੇ ਉਸ ਨੂੰ ਮੁਹੱਬਤ ਕਰਦੇ ਨੇ, ਜਿਹੜੇ ਬਹੁਤ ਸਾਰੇ ਨੇ। ਨਿਰਮਲ ਵਿਨੋਦ ਨੇ, ਬਚਨ ਭਾਰਤੀ ਜੀ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਹੋਰ ਕਮਿਊਨਿਟੀ ਤੋਂ ਆ ਕੇ ਉਸ ਲੈਂਗੁਏਜ ਨੂੰ ਅਡੋਪਟ ਕਰ ਰਹੇ ਨੇ ਅਤੇ ਉਹਦੀ ਖੂਬਸੂਰਤੀ ਨੂੰ ਮਾਣ ਰਹੇ ਨੇ। ਜਿਹੜੀ ਸਿੱਖਿਆ ਦੇ ਨਾਲ ਜੁੜੀ ਹੋਈ ਇੱਕ ਵੱਡੀ ਗੱਲ ਆ, ਜਿਹਦਾ ਥੋੜ੍ਹਾ ਬਹੁਤ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਸ ਨੂੰ ਪੁਰ ਕਰ ਲਵਾਂਗੇ। ਉਹਦੇ ਲਈ ਕੀ ਹੁੰਦਾ ਹੈ ਵੀ ਲੜਨ ਦੀ ਜ਼ਰੂਰਤ ਹੁੰਦੀ ਹੈ। ਨਾ ਮੇਰੇ ਕੋਲ 3 ਸ਼ਬਦ ਨੇ, ਉਹ ਮੇਰੇ ਅਧਿਆਪਕ ਡੈਸ 'ਤੇ ਵੀ ਬੈਠੇ ਨੇ ਅਤੇ ਇੱਧਰ ਵੀ ਬੈਠੇ ਨੇ।
ਮੈਨੂੰ ਉਹਨਾਂ ਨੇ 3 ਸ਼ਬਦ ਦੇ ਕੇ ਤੋਰਿਆ ਸੀ, ਕਹਿੰਦੇ ਮਿਹਨਤ, ਲਗਨ ਤੇ ਇਮਾਨਦਾਰੀ। ਜੇ ਤੁਹਾਡੇ ਕੋਲ 3 ਸ਼ਬਦ ਨੇ ਨਾ, ਮਿਹਨਤ, ਲਗਨ ਤੇ ਇਮਾਨਦਾਰੀ, ਮੈਨੂੰ ਉਹਨਾਂ ਨੇ ਕਿਹਾ ਸੀ ਪੰਜਾਬ ਨੂੰ ਨਹੀਂ ਪਰਤਣਾ, ਕਿਸੇ ਹੋਰ ਪਾਸੇ ਨੂੰ ਨਹੀਂ, ਆਈ ਬਿਲੋਂਗ ਟੂ ਪੰਜਾਬ। ਉਹਨਾਂ ਨੇ ਕਿਹਾ ਸੀ ਨਹੀਂ ਜਾਣਾ, ਤੈਨੂੰ ਇੱਥੇ ਹੀ ਦੇਖਣਾ ਹੈ। ਅੱਜ ਮੈਂ ਬਰੈਂਪਟਨ ਦੇ ਵਿੱਚ ਹਾਂ, ਮੈਂ ਅੱਜ ਜੰਮੂ ਕਸ਼ਮੀਰ ਬਾਰੇ ਗੱਲ ਕਰ ਰਿਹਾ। ਮੈਂ ਹੁਣ ਪੰਜਾਬ ਦਾ ਵਾਸੀ ਨਹੀਂ ਹਾਂ, ਮੈਂ ਤੁਹਾਡੇ ਸਾਰਿਆਂ ਦਾ ਪੁੱਤਰ ਹਾਂ, ਜੰਮੂ ਦਾ ਵੀ ਹਾਂ, ਬਰੈਂਪਟਨ ਦਾ ਵੀ ਹਾਂ, ਪੰਜਾਬ ਦਾ ਵੀ ਹਾਂ। ਹੁਣ ਮੈਨੂੰ ਲੱਗਣ ਲੱਗ ਗਿਆ ਵੀ ਮੇਰੀ ਜ਼ਰੂਰਤ ਕਿੱਥੇ ਹੈ। ਮੈਨੂੰ ਨਹੀਂ ਲੱਗਦਾ, ਕਈ ਵਾਰੀ ਕੋਈ ਚੀਜ਼ ਆਉਂਦੀ ਹੈ ਵੀ ਮੈਨੂੰ ਉੱਧਰ ਨੂੰ ਮੂਵ ਕਰਨਾ ਚਾਹੀਦਾ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਹਾਂ ਵੀ ਮਿਹਨਤ, ਲਗਨ ਤੇ ਇਮਾਨਦਾਰੀ ਜੇ ਭਾਸ਼ਾ ਦੇ ਹਵਾਲੇ ਨਾਲ ਵੀ ਸਾਡੇ ਕੋਲ ਹੋਵੇ ਨਾ, ਤਾਂ ਮੈਨੂੰ ਉਹਨਾਂ ਨੇ ਕਿਹਾ ਸੀ ਹਰਜਿੰਦਰ ਜਿੱਥੇ ਮਰਜ਼ੀ ਜਾ ਕੇ ਬੈਠ ਜਾਵੀਂ, ਤੈਨੂੰ ਸਾਰਾ ਕੁਝ ਮਿਲ ਜਾਵੇਗਾ। ਤਿੰਨੋਂ ਚੀਜ਼ਾਂ ਸਾਡੇ ਕੋਲ ਹੈ ਨਹੀਂ, ਨਾ ਮਿਹਨਤ ਹੈ ਪੰਜਾਬੀ ਬਾਰੇ, ਨਾ ਆਪਣੇ ਬਾਰੇ, ਨਾ ਲਗਨ ਹੈ, ਨਾ ਇਮਾਨਦਾਰੀ ਹੈ ਵੀ ਕੰਮ ਕਰਨਾ ਕਿ ਨਹੀਂ ਕਰਨਾ, ਕਲਾਸ ਲਾਉਣੀ ਹੈ ਕਿ ਨਹੀਂ ਲਾਉਣੀ ਹੈ। ਇਹ ਪ੍ਰਾਇਮਰੀ ਪੱਧਰ ਤੇ ਥੋੜ੍ਹੀ ਬਹੁਤ ਪ੍ਰੋਬਲਮ ਹੈ। ਪ੍ਰਾਇਮਰੀ ਪੱਧਰ ਤੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਸਕੂਲਾਂ ਦੇ ਬਾਰੇ ਥੋੜ੍ਹੀ ਚਿੰਤਾ ਕਰਨ ਦੀ ਜ਼ਰੂਰਤ ਹੈ, ਪਰ ਲਗਾਤਾਰ ਅਸੀਂ ਉਹਦੇ ਲਈ ਸੰਘਰਸ਼ ਕਰ ਰਹੇ ਹਾਂ, ਲਗਾਤਾਰ ਸਾਡੀਆਂ ਸੰਸਥਾਵਾਂ ਉਹਦੇ ਲਈ ਕੰਮ ਕਰ ਰਹੀਆਂ ਨੇ। ਪਰ ਹਾਂ, ਇੱਕ ਇੱਥੇ ਹੋਰ ਖਦਸ਼ਾ ਜ਼ਾਹਰ ਕਰਨ ਦੀ ਜ਼ਰੂਰਤ ਹੈ ਵੀ 11 ਸਾਲ ਤੋਂ ਸਾਡੇ ਕੋਲ ਕੋਈ ਵੀ ਸੰਸਥਾ ਪੰਜਾਬ ਤੋਂ ਵਾਰੀ ਪਹੁੰਚੀ ਨਹੀਂ ਹੈ। ਮੈਂ ਜ਼ਰੂਰ ਆਸ ਕਰਾਂਗਾ ਵੀ ਉਹ ਸਾਡੀ ਗੱਲ ਨੂੰ ਪ੍ਰਵਾਨ ਕਰਨਗੇ। ਮੈਂ ਅੱਵਲ ਕਿਹਾ ਸੀ ਨਾ ਵੀ ਏਕ ਨੂਰ ਤੇ ਸਭ ਜਗ ਉਪਜਿਆ ਕਿਉਂ ਬੋਲਿਆ। ਕਿਸੇ ਨੇ ਮੈਨੂੰ ਪੁੱਛਿਆ ਸੀ ਤੇਰੀ ਪੰਜਾਬੀ ਇੱਥੇ ਬਾਹਲੀ ਕਾਮਯਾਬ ਨਹੀਂ ਹੋਏਗੀ। ਮੈਂ ਕਿਹਾ ਦੁਬਾਰਾ ਨਾ ਬੋਲੀ, ਜੰਮੂ ਕਸ਼ਮੀਰ ਦੇ ਵਿੱਚ ਹੀ। ਮੈਂ ਕਿਹਾ ਸੀ ਨਹੀਂ ਦੁਬਾਰਾ ਨਾ ਬੋਲੀ, ਇਸ ਗੱਲ ਨੂੰ ਥੋੜ੍ਹਾ ਦੁੱਖ ਲੱਗਦਾ ਹੈ। ਫਿਰ ਤੂੰ ਮੇਰੀ ਮਾਂ ਦਾ ਗਲਾਮਾ ਪਕੜੇਗਾ, ਫਿਰ ਮੇਰੀ ਪੰਜਾਬੀ ਦਾ ਪਕੜੇਗਾ। ਜਿਸ ਭਾਸ਼ਾ ਕੋਲ ਵੱਡਾ ਵਿਚਾਰ ਹੁੰਦਾ ਹੈ ਨਾ, ਉਹ ਕਦੇ ਨਹੀਂ ਮਰਦੀ ਹੈ। ਜਿਸ ਭਾਸ਼ਾ ਕੋ ਵਿਚਾਰ ਪਿਆ ਹੈ ਉਹ ਕਦੇ ਨਹੀਂ ਮਰੇਗੀ, ਉਹ ਹਮੇਸ਼ਾ ਜਿੰਦਾ ਰਹੇਗੀ। ਉਹਨੂੰ ਜਿਸ ਧਰਤੀ ਤੇ ਮਰਜ਼ੀ ਲੈ ਜਾਓ, ਉਹ ਆਪਣਾ ਮੁਕਾਮ ਪੈਦਾ ਕਰ ਲਵੇਗੀ। ਧੰਨਵਾਦ। ਸ਼ੁਕਰੀਆ ਹਰਜਿੰਦਰ। ਮੈਂ ਇਸ ਤੋਂ ਬਾਅਦ ਬੇਨਤੀ ਕਰੂੰਗਾ ਡਾਕਟਰ ਹਰਦੀਪ ਕੌਰ ਸਿੱਧੂ ਨੂੰ ਕਿ ਉਹ ਪੰਜਾਬੀ ਭਾਸ਼ਾ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਡਾਕਟਰ ਹਰਦੀਪ ਕੌਰ ਸਿੱਧੂ। 7 ਸਮੁੰਦਰੋਂ ਪਾਰ ਤੇ ਤੀਜਾ ਪੰਜਾਬ ਕਹਿਣ ਵਾਲੀ ਕੈਨੇਡਾ ਦੀ ਧਰਤੀ ਉੱਤੇ ਮਾਂ ਬੋਲੀ ਨੂੰ ਚਾਹੁਣ ਵਾਲੇ ਸਾਰੇ ਹਾਜ਼ਰੀਨ, ਪ੍ਰਬੰਧਕਾਂ ਦਾ, ਮੈਡਮ ਤਨਵੀਰ ਦਾ ਜਿਹੜੇ ਕਿ ਹਮਦਰਦ ਟੀਵੀ ਤੋਂ ਸਾਨੂੰ ਸੇਵਾਵਾਂ ਦੇ ਰਹੇ ਨੇ, ਸਾਰਿਆਂ ਦਾ ਹੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਗੱਲ ਪੰਜਾਬੀ ਭਾਸ਼ਾ ਦੀ ਹੋ ਰਹੀ ਹੈ, ਗੱਲ ਮਾਂ ਬੋਲੀ ਦੀ ਹੋ ਰਹੀ ਹੈ। ਤਾਂ ਭਾਸ਼ਾ ਤਾਂ ਉਹ ਪ੍ਰਕਾਸ਼ ਹੈ, ਉਹ ਚਾਨਣ ਹੈ ਜਿਹੜਾ ਸਾਨੂੰ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਕੱਢਦਾ ਹੈ। ਭਾਸ਼ਾ ਦੇ ਵਿੱਚ ਉਹ ਦੈਵੀ ਸ਼ਕਤੀ ਹੈ ਜਿਸ ਨੇ ਸਾਨੂੰ ਜੰਗਲੀ ਤੋਂ ਸੱਭਿਅਕ ਬਣਾਇਆ। ਪਹਿਲਾਂ ਤਾਂ ਅਸੀਂ ਆਦੀਵਾਸੀ ਸੀ, ਜੰਗਲਾਂ 'ਚ ਰਹਿੰਦੇ ਸੀ। ਅਸੀਂ ਬੰਦੇ ਕਦੋਂ ਬਣੇ, ਅਸੀਂ ਮਨੁੱਖ ਕਦੋਂ ਬਣੇ? ਅਸੀਂ ਮਨੁੱਖ ਉਦੋਂ ਬਣੇ ਜਦੋਂ ਅਸੀਂ ਭਾਸ਼ਾ ਸਿੱਖੀ, ਜਦੋਂ ਅਸੀਂ ਬੋਲਣੇ ਸ਼ੁਰੂ ਕੀਤੇ, ਜਦੋਂ ਅਸੀਂ ਆਪਣੇ ਵਿਚਾਰ ਦੂਜਿਆਂ ਨੂੰ ਦੱਸਣੇ ਸ਼ੁਰੂ ਕੀਤੇ ਤੇ ਜਦੋਂ ਦੂਜਿਆਂ ਦੇ ਵਿਚਾਰ ਗ੍ਰਹਿਣ ਕਰਨੇ ਸ਼ੁਰੂ ਕੀਤੇ। ਮੈਡਮ ਅਰਵਿੰਦ ਸ਼ੁਰੂ ਕਰਨ ਲੱਗੇ ਸੀ ਗੱਲ, ਪਰ ਟਾਈਮ ਦੀ ਨਾ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਕਿ ਭਾਸ਼ਾ ਦੇ 4 ਕੌਸ਼ਲ ਨੇ। ਗੱਲ ਉਹਨਾਂ ਦੀ ਵਿੱਚੇ ਰਹਿ ਗਈ ਸੀ ਤੇ ਮੈਂ ਉਹਨੂੰ ਪੂਰੀ ਕਰ ਦੇਵਾਂ। ਪਹਿਲਾ ਕੌਸ਼ਲ ਹੈ ਸੁਣਨਾ ਤੇ ਸਮਝਣਾ। ਜਦੋਂ ਅਸੀਂ ਸੁਣਨਾ ਸ਼ੁਰੂ ਕੀਤਾ, ਸਮਝਣਾ ਸ਼ੁਰੂ ਕੀਤਾ ਕਿ ਦੂਜਾ ਕਹਿੰਦਾ ਕੀ ਹੈ। ਦੂਜਾ ਕੌਸ਼ਲ ਬੋਲਣਾ ਸ਼ੁਰੂ ਕੀਤਾ, ਸੁਣ ਕੇ ਸਮਝ ਕੇ ਆਪਣੀ ਪ੍ਰਤੀਕਿਰਿਆ ਕਰਨੀ ਸ਼ੁਰੂ ਕੀਤੀ ਕਿ ਅਸੀਂ ਕੀ ਸੋਚਦੇ ਹਾਂ, ਅਸੀਂ ਕੀ ਸਮਝਦੇ ਹਾਂ। ਤੀਸਰੀ ਤੇ ਚੌਥਾ ਜਿਹੜਾ ਕੌਸ਼ਲ ਹੈ ਉਹ ਮਹੱਤਵਪੂਰਨ ਹੈ, ਉਹ ਵੀ ਮਹੱਤਵਪੂਰਨ ਹੈ ਕਿ ਪੜ੍ਹਨਾ, ਤੇ ਚੌਥਾ ਹੈਗਾ ਲਿਖਣਾ। ਇਹ ਅਸੀਂ ਜਾ ਕੇ ਸਕੂਲ ਤੋਂ ਸਿੱਖਦੇ ਹਾਂ। ਸੁਣਨਾ ਬੋਲਣਾ ਅਸੀਂ ਘਰ ਤੋਂ ਸਿੱਖ ਲੈਂਦੇ ਹਾਂ, ਪੜ੍ਹਨਾ ਲਿਖਣਾ ਅਸੀਂ ਸਕੂਲ ਜਾ ਕੇ ਸਿੱਖਦੇ ਹਾਂ। ਸੋ ਭਾਸ਼ਾ ਇੱਕ ਅਨਮੋਲ ਖਜ਼ਾਨਾ ਹੈ ਜਿਹੜੀ ਮਨੁੱਖ ਦੇ ਹਿੱਸੇ ਆਈ ਹੈ, ਸਾਡੇ ਹਿੱਸੇ ਆਈ ਹੈ। ਜਾਨਵਰਾਂ ਦੇ ਹਿੱਸੇ ਨਹੀਂ ਆਈ। ਉਹਨਾਂ ਦੀ ਆਪਣੀ ਭਾਸ਼ਾ ਹੈ, ਉਹ ਆਪਣੀ ਭਾਸ਼ਾ ਰਹੀ ਆਪਣੀ ਅੰਤਰਕਿਰਿਆ ਕਰਦੇ ਨੇ, ਪਰ ਸਾਡੀ ਭਾਸ਼ਾ ਜਿਹੜੀ ਹੈ ਉਹਦੇ ਵਿੱਚ ਉਹ ਜ਼ਿਆਦਾ ਬਲਵਾਨ ਹੈ। ਪਰ ਮਾਂ ਬੋਲੀ ਕੀ ਹੈ? ਮਾਂ ਬੋਲੀ ਉਹ ਬੋਲੀ ਹੈ ਜਿਹੜੀ ਅਸੀਂ ਆਪਣੀ ਮਾਂ ਦੇ ਮੁਖ ਤੋਂ ਸੁਣਦੇ ਹਾਂ, ਅਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਦੇ ਮੂੰਹੋਂ ਸੁਣਦੇ ਹਾਂ, ਜਿਹੜੀ ਅਸੀਂ ਉਸ ਸਮਾਜ ਤੋਂ ਗ੍ਰਹਿਣ ਕਰਦੇ ਹਾਂ ਜਿਸ ਸਮਾਜ ਦੇ ਵਿੱਚ ਸਾਡਾ ਜਨਮ ਹੋਇਆ, ਜਿਸ ਸਮਾਜ ਵਿੱਚ ਸਾਡੀ ਪਾਲਣਾ ਪੋਸ਼ਣਾ ਹੋਈ। ਸੋ ਸਾਡਾ ਜਨਮ ਜਿੱਥੇ ਹੋਇਆ,
ਜਿਹੜੀ ਉੱਥੋਂ ਦੀ ਭਾਸ਼ਾ ਹੈ ਉਹ ਸਾਡੀ ਮਾਂ ਬੋਲੀ ਹੈ। ਪਰ ਹੁਣ ਗੱਲ ਦਵੰਦ ਵਿੱਚ ਆ ਜਾਂਦੀ ਹੈ, ਜਿਹੜੇ ਕੈਨੇਡਾ ਦੇ ਵਿੱਚ ਜੰਮੇ ਨੇ ਬੱਚੇ, ਬਾਹਰ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੰਮੇ ਨੇ, ਫਿਰ ਉਹਨਾਂ ਦੀ ਮਾਂ ਬੋਲੀ ਕਿਹੜੀ ਹੋਈ? ਸੋ ਮੈਂ ਗੱਲ ਫੇਰ ਆਪਣਾ ਪਹਿਲਾਂ ਤੇ ਆ ਜਾਵਾਂ ਕਿ ਸੁਣਨਾ ਤੇ ਬੋਲਣਾ ਬੱਚਾ ਘਰ ਤੋਂ ਸਿੱਖਦਾ ਹੈ, ਮਾਂ ਤੋਂ ਸਿੱਖਦਾ ਹੈ। ਮੈਂ ਇਸ ਗੱਲ ਨੂੰ ਫੇਰ ਉਹਦੇ ਨਾਲ ਜੋੜਾਂ ਕਿ ਫਿਰ ਮਾਂ ਬੋਲੀ ਕਿਹੜੀ ਹੋਣੀ ਚਾਹੀਦੀ ਹੈ? ਚਾਹੀਦੀ ਉਹ ਹੈ ਜੋ ਮਾਂ ਬੋਲਦੀ ਹੈ। ਜਿੱਦਾਂ ਮੇਰੇ ਤੋਂ ਪਹਿਲਾਂ ਵਾਲੇ ਵੀ ਵਕਤੇ ਬੋਲ ਕੇ ਗਏ ਨੇ ਕਿ ਮਾਂ ਦੀ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਹੈ, ਕਿੰਨਾ ਸਿਖਾਉਣਾ ਹੈ, ਕਿਹੋ ਜਿਹਾ ਸਿਖਾਉਣਾ ਹੈ। ਤਾਂ ਸਾਡੀ ਜ਼ਿੰਮੇਵਾਰੀ ਇਹ ਜ਼ਿਆਦਾ ਹੈ ਕਿ ਅਸੀਂ ਆਪਣੀ ਮਾਂ ਦੇ ਹੋਣ ਦੇ ਨਾਤੇ, ਦਾਦੀ ਹੋਣ ਦੇ ਨਾਤੇ, ਨਾਨੀ ਹੋਣ ਦੇ ਨਾਤੇ, ਮਾਸੀਆਂ ਭੂਆ ਹੋਣ ਦੇ ਨਾਤੇ ਅਸੀਂ ਆਪਣੇ ਬੱਚਿਆਂ ਨੂੰ, ਸਾਰਿਆਂ ਦਾ ਹੀ ਫਰਜ਼ ਬਣਦਾ ਹੈ, ਭਾਵੇਂ ਉਹ ਜਿਹੜੇ ਮਰਜ਼ੀ ਰਿਸ਼ਤੇ 'ਚ ਹੋਣ, ਕਿ ਅਸੀਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਹੀ ਗੱਲ ਕਰੀਏ। ਅਸੀਂ ਇਹਦੇ 'ਚ ਮਾਣ ਮਹਿਸੂਸ ਨਾ ਕਰੀਏ ਕਿ ਸਾਡਾ ਬੱਚਾ ਅੰਗਰੇਜ਼ੀ 'ਚ ਬੋਲਦਾ, ਉਹ ਤਾਂ ਬਹੁਤ ਵਧੀਆ ਅੰਗਰੇਜ਼ੀ ਬੋਲਦਾ, ਅਸੀਂ ਹੱਸਦੇ ਹਾਂ, ਮਾਣ ਮਹਿਸੂਸ ਕਰਦੇ ਹਾਂ। ਨਹੀਂ, ਇੱਥੇ ਸਾਨੂੰ ਚਿੰਤਤ ਹੋਣ ਦੀ ਲੋੜ ਹੈ, ਚਿੰਤਾ ਕਰਨ ਦੀ ਲੋੜ ਹੈ ਕਿ ਅੰਗਰੇਜ਼ੀ ਤਾਂ ਇਹਨੇ ਸਿੱਖ ਹੀ ਜਾਣੀ ਹੈ, ਅੰਗਰੇਜ਼ੀ ਤਾਂ ਇਹਨੂੰ ਆ ਹੀ ਜਾਣੀ ਹੈ। ਚਿੰਤਾ ਕਿੱਥੇ ਲੋੜ ਆ ਕਰਨ ਦੀ? ਚਿੰਤਾ ਲੋੜ ਆ ਕਿ ਮਾਂ ਬੋਲੀ ਕਦੋਂ ਸਿੱਖੂ, ਕਿੱਥੋਂ ਸਿੱਖੂ? ਜੇ ਅਸੀਂ ਘਰ ਦੇ ਵਿੱਚ ਹੀ ਨਹੀਂ ਬੋਲਣੀ, ਫਿਰ ਕਿਹੜਾ ਸਕੂਲ ਹੈ ਜਿਹੜਾ ਇਹਨੂੰ ਪੰਜਾਬੀ ਸਿਖਾ ਦੂ ਇੱਥੇ ਵਿਦੇਸ਼ਾਂ ਦੇ ਵਿੱਚ? ਨਹੀਂ, ਇੱਥੇ ਵਿਦੇਸ਼ਾਂ ਵਿੱਚ ਵੀ, ਫਿਰ ਮੈਂ ਇਹ ਗੱਲ ਨਾਲ ਹੀ ਜੋੜਦੀ ਜਾਵਾਂ, ਵਿਦੇਸ਼ਾਂ ਵਿੱਚ ਵੀ ਇੱਥੋਂ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਨੇ, ਕਿਉਂਕਿ ਕੈਨੇਡਾ ਮਲਟੀਕਲਚਰਲ ਮਲਟੀ ਲੈਂਗੁਏਜ ਕੰਟਰੀ ਹੈ, ਸਾਨੂੰ ਸਾਰਿਆਂ ਨੂੰ ਪਤਾ, ਇਮੀਗ੍ਰੈਂਟਸ ਦਾ ਮੁਲਕ ਹੈ ਇਹ। ਇੱਥੋਂ ਦੀ ਜਿਹੜੀ ਐਜੂਕੇਸ਼ਨ ਸਕੂਲ ਬੋਰਡ ਨੇ, ਕਿਉਂਕਿ ਮੈਂ ਹੈਮਿਲਟਨ ਐਜੂਕੇਸ਼ਨ ਸਕੂਲ ਬੋਰਡ ਦੇ ਨਾਲ ਸੰਬੰਧਿਤ ਹੈ ਇਸ ਟਾਈਮ 'ਤੇ, ਮੈਂ ਉੱਥੇ ਪੜ੍ਹਾਉਂਦੀ ਹਾਂ, ਤਾਂ ਹਰ ਸ਼ਨੀਵਾਰ ਕਲਾਸਾਂ ਲੱਗਦੀਆਂ ਨੇ ਕਿ ਤੁਸੀਂ ਆਪਣੀ ਭਾਸ਼ਾ, ਆਪਣੀ ਮਾਤ ਭਾਸ਼ਾ ਸਿੱਖ ਸਕਦੇ ਹੋ। ਸਮਰ ਕੈਂਪ ਲੱਗਣੇ ਨੇ ਹੁਣ, ਹੋਰ ਹਫਤੇ ਤੱਕ ਸ਼ੁਰੂ ਹੋ ਜਾਣੇ ਆ, 2 ਮਹੀਨੇ ਚੱਲਣੇ ਆ। ਤਾਂ ਉਹ ਸਮਰ ਕੈਂਪ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ? ਅਸੀਂ ਆਪਣੀ ਮਾਂ ਬੋਲੀ ਬੱਚਿਆਂ ਨੂੰ ਸਿਖਾਈਏ। ਮੈਨੂੰ ਬੜਾ ਦੁੱਖ ਹੋਇਆ ਉਸ ਟਾਈਮ ਦੇ ਉੱਤੇ ਜਦੋਂ ਮੈਂ ਹੈਮਿਲਟਨ, ਸਾਡੀ ਡਿਸਟ੍ਰਿਕਟ ਸਕੂਲ ਬੋਰਡ ਦੀ ਵੈਬਸਾਈਟ 'ਤੇ ਦੇਖਿਆ 18 ਭਾਸ਼ਾਵਾਂ ਉੱਥੇ ਸਮਰ ਕੈਂਪ ਦੇ ਵਿੱਚ ਸੀ, ਪਰ ਪੰਜਾਬੀ ਉਹਦੇ 'ਚ ਨਹੀਂ ਸੀ ਹੈਗੀ। ਪਰ ਮੈਨੂੰ ਬਹੁਤ ਦੁੱਖ ਲੱਗਿਆ। ਸਾਡੇ ਗੁਰਦੁਆਰਾ ਸਾਹਿਬ ਉੱਥੇ 3 ਗੁਰਦੁਆਰਾ ਸਾਹਿਬ ਨੇ, ਇੱਕ ਡੰਡਸ ਹੈ, ਇੱਕ 2 ਸਟੋਨੀ ਕ੍ਰੀਕ ਨੇ, 3 ਗੁਰਦੁਆਰਾ ਸਾਹਿਬ ਨੇ। ਪਰ ਪੰਜਾਬੀ ਕੀ ਸਾਡੇ ਪੇਰੈਂਟਸ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਪੰਜਾਬੀ ਸਿੱਖਣ? ਪੰਜਾਬੀਆਂ ਦੀ ਗਿਣਤੀ ਹੈਗੀ ਆ, ਸ਼ਨੀ ਐਤਵਾਰ ਜਦੋਂ ਜਾਈਦਾ ਗੁਰਦੁਆਰਾ ਸਾਹਿਬ ਸਾਡੀ ਸੰਗਤ ਕਾਫੀ ਹੁੰਦੀ ਹੈ, ਪਰ ਕਿਉਂ ਨਹੀਂ ਅਸੀਂ ਚਾਹੁੰਦੇ ਕਿ ਸਾਡੇ ਬੱਚੇ ਪੰਜਾਬੀ ਵੀ ਸਿੱਖਣ? ਕੀ ਅਸੀਂ ਸਾਰਾ ਕੰਮ ਗੁਰਦੁਆਰਾ ਸਾਹਿਬਾਂ ਦੇ ਉੱਤੇ ਹੀ ਛੱਡ ਦੇਣਾ ਕਿ ਗੁਰਦੁਆਰਾ ਸਾਹਿਬਾਨ ਹੀ ਇਹ ਸਾਰੇ ਕੰਮ ਚਲਾਉਣ? ਠੀਕ ਹੈ, ਉੱਥੇ ਅਸੀਂ ਬੱਚਿਆਂ ਨੂੰ ਭੇਜ ਰਹੇ ਹਾਂ, ਪਰ ਇੱਕ ਤੁਹਾਡੇ ਸਰਟੀਫਿਕੇਟ 'ਤੇ ਵੀ ਆ ਜਾਏ ਕਿ ਸਾਡਾ ਬੱਚਾ ਜਿਹੜਾ ਹੈ ਪੰਜਾਬੀ ਬੋਲ ਸਕਦਾ ਹੈ, ਪੜ੍ਹ ਸਕਦਾ ਹੈ। ਕੀ ਪਤਾ ਕੱਲ੍ਹ ਨੂੰ ਤੁਹਾਨੂੰ ਇਸੇ ਚੀਜ਼ ਦੀ ਨਾ ਲੋੜ ਪੈ ਜੇ। ਅੱਜ ਪੰਜਾਬੀ, ਇੱਥੇ ਇੰਗਲਿਸ਼ ਪਹਿਲੀ ਭਾਸ਼ਾ ਹੈ, ਫਰੈਂਚ ਵੀ ਆਫੀਸ਼ੀਅਲ ਲੈਂਗੁਏਜ ਹੈ, ਕੀ ਪਤਾ ਕੱਲ੍ਹ ਨੂੰ ਤੁਹਾਨੂੰ ਪੰਜਾਬੀ ਦੇ ਤੌਰ ਦੇ ਉੱਤੇ ਰੁਜ਼ਗਾਰ ਹੀ ਮਿਲ ਜਾਵੇ। ਤਾਂ ਅਸੀਂ ਕਿਉਂ ਨਾ ਆਪਣੇ ਬੱਚੇ ਨੂੰ ਰਜਿਸਟਰ ਕਰਵਾਈਏ। ਸ਼ਨੀਵਾਰ ਜਿਹੜੀਆਂ ਕਲਾਸਾਂ ਲੱਗਦੀਆਂ ਨੇ, ਗਰਮੀਆਂ ਦੇ ਵਿੱਚ ਜਿਹੜੇ ਕੈਂਪ ਲੱਗਦੇ ਨੇ, ਜਿਹੜੇ ਪੀਲ ਬੋਰਡ 'ਚ ਇੱਥੇ ਚੱਲ ਰਿਹਾ, ਮਿਸੀਸਾਗਾ, ਬਰੈਂਪਟਨ, ਇੱਥੋਂ ਦਾ ਜਿਹੜਾ ਪੀਲ ਬੋਰਡ ਹੈ, ਸਾਡਾ ਹੈਮਿਲਟਨ ਬੋਰਡ ਹੈ, ਹੋਰ ਕਾਫੀ ਸਾਰੇ ਪੀਲ ਬੋਰਡ ਨੇ, ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਕਾਫੀ ਵੱਡਾ ਡਿਸਟ੍ਰਿਕਟ ਸਕੂਲ ਬੋਰਡ ਹੈ, ਸਾਰਿਆਂ ਦੇ ਕੋਲ ਇਹ ਪ੍ਰੋਵੀਜ਼ਨ ਹੈਗੀ ਆ। ਇਵਨ ਜਿਹੜਾ ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਹੈ, ਉਹ ਵੀ ਸਮਰ ਕੈਂਪ ਲਾਉਂਦਾ ਪੰਜਾਬੀ ਦੇ। ਸੋ ਅਸੀਂ ਸਾਰੇ ਇੱਥੇ ਪੇਰੈਂਟਸ ਬੈਠੇ ਆ, ਕੋਈ ਦਾਦਾ ਦਾਦੀ, ਨਾਨਾ ਨਾਨੀ ਬੈਠਾ ਹੈ, ਅਸੀਂ ਘਰ ਜਾ ਕੇ ਉਹਨਾਂ ਨੂੰ ਜ਼ਰੂਰ ਕਹੀਏ ਕਿ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਵਾਓ ਕਿ ਅਸੀਂ ਬਈ ਪੰਜਾਬੀ ਸਿੱਖਣੀ ਹੈ। ਅਸੀਂ ਆਪਣੀਆਂ ਗਰਮੀਆਂ ਨੂੰ ਇੱਕ ਚੰਗੇ ਸਾਰਥਕਤਾ ਦੇ ਵੱਲ ਵਧਾਈਏ, ਤੇ ਬਹੁਤ ਜ਼ਰੂਰੀ ਹੈ। ਅੰਕਲ ਆਂਟੀਆਂ ਦੀ ਕਹਿਣ ਦੀ ਬਜਾਏ ਅਸੀਂ ਉਹਨਾਂ ਦੇ ਰਿਸ਼ਤਿਆਂ ਦੇ ਨਾਮ ਲਈਏ। ਅੰਕਲ ਆਂਟੀ ਤਾਂ ਅਸੀਂ ਕਿਸੇ ਨੂੰ ਵੀ ਕਹਿ ਦਿੰਦੇ ਹਾਂ, ਜਿਹਨੂੰ ਸਾਨੂੰ ਨਹੀਂ ਪਤਾ, ਨਹੀਂ ਵੀ ਜਾਣਦਾ, ਤਾਂ ਵੀ ਅਸੀਂ ਆਵਾਜ਼ ਮਾਰਨੀ ਹੋਵੇ ਅੰਕਲ ਆਂਟੀ ਕਹਿ ਦਿੰਦੇ ਹਾਂ। ਤਾਂ ਰਿਸ਼ਤਿਆਂ ਦੇ ਨਾਵਾਂ ਦੀ ਕਦਰ ਕਰੀਏ, ਫਿਰ ਹੀ ਉਹਦੇ 'ਚ ਮਿਠਾਸ ਆਉਂਦੀ ਹੈ, ਉਹਦੇ 'ਚ ਆਪਣਤ ਆਉਂਦੀ ਹੈ। ਭਾਰਤ ਦੇ ਵਿੱਚ ਇੱਕ ਨਾਅਰਾ ਚੱਲਿਆ, ਬੜਾ ਉਹਦਾ ਰੌਲਾ ਵੀ ਪਿਆ, ਏਕ ਰਾਸ਼ਟਰ ਏਕ ਭਾਸ਼ਾ। ਇਹ ਭਾਸ਼ਾ ਉਹ ਕਾਨੂੰਨ ਨਹੀਂ ਹੈ ਵੀ ਕਿਸੇ ਤੇ ਥੋਪ ਦੋਗੇ ਤੇ ਥੋਪੀ ਜਾਊਗੀ। ਭਾਸ਼ਾ ਰੂਹ ਦੀ ਖੁਰਾਕ ਆ।
ਅੱਜ ਮੈਨੂੰ ਇੱਥੇ ਆ ਕੇ ਰੂਹ ਦੀ ਖੁਰਾਕ ਮਿਲੀ ਹੈ, ਕਿਉਂਕਿ ਮੈਂ ਆਪਣੀ ਭਾਸ਼ਾ 'ਚ ਗੱਲ ਕਰ ਰਹੀ ਹਾਂ, ਸੁਣ ਰਹੀ ਹਾਂ। ਠੀਕ ਹੈ, ਤਾਂ ਇਹ ਇੱਕ ਜਿਹੜੀ ਭਾਸ਼ਾ ਹੈ ਨਾ, ਇਹ ਇੱਕ ਜਿਵੇਂ ਭਾਰਤ ਹੀ ਆ, ਉਹਦੇ 'ਚ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਨੇ। ਗੁਲਦਸਤੇ 'ਚ ਵੱਖ-ਵੱਖ ਫੁੱਲ ਪਏ ਹੋਣ ਤਾਂ ਗੁਲਦਸਤਾ ਸੋਹਣਾ ਲੱਗਦਾ। ਇਸੇ ਤਰ੍ਹਾਂ ਜਿਹੜੀਆਂ ਭਾਸ਼ਾਵਾਂ ਨੇ ਭਾਰਤ ਨੂੰ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਮਿਲੀਆਂ ਹੋਈਆਂ ਨੇ, ਤੇ ਉਹਨੇ ਹਰੇਕ ਦੀ ਗੁਲਦਸਤੇ ਫੁੱਲ ਦੀ ਵੱਖਰੀ ਪਛਾਣ। ਜਿੱਦਾਂ ਮੇਰੇ ਤੋਂ ਪਹਿਲਾਂ ਵਾਲਿਆਂ ਨੇ ਕਿਹਾ ਕਿ ਚਿੰਤਤ ਹੋਣ ਦੀ, ਯੂਨੈਸਕੋ ਨੇ ਕਿਹਾ ਕਿ ਚਿੰਤਾ ਦੀ ਲੋੜ ਹੈ। ਸੋ ਮੈਂ ਇਹ ਕਹੂੰਗੀ ਕਿ ਚਿੰਤਾ ਕਰਨ ਦੀ ਲੋੜ ਨਹੀਂ ਹੈ, ਚਿੰਤਤ ਹੋਣ ਦੀ ਲੋੜ ਹੈ, ਜਾਗਰੂਕ ਹੋਣ ਦੀ ਲੋੜ ਆ। ਸਮੇਂ ਦੀ ਘਾਟ ਆ, ਤਾਂ ਮੈਂ ਇਹ ਚਾਹੂੰਗੀ ਕਿ ਗੁਰੂਆਂ ਪੀਰਾਂ ਦੀ ਭਾਸ਼ਾ ਹੈ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਸਾਡੇ ਕੋਲ ਹੈ, ਮਰਦੀ ਨਹੀਂ ਕਦੇ, ਜਿਉਂਦੀ ਰਹੂਗੀ, ਤੇ ਇਹਨੂੰ ਜਿਉਂਦੇ ਰਹਿਣ ਵਾਲੇ ਇਹਨੂੰ ਜਿਉਂਦੇ ਰੱਖਣਗੇ। ਧੰਨਵਾਦ। ਇਹ ਸੈਸ਼ਨ ਦੇ ਸਮੇਂ ਦੇ ਵਿੱਚ ਮੇਰੇ ਕੋਲ 3 ਮਿੰਟ ਦਾ ਸਮਾਂ ਬਚਿਆ। ਮੇਰੇ ਬੋਲਣ ਦਾ ਸਮਾਂ ਮੈਂ ਸਾਹਮਣੇ ਦੇਖਦਾ ਰਿਹਾ। ਪੰਜਾਬ ਦੀਆਂ ਵਿਦਿਆਰਥੀ ਮੂਵਮੈਂਟਾਂ ਦੇ ਵਿੱਚ 2 ਨਾਅਰੇ ਹੁੰਦੇ ਸੀਗੇ, ਜਿੱਤ ਲੜਦੇ ਲੋਕਾਂ ਦੀ, ਤੇ ਦੂਜਾ ਹੁੰਦਾ ਸੀ ਸਰਕਾਰਾਂ ਤੋਂ ਨਾ ਆਸ ਕਰੋ, ਆਪਣੀ ਰਾਖੀ ਆਪ ਕਰੋ। ਭਾਸ਼ਾਵਾਂ ਬਾਰੇ ਸਰਕਾਰਾਂ ਨੂੰ ਬਹੁਤ ਦੋਸ਼ ਦਿੱਤੇ ਜਾ ਸਕਦੇ ਆ, ਸਰਕਾਰਾਂ ਦਾ ਕੰਮ ਹੁੰਦਾ। ਮੈਂ ਇਸੇ ਕਰਕੇ ਦੁਨੀਆ ਦੀਆਂ ਭਾਸ਼ਾਵਾਂ ਦਾ ਜ਼ਿਕਰ ਕੀਤਾ ਸੀ, ਇਕੱਲੀ ਪੰਜਾਬੀ ਭਾਸ਼ਾ ਦੇ ਫਿਕਰ ਦੀ ਗੱਲ ਨਹੀਂ। ਜੇ ਤੁਹਾਡੇ ਮੁਲਕਾਂ ਦੇ ਵਿੱਚ ਤੁਹਾਡੀਆਂ ਖੇਤਰੀ ਭਾਸ਼ਾਵਾਂ ਖਤਮ ਹੋ ਰਹੀਆਂ ਤਾਂ ਉਹ ਗਲੋਬਲਾਈਜੇਸ਼ਨ ਦੀਆਂ ਸਾਜ਼ਿਸ਼ਾਂ ਨੇ, ਜਿਸ ਦੇ ਵਾਸਤੇ ਇੱਕ ਲੰਬੀ ਬਹਿਸ ਤੇ ਚਿੰਤਨ ਦੀ ਲੋੜ ਹੈ। ਆਪਾਂ ਨੂੰ ਪੰਜਾਬੀ ਭਾਸ਼ਾ ਦੀ ਚਿੰਤਾ ਦੀ ਲੋੜ ਹੈ, ਚਿੰਤਨ ਦੀ ਲੋੜ ਹੈ, ਤੇ ਉਹ ਘਰਾਂ ਤੋਂ ਹੋਊਗਾ। ਸਾਡੇ ਅੱਜ ਦੇ ਇਸ ਸੈਸ਼ਨ ਦੇ ਜੋ ਚੇਅਰਪਰਸਨ ਨੇ ਡਾਕਟਰ ਜਗਵੀਰ ਸਿੰਘ, ਦਿੱਲੀ ਪੰਜਾਬੀ ਡਿਪਾਰਟਮੈਂਟ ਤੋਂ ਸੇਵਾ ਮੁਕਤ ਹੋਏ, ਪੰਜਾਬੀ ਯੂਨੀਵਰਸਿਟੀ ਦੇ ਲਾਈਫ ਟਾਈਮ ਫੈਲੋ ਨੇ, ਅੱਜ ਕੱਲ੍ਹ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਵਿੱਚ ਚਾਂਸਲਰ ਹਨ, ਅਤੇ ਪੰਜਾਬੀ ਜੋ ਸਨਾਤਨੀ ਸ਼ਾਸਤਰੀ ਗੁਰਮਤਿ ਸਾਹਿਤ ਹੈ, ਉਸ ਦੇ ਉੱਤੇ ਇਹਨਾਂ ਦਾ ਵੱਡਾ ਚਿੰਤਨ ਹੈ। ਵੈਸੇ ਉਹਨਾਂ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਮੈਂ ਬਹੁਤ ਅਦਬ ਤੇ ਸਤਿਕਾਰ ਸਹਿਤ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਤੇ। ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਇਸ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਮੇਰੇ ਬਹੁਤ ਪਿਆਰੇ ਮਿੱਤਰ ਅਜੈਬ ਸਿੰਘ ਚੱਠਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਮੈਨੂੰ ਇਸ ਕਾਨਫਰੰਸ ਦੇ ਇਸ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੇ ਲਈ ਜਿਹੜਾ ਨਿਮੰਤਰਣ ਮਿਲਿਆ, ਮੈਂ ਉਸ ਦੇ ਲਈ ਬਹੁਤ ਆਭਾਰੀ ਹਾਂ। ਔਰ ਮੈਂ ਤਾਂ ਇਹ ਤੀਸਰੀ ਵਾਰ ਕੈਨੇਡਾ ਆਇਆ, ਔਰ ਤਿੰਨੋਂ ਵਾਰ ਵਿਸ਼ਵ ਪੰਜਾਬੀ ਕਾਨਫਰੰਸ ਦੇ ਹਵਾਲੇ ਨਾਲ ਸਰਦਾਰ ਅਜੈਬ ਸਿੰਘ ਚੱਠਾ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸਿਸ ਹੋਈਆਂ। ਪਹਿਲਾਂ ਮੈਂ 2003 ਵਿੱਚ ਆਇਆ, ਫਿਰ 14 ਸਾਲ ਪਹਿਲਾਂ 2009 ਵਿੱਚ ਆਇਆ, ਅਤੇ ਅੱਜ ਵੀ ਮੈਂ ਉਹਨਾਂ ਦੇ ਇਸ ਸਾਰੇ ਪ੍ਰਯੋਜਨ ਦੇ ਨਾਲ ਬਹੁਤ ਹੀ ਖੂਬਸੂਰਤ ਜਿਹੜਾ ਸੰਯੋਗ ਮਹਿਸੂਸ ਕਰ ਰਿਹਾ ਕਿ ਅੱਜ ਜਿਹੜੀ ਇਸ ਸੈਸ਼ਨ ਦੇ ਵਿੱਚ ਮੇਰੇ ਵਿਦਵਾਨ ਦੋਸਤਾਂ ਨੇ ਪੰਜਾਬੀ ਭਾਸ਼ਾ ਦੇ ਅਧਿਐਨ ਤੇ ਅਧਿਆਪਨ ਨਾਲ ਜੁੜੀਆਂ ਹੋਈਆਂ ਚੁਣੌਤੀਆਂ, ਸੰਭਾਵਨਾਵਾਂ ਤੇ ਸੀਮਾਵਾਂ ਦੀ ਬਹੁਤ ਖੂਬਸੂਰਤ ਢੰਗ ਨਾਲ ਗੱਲ ਕੀਤੀ ਹੈ। ਇਹਨਾਂ ਬਾਰੇ ਮੈਂ ਕੋਈ ਬਹੁਤੀ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਇਹਨਾਂ ਨੇ ਜਿਹੜੇ ਵਿਚਾਰ ਪੇਸ਼ ਕੀਤੇ ਨੇ ਉਹ ਆਪਣੇ ਆਪ ਵਿੱਚ ਗੌਰਵਮਈ ਨੇ। ਉਹ ਬਹੁਤ ਸਪਸ਼ਟ ਰੂਪ ਵਿੱਚ ਉਹਨਾਂ ਨੇ ਸਾਡੀ ਜਿਹੜੀ ਭਾਸ਼ਾਈ ਯੋਗਤਾ ਹੈ ਉਸ ਬਾਰੇ, ਵਰਤਮਾਨ ਦੇ ਵਿੱਚ ਕੀ ਸਮੱਸਿਆਵਾਂ ਨੇ, ਪਹਿਲਾਂ ਕੀ ਹੁੰਦਾ ਸੀ, ਔਰ ਫਿਰ ਇਸ ਦੀਆਂ ਜਿਹੜੀਆਂ ਡਿਜੀਟਲ ਰੂਪ ਦੇ ਵਿੱਚ ਸੰਭਾਵਨਾਵਾਂ ਨੇ, ਉਹ ਮੇਰੇ ਬਹੁਤ ਹੀ ਪਿਆਰੇ ਮਿੱਤਰ ਰਾਜਵਿੰਦਰ ਸਿੰਘ ਹੋਰਾਂ ਨੇ ਜਿਹੜੀ ਡਿਜੀਟਲਾਈਜੇਸ਼ਨ ਦੀ ਸੰਭਾਵਨਾ ਦੀਆਂ ਬਹੁਤ ਅਨੰਤ ਜਿਹੜੀਆਂ ਸੰਭਾਵਨਾਵਾਂ ਦੀ ਗੱਲ ਕੀਤੀ ਹੈ। ਔਰ ਮੈਂ ਇਸ ਸੰਦਰਭ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਬੈਠੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਕਿਰਪਾਲ ਸਿੰਘ ਪੰਨੂ ਜੀ ਹੋਰਾਂ ਨੂੰ ਮੈਂ ਮਤਲਬ ਨਮਨ ਕਰਦਾ। ਉਹ ਵੀ ਬੈਠੇ ਨੇ, ਉਹ ਇਸ ਡਿਜੀਟਲਾਈਜੇਸ਼ਨ ਦੇ ਪਿਤਾਮਾ ਨੇ। ਮੈਂ ਤੇ 2002 ਵਿੱਚ ਮੈਂ ਪੰਜਾਬੀ ਪ੍ਰੋਫੈਸਰ ਦੇ ਤੌਰ 'ਤੇ ਦਿੱਲੀ ਯੂਨੀਵਰਸਿਟੀ ਤੋਂ ਰਿਟਾਇਰ ਹੋਇਆ। ਉਹਦੇ ਬਾਅਦ ਵਿੱਚ ਮੈਂ ਕੰਪਿਊਟਰ ਸਿੱਖਿਆ
ਤੇ ਮੈਨੂੰ ਉਹਨਾਂ ਦਿਨਾਂ ਵਿੱਚ ਕਿਰਪਾਲ ਸਿੰਘ ਪੰਨੂ ਹੋਰਾਂ ਦੀ ਕੰਟਰੀਬਿਊਸ਼ਨ ਦਾ ਪਤਾ ਲੱਗਿਆ ਕਿ ਇਹਨਾਂ ਨੇ ਤਾਂ ਪੰਜਾਬੀ ਦੇ ਜਿਹੜੇ ਫੌਂਟਸ ਨੇ ਉਹਨਾਂ ਦੀ ਡਿਵੈਲਪਮੈਂਟ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਪਾਇਆ। ਜੇ ਫੌਂਟ ਨਹੀਂ ਹੋਣਗੇ ਤੇ ਅਸੀਂ ਇੰਟਰਨੈਟ ਦੇ ਵਿੱਚ ਕੰਮ ਕਿਵੇਂ ਕਰਾਂਗੇ? ਇਹਨਾਂ ਦਾ ਮੋਢੀ ਯੋਗਦਾਨ ਹੈ। ਔਰ ਬਾਕੀ ਜਿਹੜੇ ਮੇਰੇ ਬਹੁਤ ਹੀ ਵਿਦਵਾਨ ਦੋਸਤਾਂ ਨੇ ਪੰਜਾਬੀ ਭਾਸ਼ਾ ਦੇ ਸੰਕਟ ਦੀ ਸੰਭਾਵਨਾ ਦੀ ਗੱਲ ਕੀਤੀ ਹੈ, ਉਹ ਮੈਂ ਉਹਨਾਂ ਨਾਲ ਸਹਿਮਤ ਵੀ ਹਾਂ ਔਰ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਮੇਰਾ ਜਿਹੜਾ ਸਰੋਕਾਰ ਹੈ, ਮੈਂ ਪੰਜਾਬੀ ਭਾਸ਼ਾ ਦੇ ਅਧਿਐਨ ਅਤੇ ਅਧਿਆਪਨ ਨਾਲ ਅੱਜ ਤੋਂ 65 ਸਾਲ ਤੋਂ ਜੁੜਿਆ ਹਾਂ। 58 ਦੇ ਵਿੱਚ ਮੈਂ ਪੰਜਾਬੀ ਅਧਿਆਪਕ ਦੇ ਤੌਰ 'ਤੇ ਲੁਧਿਆਣਾ ਜਿਹੜਾ ਰਾਮਗੜੀਆ ਸਕੂਲ ਦੇ ਵਿੱਚ ਮੈਂ ਇੱਕ ਅਧਿਆਪਕ ਦੇ ਤੌਰ 'ਤੇ ਹੋਇਆ ਅਤੇ ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚੋਂ ਪ੍ਰੋਫੈਸਰ ਦੇ ਤੌਰ 'ਤੇ ਰਿਟਾਇਰ ਹੋਇਆ। ਇਹ ਸਾਰਾ ਮੇਰਾ ਕੈਰੀਅਰ 65 ਸਾਲ ਦਾ ਹੁਣ ਤੱਕ ਪੜ੍ਹਨ ਪੜ੍ਹਾਉਣ ਦਾ ਉਹ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਨਾਲ ਜੁੜਿਆ ਹੈ। ਹੁਣ ਆਪਣੀ ਗੱਲ ਹੋ ਰਹੀ ਸੀ ਕਿ ਜਿਹੜੀ ਭਾਸ਼ਾ ਹੈ ਨਾ, ਉਹ ਸਿਰਫ ਸੂਚਨਾ ਅਤੇ ਸੰਚਾਰ ਦਾ ਮਾਧਿਅਮ ਨਹੀਂ ਹੁੰਦੀ। ਗੁਰੂ ਨਾਨਕ ਦੇਵ ਜੀ ਦਾ ਮੈਨੂੰ ਇੱਕ ਕਥਨ ਯਾਦ ਆ ਰਿਹਾ। ਉਹ ਕਹਿੰਦੇ ਨੇ, ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂ। ਯਾਨੀ ਉਹਨਾਂ ਨੇ ਕਿਹਾ ਕਿ ਜਿਹੜੀ ਭਾਸ਼ਾਈ ਯੋਗਤਾ ਹੈ ਨਾ, ਇਹ ਬੰਦੇ ਦੀ ਪਰਸਨੈਲਿਟੀ ਦਾ ਬਹੁਤ ਵੱਡਾ ਆਦਰਸ਼ਕ ਰੂਪ ਹੁੰਦਾ ਹੈ। ਕਹਿ ਜਾਣਨ ਮਤਲਬ ਕਿ ਭਾਸ਼ਾ ਹੋਏਗੀ ਤਾਂ ਅਸੀਂ ਕੁਝ ਕਹਾਂਗੇ, ਅਤੇ ਕਹੀ ਹੋਈ ਗੱਲ ਨੂੰ ਬੁੱਝ ਸਕਣਾ, ਇਹਦਾ ਮਤਲਬ ਕਹਿਣ ਵਾਲੇ ਅਤੇ ਸੁਣਨ ਵਾਲੇ ਦੇ ਵਿੱਚ ਯੋਗਤਾ ਜਿਹੜੀ ਹੈ ਉਹ ਆਪਣੀ ਭਾਸ਼ਾ ਦੀ, ਕੋਈ ਵੀ ਭਾਸ਼ਾ ਹੋ ਸਕਦੀ ਹੈ। ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਭਾਸ਼ਾਈ ਯੋਗਤਾ ਤੋਂ ਬਿਨਾਂ ਬੰਦਾ ਮੁਕੰਮਲ ਨਹੀਂ ਹੁੰਦਾ। ਅਤੇ ਜਿਹੜਾ ਦੂਜੇ ਨੇ ਜਿਹੜੇ ਨਹੀਂ ਜਾਣਦੇ ਉਹਨਾਂ ਦੇ ਬਾਰੇ ਉਹਨਾਂ ਨੇ ਬੜਾ ਦਿਲਚਸਪ ਕਥਨ ਕੀਤਾ। ਉਹ ਕਹਿੰਦੇ ਨੇ, ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ, ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਕਿੰਨੀ ਖੂਬਸੂਰਤ ਗੱਲ ਕਹੀ ਹੈ ਕਿ ਦੂਜੇ ਬੰਦੇ ਉਹ ਨੇ ਜਿਨ੍ਹਾਂ ਨੂੰ ਨਾ ਤਾਂ ਨਾਦ ਦੀ ਸਮਝ ਹੈ, ਨਾ ਵੇਦ ਦੀ ਸਮਝ ਹੈ, ਵੇਦ ਦਾ ਮਤਲਬ ਗਿਆਨ ਹੈ, ਔਰ ਫਿਰ ਨਾ ਰਸਾਂ ਕਸਾਂ ਦਾ ਗਿਆਨ ਹੈ, ਔਰ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਦਾ ਭੇਦ ਨਹੀਂ ਜਾਣਦੇ ਹੋ। ਕਿਆ ਖੂਬਸੂਰਤ। ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਡਿਗਰੀ ਹੈ ਨਾ, ਉਹਨੂੰ ਅਸੀਂ ਡੀ.ਲਿਟ ਕਹਿੰਦੇ ਹਾਂ, ਵੀ ਡਾਕਟਰ ਆਫ ਲੈਟਰਸ। ਤੋ ਉਹ ਇਹ ਗੁਰੂ ਨਾਨਕ ਦੇਵ ਜੀ ਤਾਂ ਸਾਡੇ ਪਤਾ ਨਹੀਂ ਉਹ ਡੀ.ਲਿਟ ਤੋਂ ਪਤਾ ਪਰਾਂ ਦੀ ਗੱਲ ਜਾਣਦੇ ਨੇ, ਜਾਣਨੇ। ਅਤੇ ਉਹਨਾਂ ਨੇ ਉਹਦੇ ਬਾਰੇ ਕੀ ਕਿਹਾ ਹੈ ਕਿ ਨਾਨਕ ਤੇ ਨਰ ਅਸਲ ਖਾਰ, ਜੇ ਬਿਨ ਗੁਣ ਗਰਭ ਕਰਨ। ਕਿ ਮਤਲਬ ਹੈ ਕਿ ਜਿਹੜੀ ਸਾਡੀ ਭਾਸ਼ਾ ਦੀ ਯੋਗਤਾ ਹੈ, ਉਸ ਨੇ ਸਾਡੀ ਵਿਸ਼ਵ ਦ੍ਰਿਸ਼ਟੀ ਦਾ ਨਿਰਮਾਣ ਕਰਨਾ ਹੁੰਦਾ ਹੈ। ਜੋ ਅਸੀਂ ਦੁਨੀਆ ਨੂੰ ਜਿਸ ਤਰੀਕੇ ਨਾਲ ਕੰਸੈਪਚੁਅਲਾਈਜ਼ ਕਰਦੇ ਹਾਂ, ਉਹਦੇ ਵਿੱਚ ਭਾਸ਼ਾ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਜੇ ਭਾਸ਼ਾ ਸਾਨੂੰ ਪਰਾਈ ਪੜ੍ਹਾਈ ਜਾਵੇ, ਜਿਵੇਂ ਕਿ ਹਿੰਦੁਸਤਾਨ ਦੇ ਵਿੱਚ ਹੋਇਆ, ਲਾਰਡ ਮੈਕਾਲੇ ਨੇ ਬਸਤੀਵਾਦੀ ਹਕੂਮਤ ਨੂੰ ਚਿਰਸਥਾਈ ਬਣਾਉਣ ਦੇ ਲਈ ਮੈਰਿਟ ਔਨ ਐਜੂਕੇਸ਼ਨ ਲਿਖਿਆ ਸੀ, ਐਜੂਕੇਸ਼ਨ ਪਾਲਿਸੀ ਨਿਰਧਾਰਿਤ ਕਰਤੀ ਸੀ ਅੱਜ ਤੋਂ 200 ਸਾਲ ਪਹਿਲਾਂ। ਉਹ ਕੀ ਸੀ? ਉਹ ਸੀ EEE, ਐਜੂਕੇਸ਼ਨ, ਇੰਗਲਿਸ਼ ਐਜੂਕੇਸ਼ਨ ਅਤੇ ਇੰਪਲੋਇਮੈਂਟ। ਉਹਨੇ ਕਿਹਾ ਹੁਣ ਤੋਂ ਜਿਹੜੀ ਭਾਰਤ ਦੇ ਵਿੱਚ ਐਜੂਕੇਸ਼ਨ ਪਾਲਿਸੀ ਹੋਏਗੀ, ਉਹ ਇੰਗਲਿਸ਼ ਦੇ ਉੱਪਰ ਕੇਂਦਰਿਤ ਹੋਏਗੀ, ਉਹੀ ਸਿੱਖਿਆ ਦਾ ਮਾਧਿਅਮ ਹੋਏਗੀ, ਉਹੀ ਰੁਜ਼ਗਾਰ ਦਾ ਮਾਧਿਅਮ ਹੋਏਗੀ। ਅਤੇ ਸਾਨੂੰ ਉਹਨੇ ਫਸਾ ਲਿਆ। ਮਤਲਬ ਹੈ ਕਿ ਸਾਡੇ ਸਾਰੀਆਂ ਭਾਸ਼ਾਈ ਜਿਹੜੀਆਂ ਪਰੰਪਰਾਵਾਂ ਸੀ, ਸਾਡੇ ਕੋਲ ਗਿਆਨ ਦੀ ਭਾਸ਼ਾ ਸੀ, ਸਾਡੇ ਕੋਲ ਮਾਤ ਭਾਸ਼ਾਵਾਂ ਸਨ, ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਨੇ ਸਾਡੇ ਦੇ ਉੱਪਰ ਸੱਭਿਆਚਾਰਕ ਦਮਨ ਦਾ ਸ਼ਿਕਾਰ ਬਣਾਇਆ। ਜਾਣੀ ਦਮਨ ਕਈ ਤਰ੍ਹਾਂ ਦਾ ਹੁੰਦਾ ਹੈ, ਫਿਜ਼ੀਕਲ ਦਮਨ ਵੀ ਹੋ ਸਕਦਾ ਹੈ। ਸਭ ਤੋਂ ਵੱਡਾ ਕਲਚਰਲ ਜਿਹੜਾ ਓਪਰੇਸ਼ਨ ਹੁੰਦਾ ਹੈ, ਸੱਭਿਆਚਾਰਕ ਦਮਨ ਹੁੰਦਾ ਹੈ, ਉਹ ਭਾਸ਼ਾ ਦੇ ਹਵਾਲੇ ਰਾਹੀਂ ਕੋਈ ਵੀ ਕਰਦਾ ਹੈ, ਉਸ ਨੂੰ ਨਕਾਰਨਾ ਚਾਹੀਦਾ ਹੈ। ਤੋ ਇਸ ਕਰਕੇ ਮੈਨੂੰ ਲੱਗਦਾ ਹੈ ਅੱਜ ਕਿਉਂਕਿ ਪੰਜਾਬੀ ਭਾਈਚਾਰਾ ਇਸ ਗਲੋਬ ਦੇ ਉੱਪਰ ਇੱਕ ਡਾਇਸਪੋਰਾ ਬਣ ਕੇ ਖਿਲਰਿਆ ਪਿਆ ਹੈ, ਔਰ ਉਸਨੇ ਆਪਣੀ ਹੋਂਦ, ਆਪਣੀ ਸੱਭਿਆਚਾਰਕ ਸਥਿਤੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਪ੍ਰਮਾਣਿਕ ਬਣਾਇਆ ਹੋਇਆ ਹੈ। ਮੈਨੂੰ ਤਾਂ ਲੱਗਦਾ ਕਿ ਅੱਜ ਪੰਜਾਬੀ ਸਿਰਫ ਕੋਈ ਪ੍ਰਵਾਸੀ ਨਹੀਂ ਤੁਸੀਂ ਹੈਗੇ,
ਤੁਸੀਂ ਪੰਜਾਬ ਜਿਹੜਾ ਨਾ ਬਿਖਰ ਕੇ ਗਲੋਬ ਤੇ ਫੈਲ ਗਿਆ ਔਰ ਹਰ ਜਗ੍ਹਾ ਮਿਨੀ ਪੰਜਾਬ ਨੇ, ਉਹਨਾਂ ਦੀਆਂ ਆਪਣੀਆਂ ਮਾਨਤਾਵਾਂ ਨੇ। ਔਰ ਮੈਂ ਤਾਂ ਇੱਥੇ ਜਦੋਂ ਸੁਣਦਾ ਪੰਜਾਬੀ ਗੀਤ ਚੱਲ ਰਹੇ ਨੇ, ਜੇ ਗੀਤ ਚੱਲਦੇ ਨੇ ਪੰਜਾਬੀ ਮਰ ਹੀ ਨਹੀਂ ਸਕਦੀ, ਕਿਉਂਕਿ ਫੋਕਲੋਰ ਔਰ ਜਿਹੜਾ ਸਾਡਾ ਦਾਰਸ਼ਨਿਕ ਵਿਰਸਾ ਹੈ ਉਹਨੂੰ ਚੇਤੇ ਕਰਦੇ ਰਵਾਂਗੇ ਤੇ ਜਿਉਂਦੇ ਰਵਾਂਗੇ। ਹੁਣ ਮੈਂ ਕਿਉਂਕਿ ਪੰਜਾਬੀ ਭਾਸ਼ਾ ਦਾ ਹੀ ਅਧਿਆਪਕ ਨਹੀਂ ਰਿਹਾ, ਸਾਹਿਤ ਤੇ ਸੱਭਿਆਚਾਰ ਦਾ ਵੀ ਰਿਹਾ, ਤਾਂ ਮੈਨੂੰ ਲੱਗਿਆ ਅੱਜ ਸਾਨੂੰ ਸਾਰਿਆਂ ਨੂੰ ਆਪਣੀ ਭਾਸ਼ਾ ਦੀ ਜਿਹੜੀ ਗਿਆਨ ਦੀ ਵਿਰਾਸਤ ਹੈ, ਉਹਦੇ ਵਿੱਚ ਸੂਫੀ ਸਾਹਿਤ ਵੀ ਹੈ, ਉਹਦੇ ਵਿੱਚ ਗੁਰਬਾਣੀ ਵੀ ਹੈ, ਭਗਤੀ ਸਾਹਿਤ ਵੀ ਹੈ। ਇਹ ਸਾਡਾ ਬਹੁਤ ਵੱਡਾ ਗਿਆਨ ਦਾ ਵਿਰਸਾ ਹੈ ਪੰਜਾਬੀਆਂ ਦਾ, ਅਤੇ ਇਸ ਨੇ ਸਾਡੀ ਵਿਸ਼ਵ ਦ੍ਰਿਸ਼ਟੀ ਦਾ ਨਿਰਮਾਣ ਕੀਤਾ ਹੈ ਅਤੇ ਜਿਉਣ ਦੀ ਕਲਾ ਸਿਖਾਈ ਹੈ। ਮੈਨੂੰ ਲੱਗਿਆ ਅੱਜ ਇਸ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੌਕੇ ਉੱਤੇ ਜਿਹੜਾ ਉਪਰਾਲਾ ਮੇਰੇ ਮਿੱਤਰਾਂ ਵੱਲੋਂ ਕੀਤਾ ਜਾ ਰਿਹਾ ਹੈ, ਬਹੁਤ ਹੀ ਮਹੱਤਵਪੂਰਨ ਹੈ। ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਰ। ਅਸੀਂ ਆਪਦੇ ਨਿਸ਼ਚਿਤ ਸਮੇਂ ਤੋਂ 5 ਮਿੰਟ ਪਹਿਲਾਂ ਇਸ ਸੈਸ਼ਨ ਦੀ ਸਮਾਪਤੀ ਕਰ ਰਹੇ ਹਾਂ। ਮੈਂ ਮਾਫੀ ਚਾਹੁੰਦਾ, ਮੈਂ ਸਰਦਾਰ ਕਿਰਪਾਲ ਸਿੰਘ ਪੰਨੂ ਉਹਨਾਂ ਨੂੰ ਦੇਖ ਨਹੀਂ ਸਕਿਆ, ਜਿਨ੍ਹਾਂ ਨੇ BSF ਤੋਂ ਰਿਟਾਇਰ ਹੋਣ ਤੋਂ ਬਾਅਦ ਕੰਪਿਊਟਰ ਸਿੱਖਿਆ ਅਤੇ ਅੱਜ ਕੱਲ੍ਹ ਵੀ ਉਹ ਕੈਨੇਡਾ ਦੇ ਵਿੱਚ ਕੰਪਿਊਟਰ ਸਿਖਾ ਰਹੇ ਨੇ ਅਤੇ ਪੰਜਾਬੀ ਯੂਨੀਵਰਸਿਟੀ ਦੀ ਜੋ ਡਿਪਾਰਟਮੈਂਟ ਹੈ ਉਸ ਦੇ ਵਿੱਚ ਸਹਿਯੋਗ ਕਰਦੇ ਨੇ। ਸਰਦਾਰ ਸੁਖਵਿੰਦਰ ਸਿੰਘ ਜੀ ਸੰਧੂ, ਸਰਦਾਰ ਰਾਮ ਸਿੰਘ ਜੀ, ਜੋ ਪੰਜਾਬੀ ਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਨ ਵਾਲੇ ਨੇ, ਉਹ ਵੀ ਸਾਡੇ ਦਰਮਿਆਨ ਆਏ ਨੇ। ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ। ਮੈਂ ਇਸ ਸੈਸ਼ਨ ਦੀ ਸਮਾਪਤੀ ਇਹਨਾਂ ਸ਼ਬਦਾਂ ਦੇ ਨਾਲ ਕਰਦਾ ਕਿ ਸਾਡੀ ਭਾਸ਼ਾ ਜਿਉਂਦੀ ਸੀ, ਜਿਉਂਦੀ ਹੈ, ਜਿਉਂਦੀ ਰਹੂਗੀ। ਇਸ ਦੇ ਵਿੱਚ ਸ਼ਬਦ ਹੋਰ ਭਾਸ਼ਾਵਾਂ ਦੇ ਆਉਂਦੇ ਹੈ ਤਾਂ ਉਸ ਤੋਂ ਭੱਜਣਾ ਨਹੀਂ ਚਾਹੀਦਾ। ਇੱਕ ਪੰਜਾਬੀ ਦੀ ਲੋਕ ਬੋਲੀ ਹੈ, ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ। ਬੈਠਕ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ ਹੈ, ਪਰ ਇਹ ਸਾਡੀ ਲੋਕਧਾਰਾ ਦੇ ਵਿੱਚ ਹੈ। ਇਸ ਕਰਕੇ ਬਹੁਤ ਸਾਰੇ ਸ਼ਬਦ ਉਹ ਹੁੰਦੇ ਆ ਜਦੋਂ ਭਾਸ਼ਾ ਦੇ ਵਿੱਚ ਰਲਦੇ ਨੇ ਤਾਂ ਤੁਹਾਡੀ ਉਹ ਭਾਸ਼ਾ ਦਾ ਪਾਣੀ ਵਗਦੇ ਹੀ ਰਹਿਣ, ਪਾਣੀ ਵਗਦੇ ਸੌਂਦੇ ਨੇ। ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਕਿਹਾ ਸੀ। ਅਤੇ ਜੜ੍ਹਾਂ ਨਾਲ ਜੁੜੇ ਅਸੀਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਯਤਨ ਕਰਦੇ ਰਹਾਂਗੇ। ਜੜ੍ਹਾਂ ਵਾਲਿਓ ਚੜ੍ਹਦੀ ਕਰੋ ਪਛਾਣ, ਮੋਹ ਮਾਇਆ ਦੇ ਲੱਖ ਸਰਨਾਮੇ, ਮਾਂ ਦਾ ਇੱਕੋ ਨਾਮ। ਸ਼ੁਕਰੀਆ। ਆਮੀਨ।